जो काम 4.5 साल ਦੇ ਵਿੱਚ ਨਹੀਂ ਹੋਇਆ ਉਹ 2.5 ਮਹੀਨਿਆਂ ਦੇ ਵਿੱਚ ਕੰਮ ਹੋਣ ਵਾਲੇ ਨਹੀਂ ਹਨ। 2.5 ਮਹੀਨਿਆਂ ਦੇ ਵਿੱਚ ਸਿਰਫ ਲਾਰੇ। ਪੰਜਾਬ ਦੇ ਪੂਰੇ ਉੱਪਰ 3 ਲੱਖ ਕਰੋੜ ਦਾ ਕਰਜ਼ਾ ਹੋਇਆ ਪਿਆ, ਜਿਸ ਦੀ ਕਿਸ਼ਤ ਵੀ ਭਰੀ ਨਹੀਂ ਜਾ ਸਕਦੀ। ਵੀ ਲੋਕ ਇੱਕ ਤਰਫਾ ਇੱਕ ਵਨ ਸਾਈਡਡ ਗੇਮ ਹੈ, ਇਹ ਭੁਲੇਖੇ ਦੇ ਵਿੱਚ ਹੈ। ਠੀਕ ਹੈ ਜੀ। ਇਹਨਾਂ ਦੇ ਜਿੰਨੇ ਐਮਐਲਏ ਸੀਗੇ, ਜਦੋਂ ਕੋਈ ਇੱਕ ਐਲਾਨ ਹੋ ਜਾਂਦਾ ਇੱਕ ਭੱਜ ਜਾਂਦਾ। ਕੇਜਰੀਵਾਲ ਤੋਂ ਝੂਠਾ ਬੰਦਾ ਇਸ ਦੁਨੀਆ 'ਤੇ ਨਹੀਂ ਹੈ ਕੋਈ। ਜਦੋਂ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਆਪਦਾ ਐਫੀਡੈਵਿਟ ਦਿੱਤਾ, ਹਰੇਕ ਇਨਸਾਨ ਦਿੰਦਾ ਵੀ ਮੇਰੇ ਕੋਲ ਕਿੰਨੀ ਪ੍ਰਾਪਰਟੀ ਆ, 14 ਕਰੋੜ ਦੀ ਪ੍ਰਾਪਰਟੀ ਸ਼ੋਅ ਕੀਤੀ ਆ, ਤੇ ਉਹ ਮੀਡੀਆ 'ਚ ਐਂ ਕਹਿੰਦਾ ਮੇਰੇ ਕੋਲ ਇੱਕ ਲੋਈ ਆ। 14 ਕਰੋੜ ਦੀ ਲੋਈ ਕਿਹੜੀ ਹੁੰਦੀ ਆ? ਉਹਨਾਂ ਦਾ ਜਿਹੜਾ ਖਰੜ 'ਚ ਘਰ ਆ ਨਾ, ਜੇ ਬੰਦਾ ਐ ਤਾਂ ਨੂੰ ਝਾਕੇ ਤੇ ਪੱਗ ਡਿੱਗਣ ਵਾਲੀ ਹੋ ਜਾਂਦੀ ਆ। ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕਰ ਸਕੇ। ਠੀਕ ਹੈ। ਸਰਕਾਰ ਕਿਹਦੇ ਸਹਾਰੇ ਖੜੂਗੀ? ਜਿਹੜੀ ਇਹ ਗੱਲ ਵਿਕਾਸ ਦੀ ਕਰਦੇ ਆ ਨਾ, ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤਾ ਵਿਕਾਸ ਮੂੰਹੋਂ ਬੋਲਦਾ। ਟੈਂਕਿੰਗ ਵਾਲੇ ਅਧਿਆਪਕ ਤਾਂ ਯਾਦ ਨੇ ਇਹਨਾਂ ਦੇ, ਜਿਹਦਾ 730 ਬੰਦਾ ਉੱਥੇ ਜ਼ਿਮੀਂਦਾਰ ਮਰ ਗਿਆ, ਉਹ ਇਹਨਾਂ ਦੇ ਯਾਦ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਬਿਕਰ ਸਿੰਘ ਸਿੱਧੂ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ, ਤੇ ਅਜੀਤ ਵੈਬ ਟੀਵੀ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਲੋਕਾਂ ਦੀ ਕਚਹਿਰੀ, ਜਿਸ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਭੁੱਚੋ ਮੰਡੀ ਵਿਖੇ। ਤੇ ਇਸ ਸਮੇਂ ਅਸੀਂ ਚਰਚਾ ਕਰਾਂਗੇ ਵਿਧਾਨ ਸਭਾ ਚੋਣਾਂ 2022 ਦੀਆਂ, ਤੇ ਸਾਡੇ ਨਾਲ ਚਰਚਾ ਕਰਨ ਵਾਸਤੇ ਨੇ ਆਪਣਾ ਕਾਂਗਰਸ ਵੱਲੋਂ ਵਰਿੰਦਰ ਗਰਗ ਜੀ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਜੀ, ਤੇ ਬੀਜੇਪੀ ਵੱਲੋਂ ਸਾਡੇ ਨਾਲ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਜੀ ਤੇ ਟਵਿੰਕਲ ਜੀ। ਅਕਾਲੀ ਦਲ ਵੱਲੋਂ ਸਾਡੇ ਕੋਲ ਹੈਗੇ ਨੇ ਗੁਰਲਾਲ ਢੇਲਮਾ ਜੀ, ਤੇ ਆਪ ਵੱਲੋਂ ਸਾਡੇ ਕੋਲ ਹੈਗੇ ਨੇ ਕਾਕਾ ਜੀ, ਤੇ ਬਾਕੀ ਸਾਰੇ ਸਮੂਹ ਮੰਡੀ ਵਾਸੀ ਹੈਗੇ ਨੇ। ਡਿਬੇਟ ਅਸੀਂ ਸ਼ੁਰੂ ਕਰਨ ਲੱਗੇ ਹਾਂ ਕਾਂਗਰਸ ਪਾਰਟੀ ਤੋਂ। ਹਾਂਜੀ ਵਰਿੰਦਰ ਜੀ, ਤੁਹਾਨੂੰ ਲੋਕਾਂ ਨੇ, ਪੰਜਾਬ ਦੇ ਨੇ, ਜਾਣੀ ਕਿ ਪੂਰੇ ਬਹੁਮਤ ਨਾਲ ਸਰਕਾਰ ਤੁਹਾਨੂੰ ਦਿੱਤੀ ਸੀ। ਹਾਂਜੀ ਹਾਂਜੀ। ਤੁਸੀਂ ਕੀ ਸੋਚਦੇ ਹੋ ਇਸ ਵਾਰ ਵੀ ਦੁਬਾਰੇ ਤੁਹਾਨੂੰ ਮੌਕਾ ਮਿਲੂਗਾ? ਜਮਾਂ ਮੌਕਾ ਮਿਲੂਗਾ ਜੀ। ਜੋ ਹੁਣ ਦੀ ਲੋਕਾਂ ਦੀ ਆਵਾਜ਼ ਹੈ, ਆਵਾਮ ਦੀ ਆਵਾਜ਼ ਹੈ, ਆਵਾਮ ਦੀ ਆਵਾਜ਼ ਜੋ ਹੈ ਕਾਂਗਰਸ ਪਾਰਟੀ ਦੇ ਨਾਲ ਜਾ ਰਹੇ ਹੈ। ਕਾਂਗਰਸ ਦਾ ਜੋ ਜਿਸ ਤਰ੍ਹਾਂ ਸੀਐਮ ਸਾਹਿਬ ਸਾਡੇ ਚੰਨੀ ਸਾਹਿਬ ਕੰਮ ਕਰ ਰਹੇ ਨੇ, ਹਰ ਇੱਕ ਲੋਕਾਂ ਦੀ ਜੋ ਲੋਕ ਕਹਿੰਦੇ, ਦੂਜੀਆਂ ਪਾਰਟੀਆਂ ਕਹਿੰਦੇ ਨੇ ਅਸੀਂ ਕਰਕੇ ਦਿਖਾ ਰਹੇ ਹਾਂ, ਤਾਂ ਉਸ ਹਿਸਾਬ ਨਾਲ ਸਾਨੂੰ ਲੋਕਾਂ ਦੀ ਆਵਾਜ਼ ਜੋ ਹੈ ਪਤਾ ਲੱਗ ਰਿਹਾ ਹੈ ਵੀ ਉਸ ਆਵਾਜ਼ ਕਾਂਗਰਸ ਦੇ ਨਾਲ ਜਾਂਦੀ ਹੈ। ਤੁਹਾਨੂੰ ਕਿਉਂ ਲੱਗ ਰਿਹਾ ਜੀ ਦੁਬਾਰਾ ਮੌਕਾ ਮਿਲੂ? ਇਹ ਜੇ ਤੁਸੀਂ ਲੋਕਾਂ ਦੇ ਕਿਹੜੇ ਕੰਮ ਕੀਤੇ ਆ ਜਾਂ ਕਿਹੜੇ ਵਿਕਾਸ ਦੇ ਕੰਮ ਕੀਤੇ? ਅਸੀਂ ਕਿਹੜਾ ਕਰਿਆ ਨਹੀਂ, ਹਰ ਇੱਕ ਕੰਮ ਕਰਿਆ। ਦੇਖੋ ਬਿਜਲੀ ਦਾ ਬਿੱਲ ਘਟਾਏ, ਰੇਟ ਘਟਾਏ, ਸੀਵਰ ਦੇ ਬਿੱਲ ਘਟਾਏ, ਪਾਣੀ ਦੇ ਬਿੱਲ ਘਟਾਏ, ਡਿਵੈਲਪਮੈਂਟ ਕਰੀ। ਸਾਡੇ ਭੁੱਚੋ ਹਲਕੇ ਦੇ ਵਿੱਚ ਲਗਭਗ 200 ਕਰੋੜ ਰੁਪਏ ਦੀ ਡਿਵੈਲਪਮੈਂਟ ਹੋਈ ਹੈ। ਜੋ ਸਾਡੇ ਨਗਰ ਕੌਂਸਲ ਭੁੱਚੋ ਮੰਡੀ ਦੇ ਵਿੱਚ 20 ਕਰੋੜ ਦੇ ਲਗਭਗ ਸਾਡੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ। ਇਸ ਵਿਕਾਸ ਦੇ ਉੱਤੇ ਅਸੀਂ ਚੋਣ ਲੜਾਂਗੇ, ਤੇ ਜੋ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਨੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਿਜਲੀ ਦੇ ਬਿੱਲ ਹੈ, ਹੋਰ ਜੋ ਵੀ ਜੋ ਕਹਿੰਦੇ ਨੇ, 36,000 ਬੰਦਾ ਸੀ ਜੋ ਸੀਗੇ ਆਊਟਸੋਰਸ ਤੇ ਸੀਗੇ ਜਾਂ ਕੰਟਰੈਕਟ ਸੀ, ਉਹ ਪੱਕੇ ਕਰ ਰਹੇ ਆ। ਕੁਛ ਹੋ ਗਏ, ਕੁਛ ਹੋਈ ਜਾ ਰਹੇ ਨੇ ਜੋ ਅੰਡਰ ਪ੍ਰੋਸੈਸ ਨੇ। ਹਾਂਜੀ ਵਰਿੰਦਰ ਜੀ ਕਹਿੰਦੇ ਵੀ ਅਸੀਂ ਵਿਕਾਸ ਦੇ ਕੰਮ ਬਹੁਤ ਕੀਤੇ ਆ। ਹੁਣ ਆਪਾਂ ਚੱਲਦੇ ਆ ਅਕਾਲੀ ਦਲ ਵੱਲ, ਵੀ ਇਹਨਾਂ ਨੂੰ ਪੁੱਛਦੇ ਆ ਵੀ ਕਿੰਨੇ ਕੁ ਵਿਕਾਸ ਦੇ ਕਾਰਜ ਤੁਹਾਨੂੰ ਦਿਖਦੇ ਆ ਜਾਂ ਕਿੰਨੇ ਕੁ ਕਰਵਾਏ ਆ। ਹਾਂਜੀ ਗੁਰਲਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਲੋਕਾਂ ਨੂੰ ਪਤਾ ਹੈ, ਆਵਾਮ ਨੂੰ ਪਤਾ ਹੈ ਕਿ ਸਾਡੀ ਸਰਕਾਰ ਹੈ ਜਿਹੜੀ ਰਿਪੀਟ ਹੋਊਗੀ। ਵਿਕਾਸ ਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਕੁ ਵਿਕਾਸ ਹੋਇਆ। ਜੋ ਕੰਮ 4.5 ਸਾਲ ਦੇ ਵਿੱਚ ਨਹੀਂ ਹੋਇਆ ਉਹ 2.5 ਮਹੀਨਿਆਂ ਦੇ ਵਿੱਚ ਕੰਮ ਹੋਣ ਵਾਲੇ ਨਹੀਂ ਹਨ। 2.5 ਮਹੀਨਿਆਂ ਦੇ ਵਿੱਚ ਸਿਰਫ ਲਾਰੇ, ਜਿਹੜੇ ਇਹਨਾਂ ਨੇ ਪਰੰਪਰਾ ਕੀਤੀ ਸੀ ਨਾ, ਸ਼ੁਰੂ ਕੀਤੀ ਸੀ ਝੂਠੀਆਂ ਸੌਹਾਂ ਦੀ, ਉਹਨੂੰ ਚੰਨੀ ਸਾਹਿਬ ਨੇ ਹੋਰ ਵੀ ਚਾਰ ਚੰਨ ਲਾਉਂਦੇ ਹੋਇਆਂ ਇੰਨੇ ਜ਼ਿਆਦਾ ਝੂਠ ਤੇ ਇੰਨੇ ਜ਼ਿਆਦਾ ਐਲਾਨ, ਮੈਂ ਕਹਿੰਦਾ ਉਹ ਵੀ ਮੁੱਖ ਮੰਤਰੀ ਦੀ ਥਾਂ 'ਤੇ ਨਾ ਐਲਾਨ ਮੰਤਰੀ ਉਹਨੂੰ ਲੋਕ ਜ਼ਿਆਦਾ ਕਹਿਣ ਲੱਗ ਪਏ। ਜਿਹੜਾ ਵਿਕਾਸ ਦੀ ਗੱਲ ਕਰਦੇ ਆ, ਜਿਹੜਾ ਇਹਨਾਂ ਨੇ ਵਿੱਚ ਵੇਰਵਾ ਪਾਤਾ, ਇਹਨਾਂ ਨੇ 39,000 ਜਿਹੜੇ ਕੱਚੇ ਆ ਪੱਕੇ ਕਰਨੇ ਆ, 39 ਇਕੱਲਾ ਗਿਣਾ ਦਿਓ ਤੁਸੀਂ। 36,000 ਪੱਕੇ ਕਰਨੇ ਆ ਕਹਿੰਦੇ, ਉਹਨਾਂ 'ਚੋਂ 36 ਗਿਣਾ ਦਿਓ ਜਾਂ 21 ਗਿਣਾ ਦਿਓ। ਜਿਹੜੇ ਵਿਕਾਸ ਦੀ ਗੱਲ ਹੈ, ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ, ਮੈਂ ਤੁਹਾਨੂੰ ਦੱਸ ਦਿਆਂ। 22 ਦਿਨਾਂ ਦਾ ਰਿਪੋਰਟ ਕਾਰਡ ਬਣਾਇਆ ਇਹਨਾਂ ਨੇ। ਹਾਂਜੀ। ਜਿਹੜਾ ਰਿਪੋਰਟ ਕਾਰਡ 4.5 ਸਾਲ ਦਾ ਉਹ ਕਿੱਥੇ ਗਿਆ ਵੀ?
ਠੀਕ ਹੈ ਜੀ। ਇਹ ਥੋੜੀ ਹੈ ਵੀ ਆਪਾਂ ਇੱਕ ਭੁੱਚੋ ਮੰਡੀ ਹੈ, ਇਹਦਾ ਪਹਿਲਾਂ ਪ੍ਰਧਾਨ ਬਣਾਤਾ ਕਿਸੇ ਹੋਰ ਨੂੰ, ਉਹ ਪੂਰਾ ਨਖਿੱਧ ਰਿਹਾ, ਨਿਕੰਮਾ ਰਿਹਾ, ਤੇ ਐਂਡ ਤੇ ਆ ਕੇ ਉਹਨੂੰ ਲਾ ਕੇ ਕਿਸੇ ਹੋਰ ਨੂੰ ਬਣਾ ਦਿਓ ਵੀ ਫਿਰ ਲੋਕ ਗੁੰਮਰਾਹ ਹੋ ਜਾਣਗੇ ਤੇ ਉਹਦੇ ਨਾਂ ਤੇ ਵੋਟਾਂ ਪਾ ਦੇਣਗੇ। ਇਹ ਤੁਹਾਡੇ ਸਾਹਮਣੇ ਆ, ਜਨਤਾ ਦੀ ਕਚਹਿਰੀ 'ਚ ਆਪਾਂ ਖੜੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਆਊਗੀ, ਜਿਹੜੀ 10 ਸਾਲ ਪਹਿਲਾਂ ਵਿਕਾਸ ਹੋਇਆ, ਲੋਕਾਂ ਨੂੰ ਉਸ ਵਿਕਾਸ ਦਾ ਪਤਾ ਹੈ। ਚਾਹੇ ਤੁਸੀਂ ਪਿੰਡਾਂ 'ਚ ਦੇਖ ਲਓ, ਚਾਹੇ ਤੁਸੀਂ ਸ਼ਹਿਰਾਂ 'ਚ ਪੁੱਛ ਲਓ, ਚਾਹੇ ਇਕੱਲੇ ਕਿਸਾਨ ਨੂੰ ਪੁੱਛ ਲਓ, ਚਾਹੇ ਕਿਸੇ ਮਜ਼ਦੂਰ ਨੂੰ ਪੁੱਛ ਲਓ, ਚਾਹੇ ਕਿਸੇ ਦਿਹਾੜੀਦਾਰ ਨੂੰ ਪੁੱਛ ਲਓ, ਚਾਹੇ ਕਿਸੇ ਬਜ਼ੁਰਗ ਨੂੰ ਪੁੱਛ ਲਓ, ਕਿਸੇ ਜਿਹੜੇ ਲਾਭਪਾਤਰੀ ਹੈ, ਜਿਹੜੇ ਲੋਕ ਜਿਨ੍ਹਾਂ ਨੇ ਲਾਹੇ ਲਏ ਆ ਸਰਕਾਰ ਤੋਂ ਕਿ ਇਸ ਤਰ੍ਹਾਂ ਸਿਸਟਮ ਚੱਲਦਾ ਹੈ, ਇਸ ਤਰ੍ਹਾਂ ਲੋਕਾਂ ਦੀ ਮਦਦ ਹੋ ਸਕਦੀ ਹੈ, ਇਸ ਤਰ੍ਹਾਂ ਐਜੂਕੇਸ਼ਨ ਦੇ ਖੇਤਰ ਵਿੱਚ ਅੱਗੇ ਜਾਇਆ ਜਾ ਸਕਦਾ ਹੈ। ਭੁੱਚੋ ਮੰਡੀ ਦੀ ਤੁਸੀਂ ਲੈ ਲਓ, ਜਿਹੜਾ ਕੰਮ ਇੱਕ ਬੁਨਿਆਦੀ ਤੌਰ ਤੇ ਢਾਂਚਾ ਖੜਾ ਕਰਨ ਵਾਸਤੇ, ਚਾਹੇ ਉਹ ਮੰਡੀ ਹੋਵੇ, ਚਾਹੇ ਦਾਣਾ ਮੰਡੀ ਹੋਵੇ, ਚਾਹੇ ਉਹਦਾ ਫੜ ਬਣਾਇਆ, ਚਾਹੇ ਅਕਾਲੀ ਦਲ ਨੇ ਬੇਗਾ ਰੋਡ ਤੇ ਵੱਡਾ ਫੜ ਬਣਾਇਆ, ਚਾਹੇ ਭੁੱਚੋ ਮੰਡੀ ਨਗਰ ਦੇ ਵਿੱਚੋਂ ਇਸ ਮੰਡੀ ਦੇ ਵਿੱਚ ਵਿਕਾਸ ਕੀਤਾ, ਚਾਹੇ ਉਹ ਫੁਹਾਰਾ ਚੌਂਕ ਸੀ, ਚਾਹੇ ਘੰਟਾ ਘਰ ਸੀ, ਉੱਥੋਂ ਲੈ ਕੇ ਔਰ ਇਸ ਮੰਡੀ ਦੀ ਕੋਈ ਵੀ ਜਿਹੜੀ ਨਾਲੀ ਹੈ ਉਹ ਰਹਿਣ ਨਹੀਂ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਵੇਲੇ। ਔਰ ਜੋ ਵਿਕਾਸ ਕੀਤਾ ਉਹ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੌਟਲਾਈਨ ਲਿਆਂਦੀ ਸਰਕਾਰੀ ਹਸਪਤਾਲ ਵਾਸਤੇ। ਇਕੱਲੀ ਭੁੱਚੋ ਮੰਡੀ ਦਾ ਨਹੀਂ, ਆਪਣੇ ਹਲਕੇ ਦੇ ਵਿੱਚ ਗੋਨਾਣਾ ਮੰਡੀ ਆਉਂਦੀ ਹੈ। ਉਸ ਮੰਡੀ ਦੇ ਵਿੱਚ ਜਿਹੜੇ ਪਿਛਲੇ ਸਮੇਂ ਤੋਂ ਸਰਕਾਰ ਤਾਂ ਸੌਂ ਗਈ, ਜਦੋਂ ਕੋਵਿਡ ਆਇਆ ਸਰਕਾਰ ਨੇ ਤਾਂ ਚਲੋ ਇਹ ਸਮਝ ਲਿਆ ਵੀ ਚਲੋ ਬਹਾਨਾ ਹੈਗਾ ਜੀ, ਕੋਵਿਡ ਕਹਿ ਦਾਂਗੇ। ਔਰ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਸੇਵਾਦਾਰ ਬਣ ਕੇ ਸੇਵਾ ਕੀਤੀ, ਔਰ ਇੱਥੋਂ ਸਾਡੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿੰਨੇ ਹੀ ਜ਼ਿਲ੍ਹੇ ਦੇ ਵਿੱਚ, ਕਿੰਨੇ ਹੀ ਹਸਪਤਾਲਾਂ ਦੇ ਵਿੱਚ ਜੋ ਸਹੂਲਤਾਂ ਲਿਆਂਦੀਆਂ, ਜੋ ਬੈੱਡ ਲਿਆਂਦੇ, ਜੋ ਲੋਕਾਂ ਦੀ ਸੇਵਾ ਕੀਤੀ, ਜੋ ਸਮਰਪਿਤ ਹੋ ਕੇ ਉਹ ਲੋਕਾਂ ਨਾਲ ਵਿਚਰੇ, ਉਸ ਦਾ ਸਿਹਰਾ ਲੋਕ ਜ਼ਰੂਰ ਦੇਣਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਅਕਾਲੀ ਦਲ ਦੇ ਵਰਕਰ ਕਹਿ ਰਹੇ ਆ ਜੀ ਵੀ ਸਾਨੂੰ ਵਿਕਾਸ ਦਿਖ ਨਹੀਂ ਰਿਹਾ। ਜੋ ਕਾਂਗਰਸ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਬਹੁਤ ਵਿਕਾਸ ਹੋਇਆ, ਉਹ ਕਹਿੰਦੇ ਸਾਨੂੰ ਦਿਸ ਨਹੀਂ ਰਿਹਾ। ਹੁਣ ਆਪਾਂ ਬੀਜੇਪੀ ਦੇ ਨੇਤਾਵਾਂ ਨਾਲ ਗੱਲ ਕਰਦੇ ਹਾਂ। ਬਿੰਟਾ ਜੀ, ਤੁਹਾਨੂੰ ਕੀ ਲੱਗਦਾ, ਵਿਕਾਸ ਹੋਇਆ ਜਾਂ ਨਹੀਂ ਹੋਇਆ? ਦੇਖੋ, ਵਿਕਾਸ ਦੀ ਗੱਲ ਹੈ, ਜਿਹੜੀ ਨਗਰ ਕੌਂਸਲ ਦੀ ਸਰਕਾਰ ਲੋਕਲ ਗਵਰਨਮੈਂਟ ਹੁੰਦੀ ਹੈ, ਹਾਂਜੀ, ਇਹ ਸੈਮੀ ਗਵਰਨਮੈਂਟ ਹੈ। ਠੀਕ ਹੈ ਜੀ। ਜਿਹੜੀ ਪੰਜਾਬ ਲੈਵਲ ਦੀ ਸਰਕਾਰ ਹੈ, ਠੀਕ ਹੈ ਜੀ। ਉਸ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਤੋਂ ਬਜਾਏ ਜਿਵੇਂ ਗੱਲ ਕਰਦੇ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ। ਠੀਕ ਹੈ ਜੀ। ਜਿਵੇਂ ਕਿਸਾਨਾਂ ਦਾ 90,000 ਕਰਜ਼ਾ ਕਰੋੜ ਮਾਫ ਕਰਨਾ ਸੀ, ਉਹ ਗੱਲ ਉੱਥੇ ਦੀ ਉੱਥੇ ਖੜੀ ਹੈ। ਬੱਚਿਆਂ ਨੂੰ ਮੋਬਾਈਲ ਦੇਣੇ ਸੀ, ਲੈਪਟਾਪ ਦੇਣੇ ਸੀ, ਜੋ ਵੀ ਵਾਅਦੇ ਪੰਜਾਬ ਸਰਕਾਰ ਬਣਾ ਕੇ ਇਹਨਾਂ ਨੇ ਪਹਿਲਾਂ ਕੀਤੇ ਸੀ ਉਹ ਇੱਕ ਵੀ ਪੂਰਾ ਨਹੀਂ ਹੋਇਆ। ਠੀਕ ਹੈ ਜੀ। ਇਸ ਵਾਰ ਜਨਤਾ ਫਿਰ ਵਿਸ਼ਵਾਸ ਕਿਵੇਂ ਕਰੂਗੀ? ਇੱਕ ਦੂਸਰੇ ਪਾਸੇ ਪੰਜਾਬ ਦੇ ਪੂਰੇ ਉੱਪਰ 3 ਲੱਖ ਕਰੋੜ ਦਾ ਕਰਜ਼ਾ ਹੋਇਆ ਪਿਆ, ਜਿਸ ਦੀ ਕਿਸ਼ਤ ਵੀ ਭਰੀ ਨਹੀਂ ਜਾ ਸਕਦੀ, ਤੇ ਜਨਤਾ ਕਿਸ ਤਰ੍ਹਾਂ ਇਹਨਾਂ ਨੇਤਾਵਾਂ ਨੂੰ ਸਾਰਿਆਂ ਨੂੰ ਮਾਫ ਕਰੇਗੀ? ਜਨਤਾ ਨੂੰ ਤਾਂ ਹੀ ਆਰਾਮ ਆਊਗਾ ਨਾ, ਜੇ ਕਿਤੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਵੀ ਤਾਂ ਹੀ ਹੋਊਗੀ। ਜਿਹੜੇ ਵਾਅਦੇ ਕੀਤੇ ਹੈ, ਜੇ ਕੋਈ ਪੈਸਾ ਆਊਗਾ, ਇਨਫਰਾਸਟ੍ਰਕਚਰ ਆਊਗਾ, ਤਾਂ ਉਸ ਕਰਕੇ ਆਊਗਾ ਨਾ ਜੇ ਕਰਜ਼ਾ ਮਾਫ ਹੋਊਗਾ। ਕਰਜ਼ਾ ਮਾਫ ਕਰ ਸਕਦਾ ਤਾਂ ਇੱਕੋ ਹੀ ਹੈ ਕਿ ਨਰਿੰਦਰ ਮੋਦੀ ਜੀ ਕਰ ਸਕਦੇ ਦੇਸ਼ ਦਾ ਭਲਾ, ਜਿਨ੍ਹਾਂ ਨੇ ਪੂਰੇ ਸਾਰੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣੀ ਹੈ। ਠੀਕ ਹੈ ਜੀ। ਵਿਕਾਸ ਤਾਂ ਸਰਕਾਰਾਂ ਨੇ ਕਰਨਾ ਹੁੰਦਾ, ਵਿਕਾਸ ਦਾ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ, ਕਿਉਂਕਿ ਜ਼ਿੰਮੇਵਾਰੀ ਲੋਕ ਤਾਂ ਹੀ ਦਿੰਦੇ ਜੇ ਵਿਕਾਸ ਆਪਾਂ ਕਰਾਵਾਂਗੇ। ਵਿਕਾਸ ਹਰ ਸਰਕਾਰਾਂ ਵੇਲੇ ਚੱਲਦਾ ਰਹਿੰਦਾ। ਮੈਂ ਇਹ ਨਹੀਂ ਕਹਿੰਦਾ ਵੀ ਵਿਕਾਸ ਦੇ ਮੁੱਦੇ ਤੇ ਇਕੱਲੀ ਲੜਾਈ ਹੋਵੇ, ਲੜਾਈ ਹੁੰਦੀ ਹੈ ਆਮ ਮੁੱਦਿਆਂ ਤੇ, ਵੀ ਜਿਸ ਤਰ੍ਹਾਂ ਤੁਸੀਂ ਜਨਤਾ ਦੇ ਨਾਲ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਯੋਜਨਾਵਾਂ ਦੇ ਰਹੇ ਹੋ, ਚਾਹੇ ਉਹ ਕੋਈ ਗਰੀਬ ਵਰਗ ਹੈ, ਕਿਸਾਨ ਵਰਗ ਹੈ, ਮਜ਼ਦੂਰ ਹੈ, ਉਹਨਾਂ ਨੂੰ ਤੁਸੀਂ ਕੀ ਦੇ ਰਹੇ ਹੋ। ਸੈਂਟਰ ਦੀਆਂ ਮੈਂ ਤੁਹਾਨੂੰ ਅਨੇਕਾਂ ਸਕੀਮਾਂ ਇੱਥੇ ਦੱਸ ਦਿੰਦਾ ਕਿ 1 ਘੰਟਾ ਲੱਗ ਜਾਊਗਾ ਵੀ ਜਿੰਨੀਆਂ ਸਕੀਮਾਂ ਮੋਦੀ ਸਾਹਿਬ ਨੇ ਦਿੱਤੀਆਂ ਉਹ ਸਾਰੇ ਲੋਕ ਜਾਣਦੇ ਨੇ। ਚਾਹੇ ਸਾਡੀ ਯੂਪੀ ਦੇ ਵਿੱਚ ਵੀ ਸਰਕਾਰ ਹੈ, ਸਾਰੇ ਕਿਤੇ ਜਿਹੜੇ ਰਾਜਾਂ ਦੇ ਵਿੱਚ ਸਰਕਾਰ ਹੈ, ਉਹ ਇਸ ਕਰਕੇ ਹੀ ਹੈ ਕਿ ਪ੍ਰਧਾਨ ਮੰਤਰੀ ਜੀ ਹਮੇਸ਼ਾ ਲਗਾਤਾਰ ਬਿਨਾਂ 1 ਦਿਨ ਦੀ ਛੁੱਟੀ ਲਏ ਆਪਣੇ ਕਾਰਜਕਾਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਔਰ ਉਹਨਾਂ ਨੇ ਦੇਖੋ ਐਡਾ ਵੱਡਾ ਫੈਸਲਾ ਲੈ ਕੇ ਖੇਤੀ ਬਿੱਲ ਮਾਫ ਕੀਤੇ ਹੈ। ਉਹਨਾਂ ਨੇ ਕਿਹਾ ਸੀ ਕਿ ਮੇਰੇ ਜਿਹੜੇ ਇਹ ਕਾਨੂੰਨ ਸੀਗੇ ਇਹ ਦੀਵੇ ਦੀ ਲੋ ਵਾਂਗੂ ਪਵਿੱਤਰ ਸੀਗੇ, ਪਰ ਮੈਂ ਕਿਸਾਨ ਭਰਾਵਾਂ ਨੂੰ ਸਮਝਾ ਨਹੀਂ ਸਕਿਆ, ਔਰ ਦੇਸ਼ ਹਿੱਤ ਲਈ ਇਹਨੂੰ ਮੈਂ ਵਾਪਸ ਲੈ ਰਿਹਾ ਮਾਫੀ ਮੰਗ ਕੇ। ਔਰ ਅਕਾਲ ਤਖਤ ਦੇ ਜਥੇਦਾਰ ਜੀ ਨੇ ਉਹਨਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਇਸ ਫੈਸਲੇ ਦੇ ਨਾਲ ਜੋ ਵਿਰੋਧੀ ਪਾਰਟੀਆਂ ਸਾਡੀਆਂ ਸੀਗੀਆਂ ਉਹ ਆਪਣੇ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਦੇ ਸੀ। ਜਿਵੇਂ ਆਪਾਂ ਲਾ ਲਈਏ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਤੋੜੀ ਸੀ ਵੀ ਹਿੰਦੂ ਤੇ ਸਿੱਖਾਂ ਦਾ ਮੁੱਦਾ ਬਣਾਇਆ ਜਾਵੇ, ਪਰ ਮੋਦੀ ਸਾਹਿਬ ਨੇ ਹਿੰਦੂ ਸਿੱਖ ਦੀ ਏਕਤਾ ਨੂੰ ਕਾਇਮ ਰੱਖਦੇ ਹੋਏ ਫੈਸਲਾ ਵਾਪਸ ਲਿਆ। ਅਜਿਹੀਆਂ ਜਿਹੜੇ ਮੁੱਦੇ ਹੈ ਜਿਹੜੇ ਕਿ ਜਿੱਥੇ ਦੇਸ਼ ਦੀ ਡਿਵੈਲਪਮੈਂਟ ਦਾ ਕੋਈ ਮੁੱਦਾ ਨਹੀਂ ਹੈ, ਡਿਵੈਲਪਮੈਂਟ ਤਾਂ ਕਰਨੀ ਹੀ ਹੁੰਦੀ ਹੈ, ਹਰੇਕ ਸਰਕਾਰ ਨੇ ਕਰਨੀ ਹੁੰਦੀ ਹੈ। ਠੀਕ ਹੈ ਜੀ। ਕਿਉਂਕਿ ਸਰਕਾਰ ਦਾ ਪੈਸਾ ਆਉਂਦਾ ਹੈ, ਪੈਸਾ ਆਉਣ ਦੇ ਨਾਲ ਚਾਹੇ ਕੋਈ MC ਹੈ ਮੌਕੇ ਦਾ ਮੌਜੂਦਾ, ਉਹਨੇ ਵੀ ਆਪਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਠੀਕ ਹੈ ਜੀ। ਲੜਾਈ ਲੜੀ ਜਾਊਗੀ ਹੁਣ ਅਹਿਮ ਮੁੱਦਿਆਂ ਤੇ। 2022 ਦੀਆਂ ਚੋਣਾਂ ਦੇ ਵਿੱਚ ਤੁਸੀਂ ਦੇਖਣਾ ਔਰ ਜਨਤਾ ਦੇਖੂਗੀ ਇਸ ਗੱਲ ਵੀ ਕਿਸ ਸਰਕਾਰ ਨੇ ਕਿਸ ਦਾ ਭਲਾ ਕੀਤਾ। ਤੁਸੀਂ ਸਭ ਤੋਂ ਅਹਿਮ ਕਿਹੜੇ ਮੁੱਦੇ ਨੂੰ ਮੰਨਦੇ ਹੋ?
ਸਭ ਤੋਂ ਅਹਿਮ ਮੁੱਦਾ ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਜਿਹੜਾ ਪੰਜਾਬ ਦੇ ਉੱਪਰ ਕਰਜ਼ਾ ਹੈ 3 ਲੱਖ ਕਰੋੜ ਦਾ, ਠੀਕ ਹੈ ਜੀ, ਉਸ ਦੀ ਵਿਵਸਥਾ ਕੀਤੀ ਜਾਵੇ। ਕਿਹੜੀ ਸਰਕਾਰ ਕਰ ਸਕਦੀ ਹੈ? ਠੀਕ ਹੈ ਜੀ। ਹਾਂਜੀ, ਆਪ ਦੇ ਆਗੂ ਕਾਕਾ ਜੀ ਨਾਲ ਆਪਾਂ ਗੱਲ ਕਰਦੇ ਆ। ਕਾਕਾ ਜੀ, ਤੁਸੀਂ ਦੱਸੋ ਵੀ ਜਿਹੜੇ ਇਹ ਕਹਿ ਰਹੇ ਆ ਪੰਜਾਬ ਸਰਕਾਰ ਵਾਲੇ ਵੀ ਅਸੀਂ ਕੱਚੇ ਕੰਮ 36000 ਪੱਕੇ ਕਰ ਰਹੇ ਆ, ਕੀ ਤੁਹਾਨੂੰ ਲੱਗਦਾ ਵੀ ਹੋ ਜਾਊਗਾ ਇਹ? ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਔਰ ਜਨਤਾ ਦੀ ਕਚਹਿਰੀ ਦਾ, ਜੋ ਮੇਰੇ ਭਰਾ ਇੱਥੇ ਹਾਜ਼ਰ ਹੋਏ ਨੇ। ਸਾਰਿਆਂ ਨੂੰ ਇੱਥੇ ਜੀ ਆਇਆਂ ਆਖਦਾ ਹੈ। ਵੈਸੇ ਜਿੰਨੀ ਪਬਲਿਕ ਖੜੀ ਹੈ ਇਹਨਾਂ ਨੂੰ ਪਤਾ ਹੀ ਹੈ ਕਿੰਨਾ ਕੁਛ ਅਕਾਲੀ ਦਲ ਨੇ ਕੀਤਾ, ਕਿੰਨਾ ਕੁਛ ਕਾਂਗਰਸ ਨੇ ਕੀਤਾ। ਇਹ ਤੁਹਾਨੂੰ ਜਵਾਬ ਆਉਣ ਵਾਲੀਆਂ 2022 ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਲੋਕ ਕੀ ਚਾਹੁੰਦੇ ਸੀ। ਇਹ ਮੁੱਦੇ ਸਾਰਿਆਂ ਨੂੰ ਪਤਾ, ਮੈਂ ਕੁਛ ਨਹੀਂ ਕਹਿ ਸਕਦਾ ਇਸ ਚੀਜ਼ 'ਚ। ਇਹਦਾ ਜਵਾਬ ਬਟਨ ਦੱਬ ਕੇ 2022 ਦੇ ਵਿੱਚ ਤੁਹਾਨੂੰ ਪਬਲਿਕ ਦੇਊਗੀ ਵੀ ਕੀ ਇਹਦਾ ਵੀ ਆਪਾਂ ਕੀਤਾ ਸੀ, ਕੀ ਆਪਾਂ ਅੱਜ ਇਹਦਾ ਨੁਕਤਾ ਭੁਗਤ ਰਹੇ ਹਾਂ। ਹਾਂਜੀ, ਹਾਂਜੀ ਕੋਈ ਤੁਸੀਂ ਮੈਥੋਂ ਲਓ ਇੱਕ ਵਾਰੀ। ਹਾਂਜੀ ਹਾਂਜੀ ਜਿਹੜਾ ਆਮ ਆਦਮੀ ਪਾਰਟੀ ਦੇ, ਜਿਵੇਂ ਇਹਨਾਂ ਨੇ ਕਿਹਾ ਨਾ ਭਰਾ ਨੇ ਵੀ ਲੋਕ ਇੱਕ ਤਰਫਾ, ਇੱਕ ਵਨ ਸਾਈਡਡ ਗੇਮ ਹੈ, ਇਹ ਭੁਲੇਖੇ ਦੇ ਵਿੱਚ ਹੈ। ਠੀਕ ਹੈ ਜੀ, ਇਹਨਾਂ ਦੇ ਜਿੰਨੇ ਐਮਐਲਏ ਸੀਗੇ, ਜਦੋਂ ਕੋਈ ਇੱਕ ਐਲਾਨ ਹੋ ਜਾਂਦਾ ਇੱਕ ਭੱਜ ਜਾਂਦਾ। ਠੀਕ ਹੈ ਜੀ, ਅੱਜ ਵਿਰੋਧੀ ਧਿਰ ਦੇ ਵਿੱਚ ਵੀ ਇਹ ਭੂਮਿਕਾ ਨਹੀਂ ਨਿਭਾ ਰਹੇ। ਠੀਕ ਹੈ ਜੀ, ਕਿਸ ਤਰ੍ਹਾਂ ਖੇਰੂ ਹੋਈ ਵੀ ਆਮ ਆਦਮੀ ਪਾਰਟੀ। ਠੀਕ ਹੈ ਜੀ, ਔਰ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਹਸਪਤਾਲ ਬਣਾਤੇ ਜਾਂ ਸਕੂਲ ਬਣਾਤੇ, ਤੁਹਾਨੂੰ ਮੈਂ ਇੰਨੇ ਸਕੂਲ ਦੱਸ ਦਿੰਦਾ ਜਿੱਥੇ ਅਜੇ ਪ੍ਰਿੰਸੀਪਲ ਦੀਆਂ ਪੋਸਟਾਂ ਵੀ ਖਾਲੀ ਪਈਆਂ। ਠੀਕ ਹੈ ਜੀ, ਕੇਜਰੀਵਾਲ ਤੋਂ ਝੂਠਾ ਬੰਦਾ ਇਸ ਦੁਨੀਆ 'ਤੇ ਨਹੀਂ ਹੈ ਕੋਈ। ਠੀਕ ਹੈ। ਹਾਂਜੀ ਵਰਿੰਦਰ ਜੀ, ਇੱਕ ਅਕਾਲੀ ਦਲ ਵਾਲਿਆਂ ਨੇ ਸਵਾਲ ਉਠਾਇਆ ਵੀ ਪੰਜਾਬ ਸਰਕਾਰ ਨੇ ਸੱਤਾ ਤਾਂ 5 ਸਾਲ ਮਾਣੀ ਆ, ਲਗਭਗ 5 ਸਾਲ ਹੋਣ ਵਾਲੇ ਆ ਜੀ, ਪਰ ਜਿਹੜਾ 22 ਦਿਨਾਂ ਦਾ ਰਿਪੋਰਟ ਕਾਰਡ ਤੁਹਾਡੇ ਮੁੱਖ ਮੰਤਰੀ ਨੇ ਤਾਂ ਦੇਤਾ, ਤੇ ਪਿਛਲੇ 4.5 ਸਾਲ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਕੌਣ ਦੇਊਗਾ ਜੀ? ਚਲੋ 4.5 ਸਾਲ ਦਾ ਤਾਂ ਸਾਰੀ ਦੁਨੀਆ ਨੂੰ ਪਤਾ, ਸਾਰੇ ਪੰਜਾਬ ਨੂੰ ਪਤਾ ਵੀ ਜੋ ਸਾਡਾ ਨੇਤਾ ਹੀ ਮਾੜਾ ਸੀ। ਅਸੀਂ ਕਦੋਂ ਨਹੀਂ ਕਹਿੰਦੇ ਵੀ ਮਾੜਾ ਸੀਗਾ, ਨਹੀਂ ਕਰਿਆ ਤਾਂ ਹੀ ਤਾਂ ਹੁਣ ਲਾਇਆ। ਜੇ ਕੋਈ ਸਾਡਾ ਸੀਐਮ ਮਾੜਾ ਸੀ ਤਾਂ ਹੀ ਲਾ ਰਿਹਾ। ਕੋਈ ਵੀ ਘਰ ਦਾ ਜਵਾਕ ਕੋਈ ਹੁੰਦਾ, ਜਵਾਕ ਮਾੜਾ ਵੀ ਨਿਕਲ ਜਾਂਦਾ ਇਹ ਤਾਂ। ਪਰ ਸਾਡਾ ਜੇ 4.5 ਸਾਲ ਮਾਰੇ ਸੀ ਤਾਂ 6 ਮਹੀਨਿਆਂ ਦੇ ਵਿੱਚ ਅਸੀਂ ਐਂ ਦੇਖੋ ਸਾਡੀ ਪ੍ਰੋਗਰੈਸ ਦੇਖੋ। ਇਹ ਕਹਿੰਦੇ ਨਾ ਵੀ ਜਿਹੜੇ ਇਹ ਨਹੀਂ ਐਲਾਨ ਮੰਤਰੀ ਹੈ, ਤੁਸੀਂ ਸਾਰੇ ਨੋਟੀਫਿਕੇਸ਼ਨ ਆਇਆ ਦੇਖੋ। ਇਹ ਗੱਲ ਐਵੇਂ ਕੁਛ ਕਹੀ ਚੱਲੋ, ਵਟਸਪਾਂ ਦੇ ਸਭ ਦੇ ਮੋਬਾਈਲਾਂ ਤੇ ਨੇ ਜੋ ਬਿਜਲੀ ਦਾ ਰੇਟ ਘਟਾਇਆ, ਉਹ ਨੋਟੀਫਿਕੇਸ਼ਨ ਨਹੀਂ ਦੇ ਸਕਦੀ ਸਰਕਾਰ। 1 ਜਨਵਰੀ ਤੋਂ ਬਿੱਲ ਆਉਣਗੇ, ਉਹ ਦੇਖ ਲਿਓ, ਉਹ ਵੀ ਘਟ ਕੇ ਆਉਣਗੇ ਰੇਟ। ਠੀਕ ਹੈ, ਸਾਰੇ ਹਰ ਇੱਕ ਨੋਟੀਫਿਕੇਸ਼ਨ ਹੋ ਰਿਹਾ। ਸੀਐਮ ਸਾਹਿਬ ਨੇ ਸਪੈਸ਼ਲ ਮੀਡੀਆ ਨੂੰ, ਤੁਹਾਡੇ ਸਾਰੇ ਮੀਡੀਆ ਦੇ ਰੂਬਰੂ ਹੋ ਕੇ ਕੱਲਾ ਨੋਟੀਫਿਕੇਸ਼ਨ ਉਹਨਾਂ ਨੇ ਦਿਖਾਇਆ। ਸਰਕਾਰ ਤਾਂ ਇੱਕ ਨੋਟੀਫਿਕੇਸ਼ਨ ਨਹੀਂ ਕਰ ਸਕਦੀ, ਨੋਟ ਲਾਗੂ ਤਾਂ ਅਫਸਰਾਂ ਨੇ ਕਰਨਾ ਤੇ ਆਪਣਾ 1 ਜਨਵਰੀ ਤੋਂ ਰਿਜ਼ਲਟ ਵੀ ਆ ਜਾਊਗਾ। ਸਾਰੇ ਬਿੱਲ ਆਉਣ ਲੱਗ ਜਾਣਗੇ ਜਦੋਂ ਰੇਟ ਘਟ ਕੇ। ਪਾਣੀ ਵਾਲੇ ਤਾਂ ਦੇ ਹੀ ਦਿੱਤੇ ਜ਼ੀਰੋ। ਹਾਂਜੀ ਗੁਰਲਾਬ ਜੀ, ਇਹ ਕਾਂਗਰਸ ਵਾਲੇ ਕਹਿ ਰਹੇ ਆ ਵੀ ਸਾਡਾ ਨੇਤਾ ਹੀ ਮਾੜਾ ਨਿਕਲ ਗਿਆ, ਤਾਂ ਕਰਕੇ 4.5 ਸਾਲ ਕੋਈ ਕੰਮ ਨਹੀਂ ਹੋ ਸਕਿਆ। ਹੁਣ ਇਸ ਚੀਜ਼ ਦੀ ਫਿਰ ਕੀ ਗਾਰੰਟੀ ਹੋਊਗੀ ਵੀ ਆਉਣ ਵਾਲੇ ਨੇਤਾ ਵਧੀਆ ਹੋਣਗੇ? ਇੱਕ ਮਿੰਟ ਜੀ, ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਬਾਕੀ ਇਹ ਕਹਿੰਦੇ ਆ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ 4.5 ਸਾਲ। ਇਹਨਾਂ ਦੇ ਜਿਹੜੇ ਹੁਣ ਕੈਬਨਿਟ 'ਚ ਹੈ, ਹੁਣ ਮੰਨ ਕੇ ਚਲੋ ਗ੍ਰਹਿ ਮੰਤਰੀ ਵੀ ਆ ਤੇ ਸੁਖੀ ਰੰਧਾਵਾ ਜੀ, ਇਹ ਉਦੋਂ ਵੀ ਕੈਬਨਿਟ 'ਚ ਸੀਗੇ। ਇਹਨਾਂ ਦੇ 117 ਦੇ 117 ਐਮਐਲਏ ਵੀ ਉਦੋਂ ਹੀ ਸੀਗੇ, ਜਾਂ ਤਾਂ ਬਦਲ ਲਏ ਹੁਣ ਤਾਂ ਆਪਾਂ ਮੰਨੀਏ। ਹੁਣ ਇਹਨਾਂ ਦੀ ਤਾਂ ਇੱਕ ਜੀ ਪਲੈਨਿੰਗ ਹੈ, ਪ੍ਰਸ਼ਾਂਤ ਕਿਸ਼ੋਰ ਦੇ ਅਕੋਰਡਿੰਗ ਇਹ ਚੱਲਦੇ ਆ। ਇਹਨਾਂ ਨੇ ਸਾਰਾ ਠੀਕਰਾ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਭੰਨਤਾ ਵੀ ਕੈਪਟਨ ਅਮਰਿੰਦਰ ਸਿੰਘ ਐਂ ਕਰ ਗਿਆ, ਇਕੱਲਾ ਬੰਦਾ ਨਹੀਂ ਕੁਛ ਕਰ ਸਕਦਾ। ਜਿਹੜੀ ਉਹਦੇ ਨਾਲ ਕੈਬਨਿਟ ਸੀ ਸਾਰੇ ਉਹ ਭਾਗੀਦਾਰੀ ਸੀ। ਕੈਪਟਨ ਅਮਰਿੰਦਰ ਸਿੰਘ ਦਾ ਖੁਦ ਦਾ ਬਿਆਨ ਹੈ ਵੀ ਮੇਰੇ ਕਿੰਨੇ ਐਮਐਲਏ ਰੇਤ ਮਾਫੀਏ 'ਚ ਸੀ, ਕਿੰਨਿਆਂ ਨੇ ਕੀ ਕੁਛ ਘਪਲੇ ਕੀਤੇ ਆ, ਉਹ ਫਿਰ ਉਜਾਗਰ ਕਰਨ। ਦੂਸਰੇ ਪਾਸੇ ਇਹਨਾਂ ਦੇ ਚੰਨੀ ਸਾਹਿਬ ਕਹਿੰਦੇ ਆ ਜੀ, ਸਤਿਕਾਰਯੋਗ ਹੈ ਆਪਣੇ ਮੁੱਖ ਮੰਤਰੀ ਆ, ਉਹ ਕਹਿੰਦੇ ਆ ਜੀ ਮੈਂ ਗਰੀਬ ਬੰਦਾ, ਆਮ ਇਨਸਾਨ ਹੈ। ਜਦੋਂ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਆਪਦਾ ਐਫੀਡੈਵਿਟ ਦਿੱਤਾ, ਹਰੇਕ ਇਨਸਾਨ ਦਿੰਦਾ ਵੀ ਮੇਰੇ ਕੋਲ ਕਿੰਨੀ ਪ੍ਰਾਪਰਟੀ ਆ, 14 ਕਰੋੜ ਦੀ ਪ੍ਰਾਪਰਟੀ ਸ਼ੋਅ ਕੀਤੀ ਆ, ਤੇ ਉਹ ਮੀਡੀਆ 'ਚ ਐਂ ਕਹਿੰਦਾ ਮੇਰੇ ਕੋਲ ਇੱਕ ਲੋਈ ਆ। 14 ਕਰੋੜ ਦੀ ਲੋਈ ਕਿਹੜੀ ਹੁੰਦੀ ਆ? ਅੱਜ ਪਤਾ ਲੱਗ ਜੂ 14 ਕਰੋੜ ਦੀ। ਉਹ ਤਾਂ ਕਹਿੰਦੇ ਮੇਰੇ ਕੋਲ ਕੱਲੀ ਲੋਈ ਆ, ਫਿਰ ਉਹਨਾਂ ਕੋਲ 14 ਕਰੋੜ ਦੀ ਕੱਲੀ ਲੋਈ ਆ। ਉਹਨਾਂ ਦਾ ਜਿਹੜਾ ਖਰੜ 'ਚ ਘਰ ਆ ਨਾ, ਜੇ ਬੰਦਾ ਐ ਤਾਂ ਨੂੰ ਝਾਕੇ ਤੇ ਪੱਗ ਡਿੱਗਣ ਵਾਲੀ ਹੋ ਜਾਂਦੀ ਆ, ਤੇ ਉਹ ਆਪਦੇ ਆਪ ਨੂੰ ਦੱਸਦੇ ਆ ਗਰੀਬ ਇਨਸਾਨ। ਉਹ ਕੁਛ ਨਹੀਂ ਜੀ, ਇਕੱਲੇ ਐਲਾਨ ਕਰ ਦਿੰਦੇ ਆ, ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਕਰਨਾ। ਉਹ ਤਾਂ ਬਸ ਇੰਨਾ ਵੀ ਆਪਾਂ ਨੂੰ ਵੀ ਪਤਾ ਵੀ 10-12 ਦਿਨਾਂ 'ਚ ਚੋਣ ਜਾਬਤਾ ਲੱਗ ਜਾਣਾ। ਅੱਜ ਤੱਕ ਮੈਨੂੰ ਐਂ ਦੱਸੋ, ਪੰਜਾਬ ਆ ਜਿਹੜਾ ਖੇਤੀ ਪ੍ਰਧਾਨ ਸੂਬਾ, ਖੇਤੀ ਲਈ ਆਪਾਂ ਨੂੰ ਕੀ ਚੀਜ਼ਾਂ ਚਾਹੀਦੀਆਂ ਹੁੰਦੀਆਂ? ਪਹਿਲਾਂ ਤਾਂ ਆਪਾਂ ਨੂੰ ਪਾਣੀ ਦੀ ਲੋੜ ਹੁੰਦੀ ਆ, ਦੂਸਰਾ ਜਿੱਥੇ ਆਪਾਂ ਆਪਦੀਆਂ ਜਿੰਸਾਂ ਵੇਚਣੀਆਂ ਮੰਡੀਆਂ ਦੀ ਹੁੰਦੀ ਆ। ਬਾਦਲ ਸਾਹਿਬ ਨੇ ਜਿੰਨੇ ਟਿਊਬਲ ਕਨੈਕਸ਼ਨ ਆ ਪੰਜਾਬ 'ਚ, ਜਾਂ ਜਿਹੜੀਆਂ ਨਹਿਰਾਂ ਨਿਕਲੀਆਂ ਵੱਡੇ ਬਾਲ ਸਾਹਿਬ ਨੇ ਦਿੱਤੀਆਂ, ਜਿੰਨੀਆਂ ਦਾਣਾ ਮੰਡੀਆਂ, ਜੇ 100 ਦਾਣਾ ਮੰਡੀ ਇੱਕ ਐਵਰੇਜ ਦੇ ਹਿਸਾਬ ਨਾਲ ਰੱਖੀਏ ਤਾਂ 95 ਦਾਣਾ ਮੰਡੀਆਂ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਆਈਆਂ। ਆ ਮੇਰੇ ਵੀਰ ਖੜੇ ਆ, ਇਹ ਕਾਂਗਰਸ ਦੇ ਨੁਮਾਇੰਦੇ ਖੜੇ ਆ, ਇਹਨਾਂ ਨੂੰ ਐਂ ਕਹੋ ਵੀ ਇਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ, ਪਿੰਡਾਂ 'ਚ ਐਂ ਪਤਾ ਕਰ ਲਓ ਸਾਨੂੰ ਆਪ 4.5 ਸਾਲਾਂ ਦੇ ਵਿੱਚ ਇੱਕ ਵੀ ਟਿਊਬਲ ਕਨੈਕਸ਼ਨ ਆਪਣੇ ਹਲਕੇ 'ਚ ਲੱਗਿਆ ਹੋਵੇ
ਦੱਸ ਦੇਣ ਸਾਨੂੰ। ਸ਼੍ਰੋਮਣੀ ਅਕਾਲੀ ਦਲ ਹਾਂਜੀ, ਆਪਾਂ ਇਹਦਾ ਜਵਾਬ ਲੈ ਲੈਂਦੇ ਜੀ ਕਾਂਗਰਸ ਤੋਂ। ਹਾਂਜੀ, ਆਪਣਾ ਇਹ ਅਕਾਲੀ ਦਲ ਵਾਲੇ ਸਵਾਲ ਉਠਾ ਰਹੇ ਆ ਵੀ ਅਸੀਂ ਜ਼ਿਆਦਾ ਭਲਾ ਕੀਤਾ, ਕਿਸਾਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਦਿੱਤੇ ਤੇ ਬਾਦਲ ਸਾਹਿਬ ਨੇ ਬਹੁਤ ਕੰਮ ਕਰ ਭਲਾ ਆਪਦਾ ਹੀ ਕਰਿਆ। 10 ਬੱਸਾਂ ਤੋਂ 1100 ਬੱਸਾਂ ਹੋ ਗਈਆਂ, ਲੋਕਾਂ ਦਾ ਭਲਾ ਤਾਂ ਹੋਇਆ ਹੀ ਨਹੀਂ। ਤੇ ਹੁਣ ਕਿਵੇਂ 1.5 ਕਰੋੜ ਰੁਪਇਆ ਡੇਲੀ ਦੀ ਇਨਕਮ ਹੋ ਗਈ ਪੀਆਰਟੀਸੀ ਨੂੰ, ਤੇ ਤੂੰ ਪੱਲਾ ਕਿਉਂ ਨਹੀਂ ਸੀ? 10 ਬੱਸਾਂ ਤੋਂ ਇਹ ਕਿਹੜਾ ਡਿਪਾਰਟਮੈਂਟ ਹੈ ਜਿਹੜੇ 10 ਬੱਸਾਂ ਤੋਂ 1100 ਬੱਸਾਂ ਆਪਦੀਆਂ ਹੋ ਜਾਂਦੀਆਂ ਹੁੰਦੀਆਂ? ਹੁਣ ਬੱਸਾਂ ਕਿੱਧਰ ਗਈਆਂ? ਆ ਇੰਨੀ ਜਨਤਾ ਬੈਠੀ ਹੈ, ਪੁੱਛ ਲਓ। ਔਰਬਿਟ ਹੀ ਦਿੰਦੀ ਸੀ ਇਕੱਲੇ ਸੜਕਾਂ ਤੇ, ਅੱਜ ਕਿਉਂ ਨਹੀਂ ਦਿੰਦੀ ਔਰਬਿਟ? ਕਿੱਧਰ ਗਈ ਔਰਬਿਟ? ਇੱਕ ਕੰਪਨੀ ਤੋਂ 15 ਕੰਪਨੀਆਂ ਕਰ ਲਈਆਂ, ਆਪਦੇ ਘਰ ਭਰੀ ਗਏ ਆ ਤੇ ਪੰਜਾਬ ਦਾ ਖਜ਼ਾਨਾ ਖਾਲੀ ਕਰੀ ਗਿਆ। ਠੀਕ ਹੈ ਜੀ। ਹਾਂ, ਅੱਛਾ, ਇੱਕ ਵਰਿੰਦਰ ਜੀ, ਆਪਣਾ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕਰਿਆ ਸੀ ਵੀ ਕਿਸਾਨਾਂ ਦਾ ਟੋਟਲ ਕਰਜ਼ਾ ਮਾਫ ਕੀਤਾ ਜਾਊਗਾ, ਸੁਸਾਇਟੀ ਦਾ ਹੋਵੇ ਚਾਹੇ ਸਰਕਾਰੀ ਬੈਂਕ ਦਾ ਹੋਵੇ, ਪ੍ਰਾਈਵੇਟ ਬੈਂਕ ਦਾ ਹੋਵੇ, ਆੜਤੀਏ ਦਾ ਹੋਵੇ। ਉਹ ਹਜੇ ਤੱਕ ਹੋਇਆ ਨਹੀਂ ਜੀ। ਨਹੀਂ ਹੋਇਆ ਜੀ। ਜਿਹੜੇ ਛੋਟੇ ਲੈਵਲ ਦੇ ਜੇ ਆਪਣੇ ਸੁਸਾਇਟੀਆਂ ਦੇ ਕਰਜ਼ੇ ਮਾਫ ਹੋਏ ਆ। ਠੀਕ ਹੈ ਜੀ। ਜਿਹੜੇ ਹੁਣ ਵੀ ਚੈੱਕ ਵੰਡੀ ਜਾ ਰਹੇ ਹਲਕਿਆਂ ਦੇ ਵਿੱਚ ਜਾ ਕੇ ਜਿੰਨੇ ਹੈਗੇ ਆ, ਕੋਈ ਬੜੇ ਲੈਵਲ ਤੇ ਕੋਈ ਹੋ ਸਕਦੇ ਰਹਿੰਦੇ ਹੁਣ, ਉਹ ਅੰਡਰ ਪ੍ਰੋਸੈਸ ਹੈ। ਪਰ ਬਹੁਤ ਜ਼ਿਆਦਾ ਕਰਜ਼ੇ ਮਾਫ ਹੋਏ। ਸਕੂਲਾਂ 'ਚ ਜੋ ਯੋਗ ਬੱਚੇ ਸੀਗੇ ਉਹਨਾਂ ਨੂੰ ਸਮਾਰਟ ਜਿਹੜੇ ਮੋਬਾਈਲ ਸੀ ਉਹ ਵੀ ਦਿੱਤੇ ਗਏ ਆ। ਤੁਸੀਂ ਦੇਖਿਆ ਉਹ ਮੀਡੀਆ ਦੇ ਵਿੱਚ ਆਉਂਦੇ ਰਹੀਆਂ ਫੋਟੋਆਂ। ਚਲੋ, ਆਪਣੇ ਕੋਲ ਕਿਸਾਨ ਵੀ ਬਹੁਤ ਖੜੇ ਜੀ, ਆਪਾਂ ਪੁੱਛ ਲੈਂਦੇ ਆ। ਬਾਈ ਜੀ, ਤੁਹਾਨੂੰ ਲੱਗਦਾ ਵੀ ਕਰਜ਼ੇ ਮਾਫ ਹੋਏ ਆ ਕਿਸਾਨਾਂ ਦੇ? ਨਹੀਂ ਜੀ, ਕੋਈ ਖਾਸ ਨਹੀਂ ਮਾਫ ਹੋਈ। ਸਭ ਤੋਂ ਵੱਡਾ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਵੀ ਮੈਂ 8 ਦਿਨਾਂ ਦਾ ਨਸ਼ਾ ਖਤਮ ਕਰ ਦੂ। ਸਭ ਬੁਰਾ ਹਾਲ ਆ ਜੀ ਪਿੰਡਾਂ ਵਿੱਚ, ਬੱਚੇ ਖਾ ਨਸ਼ੇ, ਪਤਾ ਨਹੀਂ ਕਿੱਥੋਂ ਆ ਰਿਹਾ ਇੰਨਾ ਨਸ਼ਾ, ਬਹੁਤ ਮੰਦਾ ਹਾਲ ਆ ਜੀ। ਬਾਈ ਜੀ, ਤੁਹਾਡਾ ਕੀ ਨਾਮ ਆ? ਗੁਰਦਿਆਲ ਸਿੰਘ ਜੀ। ਕਿਸਾਨਾਂ ਦੇ ਕਰਜ਼ੇ ਮਾਫ ਹੋਏ ਆ ਜੀ? ਨਾ ਜੀ, ਕੋਈ ਨਹੀਂ ਹੋਏ। ਹੋਏ ਹੁਣ ਨਰਮੇ ਵਾਲੇ ਵੀ ਕਹੀ ਜਾਂਦੇ ਜੀ ਆਧਾਰ ਕਾਰਡ ਲਿਆਓ, ਫਲਾਨਾ ਲਿਆਓ, ਫਲਾਣੇ ਸਾਈਨ ਕਰਾਓ, ਧਮਕਾ ਕਰਾਓ, ਸਭ ਕੁਝ ਪੁੱਛੀ ਜਾਂਦੇ ਆ ਜੀ। ਕੀ ਕਰਾਂਗੇ? ਮਤਲਬ ਸਾਡੇ ਤਾਂ ਅੱਗੇ ਨਹੀਂ, ਮਤਲਬ ਤੁਹਾਡੇ ਵਾਲੀ ਗੱਲ ਲਾਈਟ ਆਉਂਦੀ ਨਹੀਂ, ਪਾਣੀ ਲਾਵਾਂਗੇ ਕਿ ਮਤਲਬ ਆਧਾਰ ਕਾਰਡ ਦੇ ਇਹਨਾਂ ਨੂੰ ਮਤਲਬ ਪੇਸ਼ ਕਰਾਂਗੇ। ਇਹਨਾਂ ਨੂੰ ਪਤਾ ਸਾਡਾ ਸਬੂਤ ਸਾਰਾ ਇਹਨਾਂ ਕੋਲ ਆ ਜੀ। ਇੱਕ ਚੀਜ਼ ਤੋਂ ਮੰਗਾ ਲੈਣ, ਆਧਾਰ ਕਾਰਡ ਮੰਗਾ ਲੈਣ, ਕੋਈ ਮੰਗਾ ਲੈਣ। ਕਿਤੇ ਕਹਿੰਦੇ ਪਟਵਾਰੀ ਕਿਸਾਨ ਕਹਿੰਦੇ ਜੀ ਸਾਡੇ ਕੋਈ ਕਰਜ਼ੇ ਮਾਫ ਨਹੀਂ ਹੋਏ। ਹਾਂਜੀ, ਸਾਡੇ ਪਿੰਡ ਲਹਿਰੇ ਮੁਹੱਬਤ ਕਿਸਾਨ ਦਰਸ਼ਨ ਸਿੰਘ ਬੱਚੀ ਲਹਿਰਾ ਮੁਹੱਬਤ। ਸਾਡੇ ਪਿੰਡ ਲਹਿਰੇ ਮੁਹੱਬਤ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਆ ਜੀ। 2 ਵਾਰੀ ਲਿਸਟਾਂ ਆਈਆਂ ਗਈਆਂ, ਦੋਨੇ ਲਿਸਟਾਂ ਦੇ ਵਿੱਚ ਪਹਿਲਾਂ 180 ਬੰਦਿਆਂ ਦਾ ਕਰਜ਼ਾ ਮਾਫ ਹੋਇਆ ਸੀਗਾ, ਉਸ ਤੋਂ ਬਾਅਦ 200 ਬੰਦੇ ਦਾ ਕਰਜ਼ਾ ਮਾਫ ਹੋਇਆ ਹੈਗਾ। ਮਾਫੀ ਆਉਂਦੀ ਆ। ਬਾਕੀ ਜੋ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਫੈਸਲਾ ਲੈਂਦੇ ਆ, ਉਹਨਾਂ ਨੇ ਹੁਣ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਆ ਤੇ ਉਹਨਾਂ ਨੇ ਪਾਣੀ ਦਾ ਬਿੱਲ ਵੀ ਮਾਫ ਕੀਤਾ। ਕਈ ਚਲੋ, ਇੱਕ ਕਿਸਾਨ ਇਹ ਵੀ ਕਹਿ ਰਿਹਾ ਜੀ ਵੀ ਸਾਡੇ ਵੀ ਕਰਜ਼ੇ ਮਾਫ ਕੀਤੇ। ਹਾਂਜੀ, ਤੁਹਾਡੇ? ਮੇਰਾ ਪਿੰਡ ਹੈ ਜੀ ਬੱਜੋਣਾ। ਹਾਂਜੀ। ਮੈਂ ਭਾਰਤੀ ਕਿਸਾਨ ਯੂਨੀਅਨ ਡਗਾਉਂਦਾ ਦਾ ਆਗੂ ਹਾਂ। ਠੀਕ ਹੈ ਜੀ। ਸਾਡੇ ਪਿੰਡ ਦੇ ਵਿੱਚ ਕਰਜ਼ੇ ਮਾਫ ਹੋਇਆ, 4-4 ਲੱਖ ਦੇ ਕਰਜ਼ੇ ਮਾਫ ਹੋਇਆ। 2.5 ਏਕੜ ਵਾਲਿਆਂ ਨੂੰ ਵੱਡੇ ਪੱਧਰ ਤੇ ਕਰਜ਼ੇ ਮਾਫ ਹੋਇਆ। ਬਾਕੀ ਕੁਝ ਕਿਸਾਨ ਕਹਿ ਰਹੇ ਆ ਜੀ ਕਰਜ਼ੇ ਮਾਫ ਹੋਏ ਆ, ਕੁਝ ਕਹਿ ਰਹੇ ਨਹੀਂ ਹੋ ਰਹੇ। ਵਰਿੰਦਰ ਜੀ, ਪਾਣੀ ਦੇ ਬਿੱਲ ਸੀ ਹਾਂਜੀ ਹਾਂਜੀ ਜਿਹੜੇ ਪਾਣੀ ਦੇ ਬਿੱਲ ਸੀ ਬਕਾਇਆ 35 40 ਹਜ਼ਾਰ ਸਾਡੀਆਂ ਬਸਤੀਆਂ ਦੇ ਮੈਮਸੀਆਂ ਉਧਰਲਾ ਸਾਰਿਆਂ ਨੂੰ ਜ਼ੀਰੋ ਬਿੱਲ ਭੇਜਿਆ। ਪੌਣੇ 2 ਕਰੋੜ ਰੁਪਏ ਕਮੇਟੀ ਚੋਂ ਪਾਣੀ ਦੇ ਬਿੱਲਾਂ ਦਾ ਮਾਫ ਹੋਇਆ। ਠੀਕ ਹੈ ਜੀ। ਹਾਂਜੀ ਵਰਿੰਦਰ ਜੀ, ਸੌਰੀ ਆਵਾਂਗੇ ਜੀ ਤੁਹਾਡੇ ਕੋਲੇ। ਬਿੰਟਾ ਜੀ, ਤੁਸੀਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਥੋੜੀਆਂ ਸੀਟਾਂ ਤੇ ਲੜਦੇ ਸੀ, ਇਸ ਵਾਰ ਤੁਸੀਂ ਐਲਾਨ ਕੀਤਾ ਹੋਇਆ ਵੀ ਅਸੀਂ ਪੂਰੀਆਂ ਸਾਰੀਆਂ ਟੋਟਲ ਸੀਟਾਂ ਤੇ ਚੋਣ ਲੜਾਂਗੇ ਤੇ ਸਰਕਾਰ ਬਣਾਵਾਂਗੇ। ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੀ ਸਰਕਾਰ ਬਣੂਗੀ? 117 ਦੀਆਂ 17 ਵਿਧਾਨ ਸਭਾ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜੂਗੀ। ਠੀਕ ਹੈ ਜੀ। ਔਰ ਉਮੀਦ ਅਸੀਂ ਪੂਰੇ ਵਿਸ਼ਵਾਸ ਨਾਲ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ, ਕਿਉਂਕਿ ਸੈਂਟਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ। ਠੀਕ ਹੈ ਜੀ। ਕੋਈ ਵੀ ਪਾਰਟੀ ਜਿੰਨਾ ਚਿਰ ਪੰਜਾਬ ਕਰਜ਼ਾ ਰਹਿਤ ਨਹੀਂ ਹੁੰਦਾ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਔਰ ਕੋਈ ਵੀ ਪਾਰਟੀ ਇੱਥੇ ਆ ਕੇ ਜ਼ੋਰ ਲਾ ਲੇ, ਕਿਉਂਕਿ ਸਭ ਨੂੰ ਪਤਾ ਹੈ ਜਿਹੜੀਆਂ ਯੋਜਨਾਵਾਂ ਆਯੁਸ਼ਮਾਨ ਯੋਜਨਾ ਦਿੱਤੀ ਹੈ ਮੋਦੀ ਸਾਹਿਬ ਨੇ, 5 ਲੱਖ ਦਾ ਇੱਕ ਬੰਦੇ ਦਾ ਬੀਮੇ ਦਾ ਪੈਕੇਜ ਹੈ। ਠੀਕ ਹੈ ਜੀ। ਚਾਹੇ ਕਿਸੇ ਨੂੰ ਕੋਈ ਵੀ ਹਸਪਤਾਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਤਾਂ 5 ਲੱਖ ਰੁਪਇਆ ਤੁਸੀਂ ਜਨਤਾ ਖੜੀ ਹੈ। ਕਈਆਂ ਦੇ ਨਹੀਂ ਵੀ ਬਣੇ ਹੋਣਗੇ, ਟੈਕਨੀਕਲ ਮਿਸਟੇਕ ਹੋਊਗੀ, ਪਰ ਜਿਨ੍ਹਾਂ ਨੂੰ ਬਣੇ ਆ ਸਭ ਨੂੰ ਲਾਭ ਮਿਲਿਆ ਕਿ ਨਹੀਂ ਮਿਲਿਆ। ਔਰ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਜਿਨ੍ਹਾਂ ਨੂੰ 5 ਏਕੜ ਤੋਂ ਘੱਟ ਜ਼ਮੀਨ ਸੀ 2-2 ਹਜ਼ਾਰ ਰੁਪਇਆ ਇਹਨਾਂ ਦੇ ਖਾਤੇ ਦੇ ਵਿੱਚ ਆਇਆ ਕਿ ਨਹੀਂ ਆਇਆ? ਠੀਕ ਹੈ। ਕਾਂਗਰਸ ਬਿੰਟਾ ਜੀ, ਤੁਸੀਂ ਇਹ ਤਾਂ ਗਿਣਿਆ ਤਾਂ ਵੀ 2-2 ਹਜ਼ਾਰ ਰੁਪਇਆ ਖਾਤਿਆਂ 'ਚ ਆਇਆ ਕਿਸਾਨਾਂ ਦੇ। ਪੂਰੇ 1 ਸਾਲ ਤੋਂ ਕਿਸਾਨਾਂ ਨੇ ਜਿਹੜੇ ਉੱਥੇ ਪਾਣੀ ਦੀਆਂ ਬਾਛੜਾਂ ਦਿੱਲੀ ਬਾਰਡਰਾਂ ਤੇ ਝੱਲੀਆਂ, ਗਰਮੀਆਂ ਝੱਲੀਆਂ, ਸਿਆਲ ਝੱਲੇ, ਪੱਥਰਬਾਜੀ ਵੀ ਝੱਲੀ, ਪੈਟਰੋਲ ਬੰਬ ਵੀ ਝੱਲੇ। ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਕਿਸਾਨ ਉਹ ਚੀਜ਼ਾਂ ਨੂੰ ਭੁੱਲ ਕੇ ਤੁਹਾਨੂੰ ਵੋਟ ਪਾਉਣਗੇ? ਪੰਜਾਬ ਹਿੱਤ ਦੇ ਕਿਸਾਨਾਂ ਦੇ ਹਿੱਤਾਂ ਲਈ ਮੋਦੀ ਸਾਹਿਬ ਨੇ ਬਿੱਲ ਵਾਪਸ ਲਏ ਆ, ਇਹਨਾਂ ਦੀ ਗੱਲ ਨੂੰ ਰੱਖ ਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਬਿੱਲ ਹੈ
ਕਿਸਾਨ ਹਿੱਤ ਤੇ ਦੇਸ਼ ਹਿੱਤ ਦੇ ਲਈ ਵਾਪਸ ਲੈ ਰਹੇ। ਐਡਾ ਵੱਡਾ ਫੈਸਲਾ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਸੀ, ਪੂਰੇ ਹਿੰਦੁਸਤਾਨ ਦੇ ਵਿੱਚ ਬਿੱਲ ਲਾਗੂ ਹੋਏ ਸੀ। ਜੇ ਪੰਜਾਬ ਨੂੰ ਉਹਨਾਂ ਨੇ ਕੁਝ ਸਮਝਿਆ, ਹਿੰਦੂ ਸਿੱਖ ਏਕਤਾ ਨੂੰ ਕਾਇਮ ਰੱਖਣ ਵਾਸਤੇ ਇਹ ਬਿੱਲ ਵਾਪਸ ਲਏ। ਲਖਵੀਰ ਜੀ, ਤੁਸੀਂ ਜਿਹੜੇ ਕਿ ਹੁਣ ਤੱਕ ਦਿੱਲੀ 'ਚ ਤਾਂ ਪਰਫਾਰਮੈਂਸ ਬਹੁਤ ਵਧੀਆ ਦਿੱਤੀ ਹੈ, ਤੁਹਾਡੀ ਪਾਰਟੀ ਕਹਿੰਦੀ ਆ, ਪਰ ਤੁਹਾਨੂੰ ਪੰਜਾਬ ਦੀਆਂ ਤੇ ਦਿੱਲੀ ਦੀਆਂ ਪ੍ਰਸਥਿਤੀਆਂ ਬਹੁਤ ਵੱਖ-ਵੱਖ ਨੇ। ਤੁਹਾਨੂੰ ਲੱਗਦਾ ਵੀ ਲੋਕ ਤੁਹਾਨੂੰ ਸੱਤਾ ਦੀ ਚਾਬੀ ਦੇਣ ਦੀ ਕਰਨਗੇ ਕੋਸ਼ਿਸ਼? ਦੇਖੋ ਜੀ, ਪਬਲਿਕ ਨੂੰ ਪਤਾ ਹੈ ਵੀ 5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਡਾ ਅਰਵਿੰਦ ਕੇਜਰੀਵਾਲ 3 ਵਾਰੀ ਬਣਿਆ। 5 ਸਾਲਾਂ ਦੇ ਵਿੱਚ ਇਹ ਕੋਈ ਕਹਿਣ ਦੀ ਕੋਈ ਲੋੜ ਦੀ ਕੋਈ ਬਹੁਤ ਵੱਡੀ ਗੱਲ ਹੈ। 5 ਸਾਲਾਂ ਦੇ ਵਿੱਚ 3 ਵਾਰੀ ਮੁੱਖ ਮੰਤਰੀ ਬਣਨਾ, ਜਿਹਨੇ 28 ਸੀਟਾਂ ਦੇ ਕਾਂਗਰਸ ਨਾਲ ਸਮਰਥਨ ਲੈ ਕੇ ਆਪਣੀ ਸਰਕਾਰ ਬਣਾਈ ਸੀ, ਉਹਨੇ 49 ਦਿਨ ਲੋਕਾਂ ਦਾ ਕੰਮ ਕਰਕੇ ਦਿਖਾਇਆ। ਜਦੋਂ ਕਾਂਗਰਸ ਪਾਰਟੀ ਨੂੰ ਪਤਾ ਲੱਗਿਆ ਵੀ ਇਹ ਤਾਂ ਮਤਲਬ ਕਿ ਬਹੁਤ ਕੁਝ ਹੋ ਰਿਹਾ, ਵੀ ਇਹਨੂੰ ਮਤਲਬ ਕਿ ਤੋੜ ਲਿਆ ਜਾਵੇ, ਉਹ ਤੋੜ ਦਿੱਤਾ ਗਿਆ। ਉਹਨੇ 49 ਦਿਨ ਕੰਮ ਕਰਕੇ ਅਸਤੀਫਾ ਦੇਤਾ। ਅਸਤੀਫਾ ਦੇ ਕੇ ਉਹਨੇ ਇਕੱਲੇ ਨੇ ਚੋਣ ਲੜੀ, 70 ਚੋਂ 67 ਸੀਟਾਂ ਲੈ ਕੇ ਸਰਕਾਰ ਬਣਾਈ। ਤੁਹਾਨੂੰ ਇਹ ਪੰਜਾਬ 'ਚ ਕਿਉਂ ਲੱਗਦਾ ਵੀ ਪੰਜਾਬ ਦੇ ਲੋਕ ਤੁਹਾਨੂੰ ਪਸੰਦ ਕਰਨਗੇ ਤੇ ਤੁਹਾਨੂੰ ਸੱਤਾ ਦੀ ਚਾਬੀ ਦੇਣਗੇ? ਉਹ ਦਿੱਲੀ ਦੇ ਵਿੱਚ ਲੋਕਾਂ ਨੂੰ ਪਤਾ, ਜਿਵੇਂ ਦਿੱਲੀ ਦੇ ਵਿੱਚ ਸਕੂਲ ਲਾ ਲਓ, ਹੈਲਥ ਮਹਿਕਮਾ ਲਾ ਲਓ, ਹੋਰ ਚੀਜ਼ਾਂ ਲਾ ਲਓ, ਲੋਕਾਂ ਨੂੰ ਪਤਾ ਜੇ ਲੋਕ ਦਿੱਲੀ ਦੀ ਜਨਤਾ ਇੰਨੀ ਖੁਸ਼ ਹੈ ਤਾਂ ਇੱਦਾਂ ਹੀ ਤਾਂ ਪੰਜਾਬ ਦੇ ਵਿੱਚ ਅਸੀਂ ਉਹੀ ਮਾਡਲ ਲੈ ਕੇ ਆਉਣਾ। ਅਸੀਂ ਲੋਕਾਂ ਕੋਲੇ ਬੇਨਤੀ ਕਰਦੇ ਹਾਂ ਵੀ ਜਿਵੇਂ ਦਿੱਲੀ ਉਵੇਂ ਮਾਡਲ ਅਸੀਂ ਪੰਜਾਬ ਬਣਾਵਾਂਗੇ। ਜੇ ਤੁਹਾਡੇ ਕੰਮ ਕਰੇ ਤਾਂ ਸਾਨੂੰ ਵੋਟ ਪਾਇਓ ਅੱਗੇ ਤੋਂ, ਜੇ ਤੁਹਾਡੇ ਕੰਮ ਨਾ ਕਰੇ ਬੇਸ਼ੱਕ ਦੀ ਵੋਟ ਨਾ ਪਾਇਓ। ਭਗਵੰਤ ਮਾਨ ਤਾਂ ਇਹਨਾਂ ਦਾ ਰੁੱਸਿਆ ਫਿਰਦਾ, ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕਰ ਸਕੇ। ਠੀਕ ਹੈ, ਸਰਕਾਰ ਕਿਹਦੇ ਸਹਾਰੇ ਖੜੂਗੀ ਕਿ ਬਿਨਾਂ ਨੀਂਹ ਤੋਂ ਕਦੇ ਇਮਾਰਤ ਬਣ ਜੂਗੀ? ਅੱਜ ਤੱਕ ਪੰਜਾਬ 'ਚ ਲੀਡਰ ਕਿਹੜਾ ਹੈ? ਹਾਂਜੀ ਗੁਰਲਾਬ ਜੀ, ਕਾਂਗਰਸ ਤੋਂ ਪਹਿਲਾਂ 2 ਪਲਾਨ ਤੁਹਾਡੀ ਸਰਕਾਰ ਰਹੀ ਆ। ਹਾਂਜੀ, ਉਹਦੇ ਵਿੱਚੋਂ ਜਾਂ ਤਾਂ ਲੋਕਾਂ ਨੂੰ ਤੁਹਾਡੀਆਂ ਜਾਣੀ ਕਿ ਨੀਤੀਆਂ ਪਸੰਦ ਨਹੀਂ ਆਈਆਂ, ਕੁਝ ਵੀ ਕਾਰਨ ਹੋਏ, ਤੁਹਾਨੂੰ ਉਹਨਾਂ ਨੇ ਸੱਤਾ ਤੋਂ ਲਾਂਭੇ ਕਰਤਾ, ਲਾਂਭੇ ਵੀ ਬਹੁਤ ਬੁਰੀ ਤਰ੍ਹਾਂ ਕੀਤਾ। ਤੇ ਤੁਹਾਨੂੰ ਹੁਣ ਕਿਉਂ ਲੱਗਦਾ ਵੀ ਤੁਹਾਡੀ ਸਰਕਾਰ ਦੁਬਾਰੇ ਆ ਸਕਦੀ? ਇਹ ਜਿਹਾ ਕੀ ਦੱਸਣ ਲੱਗ ਗਿਆ ਤੁਹਾਨੂੰ? ਨਹੀਂ, ਇੱਕ ਤਾਂ ਵਿਕਾਸ, ਜਿਹੜੀ ਇਹ ਗੱਲ ਵਿਕਾਸ ਦੀ ਕਰਦੇ ਆ ਨਾ, ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤਾ ਵਿਕਾਸ ਮੂੰਹੋਂ ਬੋਲਦਾ। ਚਾਹੇ ਤੁਸੀਂ ਕਿਸੇ ਵਰਗ ਦਾ ਲੈ ਲਓ, ਕਿਸੇ ਪਿੰਡ ਦਾ ਵਿਕਾਸ ਲੈ ਲਓ, ਕਿਸੇ ਇੱਕ ਨਿੱਜੀ ਪੱਧਰ ਤੇ ਇੱਕ ਵਿਅਕਤੀ ਨੂੰ ਪੁੱਛ ਸਕਦੇ ਹੋ ਤੁਸੀਂ, ਅੰਕੜੇ ਬੋਲਦੇ ਆ ਵਿਕਾਸ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ। ਬੇਸ਼ੱਕ ਉਦੋਂ ਸਾਡੀ ਸਾਂਝ ਆ ਜਿਹੜੀ ਉਹ ਬੀਜੇਪੀ ਨਾਲ ਸੀ, ਪਰ ਜੋ ਵਿਕਾਸ ਉਦੋਂ ਕੀਤਾ ਕਹਿਣੀ ਤੇ ਕਰਨੀ ਦੇ ਪੂਰੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ। ਜਿਹੜੀ ਗੱਲ ਕਹਿਤੀ ਉਹ ਪੂਰੀ ਕੀਤੀ ਹਮੇਸ਼ਾ। ਲੋਕਾਂ ਦੇ ਹਮਦਰਦ ਹੋਏ ਨੇ ਹਮੇਸ਼ਾ। ਕਿਸਾਨਾਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਕਿਸਾਨਾਂ ਤੋਂ ਉਪਜੀ ਆ ਤੇ ਸਾਰੇ ਵਰਗ ਦੇ, ਚਾਹੇ ਉਹ ਸ਼ਾਹੂਕਾਰ ਹੋਣ, ਚਾਹੇ ਆੜ੍ਹਤੀਏ ਹੋਣ, ਚਾਹੇ ਮਜ਼ਦੂਰ ਹੋਣ, ਚਾਹੇ ਸ਼ਹਿਰ ਵਾਸੀ ਹੋਣ, ਸਾਰਿਆਂ ਨੂੰ ਇੱਕਤਾ ਦੇ ਨਾਲ ਲੈ ਕੇ ਚੱਲਿਆ ਸਰਦਾਰ ਸੁਖਬੀਰ ਸਿੰਘ ਬਾਦਲ। ਇੱਕ ਜੋ ਗੱਲ ਹੋਈ, ਜੋ ਕੁਤਾਹੀ ਹੋਈ, ਜਿਹਦਾ ਅਸੀਂ ਤਾਂ ਜ਼ਿੰਦਗੀ ਪਛਤਾਵਾ ਕਰਦੇ ਹਾਂ, ਜੋ ਉਸ ਸਮੇਂ ਬੇਅਦਬੀ ਹੋਈ। ਬੇਅਦਬੀ ਕੋਈ ਆਪਦੇ ਰਾਜ 'ਚ ਜਾਂ ਆਪਦੇ ਸ਼ਹਿਰ 'ਚ ਆਪਦਾ ਕੋਈ ਪ੍ਰਧਾਨ ਜਾਂ MC ਕੋਈ ਕਰਵਾ ਕੇ ਰਾਜੀ ਨਹੀਂ ਹੁੰਦਾ। ਕਿਸੇ ਸਾਜ਼ਿਸ਼ ਨੇ, ਦੂਜੀਆਂ ਪਾਰਟੀਆਂ ਨੇ ਸਾਜ਼ਿਸ਼ ਰਚ ਕੇ ਜੋ ਬੇਇੱਜ਼ਤੀ ਕਰਵਾਈ, ਬੇਅਦਬੀ ਦਾ ਜੋ ਮਾਮਲਾ ਬਣਿਆ, ਜੋ ਜਾਂਚ ਸ਼ੁਰੂ ਹੋ ਗਈ ਸੀ ਔਰ ਬਾਕੀ ਪਾਰਟੀਆਂ ਨੇ ਮੰਗ ਕੀਤੀ ਕਿ ਉਹ ਮੰਗ ਕਰਵਾਈ ਜਾਵੇ ਤੁਸੀਂ CBI ਤੋਂ, ਜੋ ਇੱਕੋ ਹੀ ਏਜੰਸੀ ਹੈ ਜਿਹੜੀ ਉਹ ਜਾਂਚ ਕਰ ਸਕਦੀ ਹੁੰਦੀ ਹੈ। ਜਾਂਚ CBI ਕੋਲੇ ਚੱਲ ਗਈ, ਉਹ ਡਿਲੇ ਹੋ ਗਈ। ਲੋਕਾਂ ਨੂੰ ਸਿਰਫ ਤੇ ਸਿਰਫ ਇੱਕ ਧਾਰਮਿਕ ਲੈਵਲ ਤੇ ਸਿਆਸਤ ਕੀਤੀ, ਹੋਰਾਂ ਸਾਰਿਆਂ ਨੇ ਰੋਟੀਆਂ ਸੇਕ ਕੇ ਲੋਕਾਂ ਨੂੰ ਗੁੰਮਰਾਹ ਕੀਤਾ। ਹੋਰ ਇਸ ਤੋਂ ਸਿਵਾਇਆ ਸ਼੍ਰੋਮਣੀ ਅਕਾਲੀ ਦਲ ਨੇ ਨਾ ਕਦੇ ਕੋਈ ਗਲਤੀ ਕੀਤੀ ਆ, ਨਾ ਗਾਹਾਂ ਨੂੰ ਕਰੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਖੁਦ ਜੁੜ ਰਹੇ ਆ। ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਹੋਣਾ 6 ਲੱਖ ਦੇ ਕਰੀਬ ਇਕੱਠ ਹੋਇਆ ਮੋਗਾ ਦੀ ਧਰਤੀ ਤੇ। ਜਿੱਥੇ ਕਿਤੇ ਜਾਂਦੇ ਆ, ਜੇ ਕਾਲ ਦਿੰਦੇ ਆ 15 ਜਣਿਆਂ ਦੀ ਅਸੀਂ ਕਹਿੰਦੇ ਆ ਉਮੀਦ ਕਰਦੇ ਆ, ਤਾਂ ਉੱਥੇ 30-30 ਬੰਦੇ ਲੋਕ ਪਹੁੰਚਦੇ ਆ। ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਦੇਖ ਕੇ ਸਾਨੂੰ ਇਹ ਬਿਲਕੁਲ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਾਡੀ ਜਿਹੜੀ ਸਾਂਝ ਹੈ ਉਹ ਜਿੱਥੇ ਪਹਿਲਾਂ BJP ਨਾਲ ਸੀ, ਉੱਥੇ ਹੁਣ ਪੂਰੀ ਹਮਦਰਦ ਪਾਰਟੀ ਜਿਹੜੀ ਗਰੀਬਾਂ ਦੀ ਪਾਰਟੀ ਹੈ, ਬਹੁਜਨ ਸਮਾਜ ਪਾਰਟੀ, ਉਹਦੇ ਨਾਲ ਸਾਡੀ ਸਾਂਝ ਹੋਈ ਹੈ। ਉਹਦੇ ਨਾਲ ਸਾਨੂੰ ਬਹੁਤ ਵੱਡਾ ਬਲ ਮਿਲਿਆ, ਚਾਹੇ ਉਹ ਦੁਆਬਾ ਖੇਤਰ 'ਚ ਹੋਵੇ, ਚਾਹੇ ਸਾਡੇ ਖੇਤਰ 'ਚ ਹੋਵੇ। ਉਹਨਾਂ ਦੀ ਜਿਹੜੀ ਪੈਟ ਵੋਟ ਹੈ, ਪੱਕੀ ਵੋਟ ਹੈ ਔਰ ਸਹੀ ਵੋਟ ਹੈ, ਜਿਹੜਿਆਂ ਨੇ ਬੜੀ ਤਰਾਸ ਦੀ ਹੰਢਾਈ ਹੈ ਬੜੇ ਸਾਲਾਂ ਤੋਂ। ਔਰ ਅਸੀਂ ਇਹ ਮੰਨਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ 2022 ਵਿੱਚ ਹਰ ਹਾਲਤ 'ਚ ਬਣੂਗੀ। ਠੀਕ ਹੈ ਜੀ। ਵਰਿੰਦਰ ਜੀ, ਇੱਕ ਤੁਹਾਡੀ ਸਰਕਾਰ ਜਦੋਂ ਆਈ ਸੀ ਬਹੁਤ ਵੱਡਾ ਮੁੱਦਾ ਉੱਠਿਆ ਸੀਗਾ, ਇੱਕ ਤਾਂ ਬੇਅਦਬੀ ਦਾ ਸੀ ਤੇ ਇੱਕ ਨਸ਼ਿਆਂ ਦਾ ਸੀ। ਨਸ਼ੇ ਹਜੇ ਵੀ ਉਸੇ ਤਰ੍ਹਾਂ ਮਾਰੋ ਮਾਰ ਚੱਲ ਰਹੇ ਆ। ਲੋਕ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ,
ਵੀ ਆਪਣੇ ਤੁਹਾਡੇ ਭੁੱਚੋ ਮੰਡੀ ਦੇ ਵਿੱਚ ਚੌਂਕੀ ਦੇ ਸਾਹਮਣੇ 2 ਵਾਰੀ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣ ਦੇ ਸੰਬੰਧ 'ਚ ਧਰਨੇ ਵੀ ਲੱਗ ਚੁੱਕੇ ਆ। ਮੰਡੀ ਦੇ ਵਿੱਚ ਕੁਝ ਨੌਜਵਾਨਾਂ ਦੀ ਮੌਤ ਵੀ ਹੋਈ ਆ ਨਸ਼ਾ ਓਵਰਡੋਜ਼ ਨਾਲ। ਤੁਹਾਨੂੰ ਕੀ ਲੱਗਦਾ ਵੀ ਨਸ਼ੇ ਦੇ ਮੁੱਦੇ ਤੇ ਕੋਈ ਕੰਮ ਹੋਇਆ ਜਾਂ ਨਹੀਂ ਹੋਇਆ? 10 ਸਾਲ ਮਜੀਠੀਏ ਨੇ ਨਸ਼ਾ ਵੇਚਿਆ ਤੇ 10 ਸਾਲ ਪੰਜਾਬ ਦੇ ਵਿੱਚ ਫੈਲਾਇਆ। ਹੁਣ ਉਹਨੂੰ ਗੰਦਗੀ ਨੂੰ ਸਾਫ਼ ਕਰਨ ਤੇ ਪੱਲਾ ਸਾਡਾ ਵਾਲਾ ਕੈਪਟਨ ਬਾਦਲ ਨਾਲ ਰਲਿਆ ਹੋਇਆ ਸੀ, ਤਾਂ ਹੀ ਉਹਨੂੰ ਪਤਾ ਕੀਤਾ ਜੀ। ਉਹਨੇ ਸੌਹਾਂ ਝੂਠੀਆਂ ਸੌਹਾਂ ਖਾਧੀਆਂ, ਕੰਮ ਨਹੀਂ ਕਰਿਆ। ਉਹਨੂੰ ਲਾਂਭੇ ਸਾਡੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਨੈਸ਼ਨਲ ਪਾਰਟੀ ਹੈ, ਉਹ ਵਰਕਰਾਂ ਦੀ ਤੇ ਐਮਐਲਏ ਵਗੈਰਾ ਦੀ ਸਭ ਦੀ ਗੱਲ ਸੁਣਦੇ ਆ। ਜੋ ਉਹਨਾਂ ਨੇ ਰੌਲਾ ਪਾਏ ਵੇ ਤਾਂ ਬਾਦਲ ਨਾਲ ਰਲਿਆ ਹੋਇਆ, ਸਾਰਾ ਨਸ਼ਾ ਫੇਰ ਚੱਲੀ ਜਾਂਦਾ। ਹੁਣ ਇਹ ਵੀ 10 ਸਾਲ ਦੀ ਗੰਦਗੀ ਹੈ ਜਿਹੜੀ 14 ਸਾਲ ਦੀ ਕਹਿ ਸਕਦੇ ਆ ਵੀ 4 ਸਾਲ ਉਹਨੇ ਨਹੀਂ ਕੁਛ ਕਰਿਆ, ਬਾਦਲ ਨਾਲ ਰਲਿਆ ਹੋਇਆ ਸੀ। ਹੁਣ 6 ਮਹੀਨਿਆਂ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਅਸੀਂ ਸਾਫ਼ ਹੋ ਸਕਦੇ ਕਰੀ ਜਾਂਦੇ ਆ। ਬਾਕੀ ਅਸੀਂ ਉਮੀਦ ਕਰਦੇ ਹਾਂ ਵੀ ਸਾਡੀ ਜੇ ਸਰਕਾਰ ਅਗਲੀ ਸਾਨੂੰ ਬਣਾਊ, ਪੰਜਾਬ ਦੀ ਜੋ ਆਵਾਮ ਹੈ ਉਹ ਜੇ ਸਾਡੀ ਸਰਕਾਰ ਬਣਾਊਗੀ, ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਇੱਕ ਵੀ ਨਸ਼ਾ ਤਸਕਰ ਜਾਂ ਇੱਕ ਵੀ ਕੋਈ ਨਸ਼ਾ ਵੇਚਣਾ ਨਹੀਂ ਰਹਿਣ ਦੇਵਾਂਗੇ। ਅਸੀਂ ਇਹੀ ਵਿਸ਼ਵਾਸ ਦਿਵਾ ਸਕਦੇ ਹਾਂ। 14 ਸਾਲਾਂ ਦੇ ਬਾਅਦ ਹੁਣ ਦੇਖੋ ਸਰ, ਜੇ ਆਪਾਂ ਭੁੱਚੋ ਮੰਡੀ ਦੀ ਗੱਲ ਕਰਗੇ, ਤੁਸੀਂ 6 ਮਹੀਨੇ ਕਹਿ ਰਹੇ ਹੋ ਵੀ 6 ਮਹੀਨੇ ਹੋਇਆ ਨਵੀਂ ਸਰਕਾਰ ਤੁਹਾਡੇ ਨਵਾਂ ਮੁੱਖ ਮੰਤਰੀ ਬਣੇ ਨੂੰ। 6 ਮਹੀਨੇ ਚ ਭੁੱਚੋ ਮੰਡੀ ਚ ਕਿੰਨੇ ਬੰਦਿਆਂ ਤੇ ਕੇਸ ਪਰਚੇ ਵਾਲੇ? ਭੁੱਚੋ ਮੰਡੀਆਂ ਦੇ ਭੁੱਚੋ ਮੰਡੀ ਮੈਂ ਦੱਸ ਤੁਹਾਨੂੰ ਕਿੰਨੇ ਬੜੇ ਅੱਜ ਜੋ ਨਗਰ ਕੌਂਸਲ ਪ੍ਰਧਾਨ ਭੁੱਚੋ ਮੰਡੀ ਜੋਨੀ ਬਾਂਸਲ 25 ਬੰਦਿਆਂ ਦੇ ਮੈਂ ਪਰਚਾ ਕਰਾਇਆ ਨਸ਼ੇ ਵਾਲੇ ਦੇ। ਚੌਂਕ ਦੇ ਵਿੱਚ ਖੜ ਕੇ ਜਿੱਥੇ ਧਰਨਾ ਲੱਗਿਆ ਸੀ ਉਹ ਮੈਂ ਅੰਦਰ ਆ ਜਾ ਕੇ ਅੱਜ ਪਤਾ ਕਰ ਲਓ, ਉਹਨੂੰ 2 ਸਾਲ ਦੀ ਕੈਦ ਹੋਈ ਹੈ ਜਿੱਥੇ ਧਰਨਾ ਲੱਗਿਆ ਸੀ। ਐਮਸੀ ਵਿੱਚ ਸੀ ਉਹਨੂੰ ਕੈਪਟਨ ਸਰਕਾਰ ਤੋਂ ਪਹਿਲਾਂ। ਭੁੱਚੋ ਮੰਡੀ 'ਚ ਕੀ ਕਹਿਣਗੇ? ਸਾਨੂੰ ਲੋਕਾਂ ਨੇ, ਜਨਤਾ ਨੇ ਸਾਨੂੰ ਦੱਸਿਆ ਹੀ ਹੈ 500 ਵੋਟਾਂ ਤੇ ਇਹਨਾਂ ਨੂੰ ਹਰਵਾਏ ਆ। ਜੇ ਲੋਕਾਂ ਨੇ ਸਾਨੂੰ ਫਰਕ ਪਾਇਆ ਤਾਂ ਹੀ 500 ਵੋਟਾਂ ਤੇ ਹਰੇ ਆ। ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਫਿਰ ਲੋਕ ਵੋਟਾਂ ਨੂੰ ਪਾਉਂਦੇ। ਸਾਡਾ ਖੁੱਲਾ ਚੈਲੰਜ ਹੈ, ਕੋਈ ਬੰਦਾ ਜਾ ਕੇ ਬਸਤੀ 'ਚ ਪੁੱਛ ਲੇ, ਕੋਈ ਜਾ ਕੇ ਗਲੀ 'ਚ ਪੁੱਛ ਲੇ, ਸੀਵਰ ਦਾ ਕਿੰਨਾ ਬੁਰਾ ਹਾਲ ਸੀ, ਸੀਵਰ ਦਾ ਪੁੱਛ ਲੈ, ਕੋਈ ਪਾਰਕ ਪੁੱਛ ਲੇ, ਕੋਈ ਗਲੀ ਪੁੱਛ ਲੇ। ਅਸੀਂ ਇੱਕ ਤਰਫਾ ਕੰਮ ਕੀਤਾ, ਜਮਾ ਕੋਈ ਰੋਲ ਕੀਤਾ, ਕੋਈ ਜਾ ਕੇ ਹੱਥ ਖੜਾ ਕਰਕੇ ਮੇਰਾ ਕੰਮ ਨਹੀਂ ਹੋਇਆ। ਕੋਈ ਸਾਡੇ ਕੋਲ ਬੰਦਾ ਆਮ ਜਨਤਾ ਹੈ ਪਰਚਾ ਹੋਇਆ ਦੱਸੇ ਕੋਈ ਬੰਦਾ ਕੋਈ ਕਿਸੇ ਧੱਕਾ ਕੀਤਾ ਹੋਵੇ? ਹਾਂਜੀ ਕਾਕਾ ਜੀ, ਤੁਹਾਨੂੰ ਲੱਗ ਰਿਹਾ ਵੀ ਨਸ਼ਿਆਂ ਦੇ ਮੁੱਦੇ ਤੇ ਕੰਮ ਹੋਇਆ ਜਾਂ ਹੋ ਰਿਹਾ? ਇਹਦਾ ਜੀ ਪਬਲਿਕ ਨੂੰ ਵੀ ਪਤਾ ਵੀ ਹੋਇਆ ਕਿ ਨਹੀਂ ਹੋਇਆ। ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਕਹਿਣ ਦੀ, ਪਬਲਿਕ ਨੂੰ ਪੁੱਛ ਲਓ, ਖੜੀ ਹੈ। ਮੈਂ ਨਹੀਂ ਦੇਣਾ ਜਵਾਬ। ਇਹਦੇ 2 ਵਾਰੀ ਫੋਨ ਆਇਆ, ਇਹਨੇ ਕਹਿੰਦੇ ਅੱਧੇ ਬੋਲ ਛੜਕ ਪਈ ਕਿ ਨਹੀਂ ਪਈ, ਇਹਦੇ ਬੋਲ ਤੇ ਲਾਈਟ ਲੱਗੀ ਕਿ ਨਹੀਂ ਲੱਗੀ। ਇਹਨੇ ਕਹਾ ਹਾਂਜੀ ਤੁਹਾਡੇ, ਤੁਸੀਂ ਪਿੰਡਾਂ 'ਚੋਂ ਆਏ ਹੋ, ਤੁਹਾਡੇ ਪਿੰਡਾਂ 'ਚ ਨਸ਼ਾ ਹੈ ਜਾਂ ਕਿੰਨਾ ਕਾ, ਜਾਂ ਉਹਦੇ ਤੇ ਕੋਈ ਕਾਰਵਾਈ ਹੋ ਰਹੀ ਆ? ਪੂਰਾ ਕਾਰਵਾਈ ਨਹੀਂ ਹੋ ਰਹੀ ਜੀ, ਸ਼ਰੇਆਮ ਵਿਕ ਰਿਹਾਗਾ, ਸ਼ਰੇਆਮ। ਹਰਕਿਸ਼ਨਪੁਰਾ। ਹਰਕਿਸ਼ਨਪੁਰਾ। ਕੀ ਨਾਮ ਆ ਤੁਹਾਡਾ? ਜਗਸੀਰ ਸਿੰਘ ਜੀ। ਹਾਂਜੀ, ਕੀ ਤੁਹਾਡੇ ਕਿੰਨਾ ਕੁ ਨਸ਼ਾ ਵਿਕਦਾ? ਆਮ ਹੀ ਵਾਧੂ ਆ ਜੀ, ਵੀ ਜਿੰਨਾ ਕ ਆਮ ਦੁਕਾਨ ਤੇ ਗੁੜ ਚਾਹ ਜਾਂ ਵਿਕਦਾ ਹੁੰਦਾ ਉਹਨਾਂ ਕ ਨਸ਼ਾ ਜਾਂ ਵੀ ਕੀ ਜਾਂਦਾਗਾ। ਤੁਸੀਂ ਕਦੇ ਕੋਈ ਕੰਪਲੇਂਟ ਕਰੀ ਕਿਸੇ ਨੂੰ? ਕੰਪਲੇਂਟ ਕਰਕੇ ਕੀ ਕਰਾਂਗੇ ਜੀ, ਕਿਉਂ? ਕੋਈ ਪੁੱਛਦੇ ਹੀ ਨਹੀਂ। ਤੁਹਾਡਾ ਕਿਹੜਾ ਪਿੰਡ ਬੱਚੇ? ਤੁੰਗ ਵਾਲੀ ਹੈ ਜੀ। ਤੁਹਾਡੇ ਨਸ਼ੇ ਦਾ ਕੀ ਹੈ? ਸਾਡੇ ਦਾ ਕੋਈ ਏਡਾ ਖਾਸ ਨਹੀਂ ਜੀ। ਖਾਸ ਨਹੀਂ। ਨਹੀਂ। ਤੇ ਇੱਕ ਹੋਰ ਹੈ ਜੀ, ਹਾਂਜੀ ਅਸੀਂ 70 ਸਾਲ ਹੋ ਗਏ ਹਾਂਜੀ ਹਾਂਜੀ ਵੀ ਸਾਨੂੰ ਜਿਵੇਂ ਜੋਕਾਂ ਖਾਈ ਜਾਂਦੀਆਂ ਹੁੰਦੀਆਂ ਨੇ, ਵੀ ਜਾਨਵਰ ਲਾ ਲਾ, ਪਸ਼ੂ ਲਾ ਲਓ, ਬੰਦਾ ਲਾ ਲਓ, ਤੁਰਿਆ ਤਾਂ ਫਿਰਦਾ ਉਹਨੂੰ ਖਾਈ ਜਾਂਦੇ ਰਹਿੰਦੇ ਆ। ਅਸੀਂ ਐਤਕੀ ਇੱਕ ਵਾਰੀ ਬਦਲਾਵ ਜਾ ਚਾਹੁੰਦੇ ਆਂਗੇ ਵੀ ਕੀ ਆ, ਵੀ ਐ ਸਮਝ ਲਗੇ ਵੀ ਮਾੜੀ ਆ, ਉਹ ਵੀ ਜੋਕ ਆ, ਵੀ ਨਵੀਂ ਜੋਕ ਦੇਖ ਲਗੇ। ਠੀਕ ਹੈ ਜੀ। ਮਰੇ ਤਾਂ ਹੈਗੀਆਂ, ਉਵੇਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਇੱਥੇ ਕੋਈ ਬੇਰੁਜ਼ਗਾਰ ਅਧਿਆਪਕਾਂ ਚੋਂ ਹੈ ਜੀ? ਟੋਟਲ ਆ ਜੀ। ਹਾਂਜੀ ਵੀਰ ਜੀ, ਤੁਹਾਡੇ ਜਿਹੜੇ ਵੈਸੇ ਤਾਂ ਕਾਂਗਰਸ ਵਾਲੇ ਨੇਤਾ ਜਿਹੜੇ ਹੈਗੇ ਉਹ ਦੱਸ ਹੀ ਚੁੱਕੇ ਆ ਵੀ ਅਸੀਂ ਕੱਚੇ ਕੰਮ ਨੂੰ ਪੱਕੇ ਕਰ ਰਹੇ ਹਾਂ, ਪਰ ਆ ਜਿਹੜੇ ਪਿਛਲੇ ਦਿਨੀ ਆਪਣਾ ਸੰਗਰੂਰ ਤੇ ਮਾਨਸਾ ਜਿਹੜੇ ਡਾਂਗ ਫਿਰੀ ਆ, ਤੁਹਾਨੂੰ ਕੀ ਲੱਗਦਾ ਤੁਹਾਨੂੰ ਪੱਕੇ ਕਰਨਗੇ, ਨੌਕਰੀਆਂ ਦਿੰਦੇ ਜਾਂ ਕੀ ਕਰਨਗੇ? ਨਹੀਂ, ਉਹ ਤਾਂ ਆਪਾਂ ਕਹਿੰਦੇ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਜੀ ਨਿਉ ਕੱਢਦੇ ਹੁੰਦੇ ਜੀ, ਉਹ ਬੱਚਿਆਂ ਦੀ ਹੁਣ ਦੇ ਫਿਊਚਰ ਹੈ ਜੀ ਨਿਉ ਪੱਟ ਰਹੇ ਉਹਦੀ। ਠੀਕ ਹੈ ਜੀ। ਕਿਉਂਕਿ ਪੰਜਾਬੀ ਸਾਹਿਤ ਅਕਾਦਮੀ ਵਾਲੇ ਜੀ ਕੱਲੇ ਕਲੋਈਆਂ ਤੇ ਨਾਮ ਲੈ ਕੇ ਪਾਸੇ ਹੋ ਜਾਂਦੇ ਜੀ। ਐਸਐਸਟੀ ਪੰਜਾਬੀ ਟੀਚਰ ਕੋਈ ਨਹੀਂ ਹੈਗਾ ਜੀ, ਕਿਉਂਕਿ ਹੁਣ ਇਸ ਆਪਣਾ ਕਾਰਪੋਰੇਸ਼ਨ ਬੈਂਕ ਵਿੱਚ ਇੰਸਪੈਕਟਰ ਪੋਸਟਾਂ ਨਿਕਲੀਆਂ 320, ਉਹਦੇ ਵਿੱਚ ਗ੍ਰੈਜੂਏਸ਼ਨ ਦੇ ਨੰਬਰ ਰੱਖਤੇ 60% ਜੀ। ਠੀਕ ਹੈ ਜੀ। ਕਿਉਂਕਿ ਹੁਣ ਪ੍ਰਾਈਵੇਟ ਸਕੂਲ ਕਾਲਜ ਨਹੀਂ ਧੜਾਧੜ ਖੁੱਲੇ ਵੀ ਨਹੀਂ ਉੱਥੇ, ਮਤਲਬ ਜਿਵੇਂ ਵੀ ਹੈਗੇ ਆ ਸਰਟੀਫਿਕੇਟ ਦੇ ਨੰਬਰ ਦੇ ਦਿੰਦੇ ਜੀ, ਪਰ ਬੱਚਾ ਜਿਹੜਾ ਆਉਣ ਵਾਲਾ ਫਿਊਚਰ ਫੇਲ ਕਰ ਦਿੰਦੇ ਜੀ। ਉਹ ਨੰਬਰ ਅਸੈਸਮੈਂਟ ਹਰੇਕ। ਹੁਣ ਮੈਂ ਜੀ ਮਤਲਬ ਵੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਜੀ ਪ੍ਰਾਈਵੇਟ ਤੌਰ ਤੇ BA ਕੀਤੀ ਸੀ ਜੀ, ਦਿਨੇ ਕੰਮ ਕਰਦੇ ਸੀ, ਰਾਤ ਨੂੰ ਪੜ੍ਹਦੇ ਸੀਗੇ ਜੀ। ਠੀਕ ਹੈ ਜੀ। ਜਿਵੇਂ ਸੁਬਾਹ ਪੇਪਰ ਆ ਜੀ, ਅੱਧੇ ਦਿਨੋਂ ਆ ਕੇ ਕਣਕ ਵੱਢ ਕੇ ਆ ਕੇ ਫਿਰ ਕੰਮ ਕਰਨ ਉੱਥੇ ਪੜ੍ਹਨਾ ਜੀ, ਫਿਰ ਪੇਪਰ ਦੇਣਾ ਜੀ। ਹੁਣ ਸਾਡੀ ਅਸੈਸਮੈਂਟ ਨਹੀਂ ਲੱਗੀਆਂ ਜੀ, ਅਸੀਂ ਕਿਹਨੂੰ ਜਾ ਕੇ ਰੋਈਏ ਕਿੱਥੋਂ 60% ਨੰਬਰ ਪੂਰੇ ਕਰੀ। DC ਵਾਸਤੇ ਸਿਰਫ BA ਪਾਸ ਹੋਣੇ ਚਾਹੀਦੇ, 33% ਨੰਬਰ ਜੀ। ਇਹ ਹੁਣ ਇਹ ਕਿਹੜੇ ਇੰਸਪੈਕਟਰ ਹੋ ਗਏ DC ਤੋਂ ਤੋੜੀ ਹੋ ਗਏ ਵੀ ਇਹਦਾ 60% ਨੰਬਰ ਜ਼ਰੂਰੀ ਨੇ ਜੀ। ਉਹ 100 ਰੁਪਏ 'ਚ ਪੇਪਰ ਕੰਡਕਟ ਕਰਦੇ ਜੀ, ਇਹ 800 ਰੁਪਏ ਦੇ ਵਿੱਚ ਐਂਟਰੀ ਦੀਆਂ ਪੋਸਟਾਂ ਕੱਢੀਆਂ ਜੀ, ਉਹਦੇ ਵਿੱਚ 1200 ਰੁਪਏ ਫੀਸ ਭਰੀ ਸੀ, ਪੋਸਟ ਰੱਦ ਕਰਤੀਆਂ ਜੀ। ਟੀਚਰ ਪੰਜਾਬੀ ਕੁੱਟੀ ਜਾ ਰਹੇ ਨੇ ਜੀ। ਠੀਕ ਹੈ ਜੀ। ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਉੱਚੇ ਚੱਕਿਆ ਜਾ ਰਿਹਾ ਜੀ, ਤੇ ਜਿਹੜੇ ਆਪਣਾ ਸਰਕਾਰੀ ਸਕੂਲਾਂ ਨੂੰ ਜਮੀ ਡੈਮੇਜ ਕੀਤਾ ਜਾ ਰਿਹਾ। ਟੀਚਰ ਹੈ ਨਹੀਂ ਗੇ ਉੱਥੇ, ਕੱਲੀਆਂ ਬਿਲਡਿੰਗਾਂ ਰੰਗ ਰੂਗਣ ਕਰਕੇ ਵੀ ਥੋੜੀ ਉਹ ਹੁੰਦਾ ਜੀ।
ਕਹਿ ਰਹੇ ਆ ਜੀ ਬਾਈ ਜੀ ਬਹੁਤ ਪੜ੍ਹੇ ਲਿਖੇ ਆ ਤੇ ਬੇਰੁਜ਼ਗਾਰ ਆ, ਇਹ ਕਹਿ ਰਹੇ ਆ ਵੀ ਸਿੱਖਿਆ ਨੀਤੀ ਨੂੰ ਖਤਮ ਕੀਤਾ ਜਾ ਰਿਹਾ। ਵਰਿੰਦਰ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਪੰਜਾਬ ਸਰਕਾਰ ਸਿੱਖਿਆ ਵੱਲ ਧਿਆਨ ਕਿੰਨਾ ਕੁ ਦੇ ਰਹੀ ਆ? ਨਹੀਂ ਦੇਖੋ, ਸਕੂਲਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਸਕੂਲ ਕਿੰਨੇ ਡਿਵੈਲਪ ਹੋਏ ਨੇ, ਕਿੰਨੀ ਐਜੂਕੇਸ਼ਨ ਹਾਇਰ ਹੋ ਰਹੀ ਹੈ। ਮੈਨੂੰ ਪਤਾ ਲੱਗਿਆ ਵੀ ਜਿਵੇਂ ਪ੍ਰਾਈਵੇਟ ਸਕੂਲਾਂ 'ਚੋਂ 300-400 ਬੱਚਾ ਹਟ ਕੇ ਸਕੂਲਾਂ ਨੂੰ ਚਲਿਆ ਗਿਆ, ਸਰਕਾਰੀ ਸਕੂਲਾਂ ਨੂੰ ਚਲਿਆ ਗਿਆ। ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਉੱਥੇ ਜੇ ਕੋਈ ਬੜੇ ਲੈਵਲ ਦਾ ਕੋਈ ਹੋ ਸਕਦਾ, ਕੋਈ ਇਹ ਕਹਿੰਦੇ ਹੋਣੇ ਵੀ, ਮੈਂ ਕਹਿੰਦਾ ਕਹਿੰਦੇ ਹੋਣਗੇ, ਉਹਦਾ ਹੋਰ ਸੁਧਾਰ ਹੋਏਗਾ। ਪੰਜਾਬ 'ਚ ਸਿੱਖਿਆ ਦੇ ਵਿੱਚ ਪਹਿਲੇ ਨੰਬਰ 'ਚ ਆਇਆ ਇੰਡੀਆ ਦੇ ਵਿੱਚੋਂ ਪੰਜਾਬ, ਜੋ ਆਪਣਾ ਜੇ ਕੁਝ ਕਰਿਆ ਤਾਂ ਹੀ ਆਇਆ ਜੀ। ਨਹੀਂ ਸਹੀ ਗੱਲ ਹੈ ਜੀ। ਸਾਡੇ ਬੱਚੇ ਹੁਣ ਹਟ ਕੇ ਜਿਹੜੇ ਪ੍ਰਾਈਵੇਟ, ਅਸੀਂ ਗੋਬਿੰਦਪੁਰਾ ਤੋਂ ਬੋਲਦੇ ਹਾਂ ਜੀ, ਬੂਟਾ ਸਿੰਘ ਮੇਰਾ ਨਾਮ। ਮੇਰੇ ਬੱਚੇ ਆ ਜਿਹੜੇ ਪ੍ਰਾਈਵੇਟ 'ਚ ਹਟਾ ਕੇ ਖੁਦ ਹੀ ਚੱਲ ਕੇ ਦੇਖ ਲਓ, ਅਸੀਂ ਆਪਦੇ ਲਵਾਇਆ ਜੀ ਬੱਚੇ। ਹਾਂ ਖੁਦ ਲਵਾਇਆ ਜੀ। ਆਪਦੇ ਬੱਚੇ ਵਧੀਆ ਪੜ੍ਹਦੇ ਆ, ਪਹਿਲੇ ਨੰਬਰ ਤੇ। ਵੀ ਸਰਕਾਰੀ ਸਕੂਲ ਆ ਜਿਹੜੇ ਉਹ ਵਧੀਆ ਕਿ ਪ੍ਰਾਈਵੇਟ ਨਾਲੋਂ? ਉਹ ਪ੍ਰਾਈਵੇਟ ਨੂੰ ਵਧੀਆ ਸਰਟੀਫਿਕੇਟ ਦਿੱਤੇ ਜਿਨ੍ਹਾਂ ਨੇ ਸਾਨੂੰ ਰੀਜਨਲ ਸਰਟੀਫਿਕੇਟ। ਜੇ ਬੱਚੇ ਨੂੰ ਅੱਜ ਕੋਈ ਨੌਕਰੀ ਦੀ ਲੋੜ ਪਊ ਤਾਂ ਸਰਕਾਰੀ ਸਰਟੀਫਿਕੇਟ ਲੱਗੂਗਾ ਜੀ ਪਹਿਲਾਂ। ਪ੍ਰਾਈਵੇਟ ਨਾਲ ਉਹ ਤਾਂ ਬੱਚਿਆਂ ਨੂੰ ਉਹ ਵੀ ਪੜ੍ਹਾ ਸਕਦਾ ਜਿਹੜਾ ਮਤਲਬ ਪੈਸੇ ਵਾਲਾ ਬੰਦਾ ਹੈ, ਗਰੀਬ ਬੰਦਾ ਤਾਂ ਚੰਨੀ ਸਾਹਿਬ ਦੇ ਕਹਿਣ ਮੁਤਾਬਕ ਜਿਵੇਂ ਉਹ ਕਰ ਰਹੇ ਨੇ ਸਕੂਲ ਐਜੂਕੇਸ਼ਨ ਨੂੰ ਤੇ ਹੈਲਥ ਨੂੰ ਹੋਰ ਡਿਵੈਲਪ ਕਰ ਰਹੇ ਨੇ, ਜਿੰਨਾ ਉਹਦੀ ਲੋਕਾਂ ਨੂੰ ਲੋੜ ਹੈ ਸਮੇਂ ਮੁਤਾਬਕ ਵੀ ਹੈਲਥ ਵਧੀਆ ਹੋਵੇ ਤੇ ਐਜੂਕੇਸ਼ਨ ਵਧੀਆ ਹੋਵੇ। ਉਹ ਪੂਰਾ ਪ੍ਰੋਸੈਸ ਦੇ ਵਿੱਚ ਨੇ। ਆ ਤੁਹਾਡੇ ਸਾਹਮਣੇ ਰਿਜ਼ਲਟ ਦੇ ਰਹੇ ਨੇ ਵੀ ਸਕੂਲ ਤੁਸੀਂ ਆਪ ਜਾ ਕੇ ਦੇਖੋ, ਸਕੂਲ ਕਿੰਨੇ ਅਪਗ੍ਰੇਡ ਹੋਏ ਨੇ। ਆਪਣਾ ਹਾਈ ਸੈਕੰਡਰੀ ਹੋ ਗਏ ਕਿ ਕੋਈ ਸਕੂਲ ਨਹੀਂ। ਦੇਖੋ ਜੀ ਪੰਜਾਬ ਵਾਸੀ ਤਾਂ ਇਹ ਵੀ ਕਹਿ ਰਹੇ ਵੀ ਸਕੂਲਾਂ ਨੂੰ ਰੰਗ ਰੋਗਨ ਤਾਂ ਕਰਤਾ, ਪਰ ਟੀਚਰ ਹੈ ਨਹੀਂ ਉੱਥੇ। ਨਹੀਂ ਬਹੁਤ ਟੀਚਰ ਹੀ ਜਾ ਕੇ ਪਤਾ ਕਰੋ ਤੁਸੀਂ। ਟੀਚਰ ਸਾਡੇ ਹੈਗਾ ਹੀ ਫੁੱਲ ਜਮਾ, ਜਾ ਕੇ ਕੈਮਰਾ ਲੈ ਜਾਓ ਤੁਸੀਂ, ਉੱਥੇ ਟੀਚਰ ਫੁੱਲ ਬਟਾ ਫੁੱਲ ਹੈ, ਬਿੰਦੇ ਚੈਕਿੰਗ ਹੁੰਦੀ ਹੈ ਸਾਡੀ ਬੱਚਿਆਂ ਦੀ। ਤੇ ਸਾਡੇ ਦੋ ਬਣਾਏ ਹੋਏ ਸਰਕਾਰੀ ਸਕੂਲਾਂ 'ਚ ਕਿਵੇਂ ਜਾਂਦੇ? ਇੱਕ ਬੇਨਤੀ ਤਾਂ ਹੈਗੀ ਬੇਟਾ ਜੀ, ਜੇ ਤੁਹਾਡੀ ਸਰਕਾਰ ਆਉਂਦੀ ਆ, ਜਿਹੜਾ ਸਭ ਤੋਂ ਅਹਿਮ ਮੁੱਦਾ ਨਸ਼ੇ ਤੇ ਬੇਅਦਬੀ, ਇਸ ਤੇ ਤੁਸੀਂ ਕੀ ਕੰਮ ਕਰੋਗੇ? ਜਿੱਥੇ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤੁਸੀਂ ਉੱਥੇ ਰਾਜਾਂ 'ਚ ਜਾ ਕੇ ਦੇਖ ਲਓ, ਯੂਪੀ 'ਚ ਜਾ ਕੇ ਦੇਖੋ, ਯੋਗੀ ਸਾਹਿਬ ਨੇ ਨਸ਼ਾ ਤੇ ਗੈਂਗਸਟਰ ਨੂੰ ਸਾਫ਼ ਕੀਤਾ। ਸਾਡੇ ਰਾਜਾਂ ਦੀ ਸਰਕਾਰ ਦੇ ਵਿੱਚ ਕਦੇ ਵੀ ਨਸ਼ਾ ਨਹੀਂ ਵਿਕੂਗਾ। ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਵੀ ਨਸ਼ੇ ਦੇ ਵਿੱਚ ਨੌਜਵਾਨ ਲਿਪਤ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਮਾਂ-ਬਾਪ ਦਾ ਜਦੋਂ ਇਕਲੌਤਾ ਪੁੱਤਰ ਨਸ਼ੇ ਦੀ ਮਾਰ ਦੇ ਵਿੱਚ ਆ ਜਾਂਦਾ ਤਾਂ ਸਰਕਾਰਾਂ ਦਾ ਫਰਜ਼ ਬਣਦਾ ਕਿ ਉਸ ਦੀ ਸੰਭਾਲ ਹੋਵੇ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਰਕਾਰ ਨਹੀਂ ਆਈ ਕਿ ਜਿਹੜਾ ਨਸ਼ਾ ਖਤਮ ਕਰ ਸਕੇ। ਉਪਰਾਲਾ ਸਭ ਨੇ ਕੀਤਾ, ਨਸ਼ਾ ਖਤਮ ਨਹੀਂ ਹੋਇਆ। ਕਿਉਂਕਿ ਔਰ ਜਿਹੜੀ ਗੱਲ ਮੈਂ ਕਰਦਾ ਵੀ ਭਾਰਤੀ ਜਨਤਾ ਪਾਰਟੀ ਦੀ ਇਹ ਸਰਕਾਰ ਇੱਥੇ ਬਣੂਗੀ, ਨਾ ਭ੍ਰਿਸ਼ਟਾਚਾਰ, ਨਾ ਭੈ, ਨਾ ਨਸ਼ਾ, ਐਨ ਬਿਲਕੁਲ ਪੀਸਫੁਲ। ਸਾਡੇ ਸਾਰੇ ਰਾਜਾਂ ਦੇ ਤੁਸੀਂ ਜਾ ਕੇ ਦੇਖ ਲਓ, ਹਿੰਦੁਸਤਾਨ ਦੇ ਕਿੰਨੇ ਰਾਜ ਹੈ, ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਉੱਥੇ ਨਸ਼ੇ ਦੀ ਕੋਈ ਸ਼ਿਕਾਇਤ ਨਹੀਂ ਮਿਲੂਗੀ। ਔਰ ਜਿਹੜਾ ਇਹ ਮੇਰੀ ਵੀ ਗੱਲ ਸੁਣੋ ਜੀ, ਜਿਹੜਾ ਬੇਅਦਬੀ ਦਾ ਮਸਲਾ ਹੈ ਜੀ, ਇਹ ਤੁਹਾਡੇ ਕੋਲੇ ਵੀ ਹੋਣਾ ਕੋਈ ਗੱਲ। ਹਾਂਜੀ ਗੁਰਲਾਲ ਜੀ, ਤੁਸੀਂ ਵੈਸੇ ਤੁਹਾਡੀ ਇਹ ਗੱਲ ਮੰਨ ਹੀ ਲਈ ਵੀ ਸਾਡੀ ਸਰਕਾਰ 'ਚ ਇੱਕੋ ਹੀ ਬਹੁਤ ਵੱਡੀ ਭੁੱਲ ਜਾਂ ਗਲਤੀ ਹੋਈ ਹੈਗੀ, ਉਹਨੂੰ ਜੇ ਤੁਹਾਡੀ ਸਰਕਾਰ ਆਉਂਦੀ ਉਹਨੂੰ ਸੁਧਾਰਨ ਵਾਸਤੇ ਤੁਸੀਂ ਕੀ ਕਰੋਗੇ? ਬਿਲਕੁਲ ਜੀ, ਜੋ ਵੀ ਕੋਈ ਕਿਸੇ ਵੀ ਥਾਂ ਤੇ ਬੇਅਦਬੀ ਪਹਿਲਾਂ ਕਦੇ ਹੋਈ ਹੈ ਜਾਂ ਅੱਗੇ ਤੋਂ ਕੋਈ ਸਿਰ ਚੁੱਕ ਕੇ ਇਹ ਜੀ ਗੱਲ ਕਰ ਹੀ ਨਹੀਂ, ਕਰਨ ਦਾ ਹਿੰਮਤ ਹੀ ਨਹੀਂ ਕਰ ਸਕੂਗਾ, ਐਸੀ ਉਹਨੂੰ ਸਜ਼ਾ ਦਿੱਤੀ ਜਾਊਗੀ ਹਰ ਕਿਸੇ ਥਾਂ ਤੇ। ਔਰ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਜਿਵੇਂ ਬੀਜੇਪੀ ਵਾਲਿਆਂ ਨੇ ਕਹਿਤਾ, ਕਾਂਗਰਸ ਵਾਲਿਆਂ ਨੇ ਕਹਿਤਾ, ਇੱਕ ਕੋਈ ਬੋਰਡ ਬਦਲ ਕੇ ਨਾ, ਕਿ ਪਹਿਲਾਂ ਦਫ਼ਤਰ ਸੀਗਾ ਮਾਰਕੀਟ ਕਮੇਟੀ ਦਾ, ਉਹ ਪੁਰਾਣੀ ਬਿਲਡਿੰਗ ਹੋ ਗਈ, ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ, ਉਦੋਂ ਬਿਲਡਿੰਗ ਤਿਆਰ ਹੋ ਗਈ ਤੇ ਜਦੋਂ ਬਿਲਡਿੰਗ ਉਹ ਬਣਾਤਾ ਦਫ਼ਤਰ, ਉਹਦੇ ਮੂਹਰੇ ਲਿਖਤਾ ਮਾਡਰਨ ਦਫ਼ਤਰ। ਸਰਕਾਰੀ ਸਕੂਲ ਦੇ ਸਿਰਫ ਗੇਟ ਬਣਾ ਕੇ ਉੱਤੇ ਫੱਟਾ ਲਾਤਾ, ਉਹਦੇ ਅੱਗੇ ਲਿਖਤਾ ਇਹ ਜੀ ਜਿਹੜਾ ਸਕੂਲ ਹੈ ਉਹ ਸਮਰਾਟ ਸਕੂਲ ਬਣ ਗਿਆ। ਫੱਟੇ ਬਦਲਣ ਨਾਲ ਕੰਮ ਨਹੀਂ ਬਦਲਦੇ ਹੁੰਦੇ। ਸਰਕਾਰੀ ਸਕੂਲਾਂ ਦਾ ਮਿਆਰ ਬਹੁਤ ਸਾਰੇ ਸਕੂਲਾਂ ਦਾ, ਕਿਉਂਕਿ ਬਠਿੰਡੇ ਦੇ ਨੇੜੇ ਹੋਣ ਕਰਕੇ ਟੀਚਰਾਂ ਦੀ ਪੂਰਤੀ ਹੈਗੀ ਆ, ਪਰ ਜੋ ਹਾਲਾਤ ਤੁਸੀਂ ਦੇਖਿਆ ਹੋਊਗਾ ਕਿ ਬਾਦਲ ਸਾਹਿਬ ਨੇ ਮੈਰੀਟੋਰੀਅਸ ਸਕੂਲ ਬਣਾਇਆ, ਯੂਨੀਵਰਸਿਟੀਆਂ ਇੱਕ ਜ਼ਿਲ੍ਹੇ 'ਚ 3 ਬਣਾਈਆਂ। ਤੁਸੀਂ ਹੁਣ ਕੋਈ ਸ਼ੋਅ ਕਰ ਦਿਓ ਬਠਿੰਡੇ 'ਚ ਕੋਈ ਯੂਨੀਵਰਸਿਟੀ ਹੋਈ ਬਣੀ, ਕੋਈ ਕਾਲਜ ਨਵਾਂ ਬਣਾਇਆ, ਕੋਈ ਮੈਰੀਟੋਰੀਅਸ ਸਕੂਲ ਬਣਾਇਆ, ਕੋਈ ਆਦਰਸ਼ ਸਕੂਲ ਜਿਹਦੀ ਨਵੀਂ ਬਿਲਡਿੰਗ ਸ਼ੁਰੂ ਕਰਕੇ ਉਹਦਾ ਓਪਨਿੰਗ ਕਰਕੇ ਉਦਘਾਟਨ ਕੀਤਾ ਹੋਵੇ, ਕੋਈ ਐਸਾ ਬਣਾਇਆ ਕਿਸੇ ਖੇਤਰ ਦੇ ਵਿੱਚ? ਉਹਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਜਿਹੜੀ ਹੁੰਦੀ ਹੈ ਬਹੁਤ ਜਿਹੜੀਆਂ ਲੋੜ ਹੁੰਦੀ ਹੈ, ਵਜੀਫਾ ਇਹਨਾਂ ਨੇ ਬੰਦ ਕੀਤਾ ਅਨੁਸਾਰ। ਕੁੜੀਆਂ ਨੂੰ ਸਾਈਕਲ ਦਿੱਤੇ ਜਾਂਦੇ ਸੀ ਮਾਈ ਭਾਗੋ ਸਕੀਮ ਤਹਿਤ, +2 ਤੱਕ ਦੀਆਂ ਸਾਰੀਆਂ ਕੁੜੀਆਂ ਨੂੰ, ਉਹ ਇਹਨਾਂ ਨੇ ਬੰਦ ਕੀਤੇ। ਵਜੀਫੇ ਜਿੱਥੇ ਦਿੱਤੇ ਜਾਂਦੇ ਸੀ, ਨਾਲ ਨਾਲ ਕਿਤਾਬਾਂ, ਸਕੂਲਾਂ ਦੇ ਵਿੱਚ ਖਾਣਾ, ਚਾਹੇ ਉਹ ਸੈਂਟਰ ਗਵਰਨਮੈਂਟ ਤੋਂ ਆਉਂਦਾ ਸੀ, ਉਸ ਤੋਂ ਬਾਅਦ ਜੇ 6 ਮਹੀਨੇ ਤੱਕ ਨਹੀਂ ਆਇਆ ਤਾਂ ਵੀ ਸਰਕਾਰ ਨੇ ਚਾਲੂ ਰੱਖਿਆ। ਸੋ ਐਸੀਆਂ ਸਹੂਲਤਾਂ, ਐਸਾ ਸਿਸਟਮ ਵਧੀਆ ਸੀ। ਕਬੱਡੀ ਕੱਪ ਕੀਤੇ ਕਰਵਾਏ। ਅੱਜ ਕਦੇ ਕੋਈ ਕਿਸੇ ਪਿੰਡ 'ਚ ਜਿਹੜਾ ਕੋਈ ਬੰਦਾ ਕਹਿੰਦਾ ਸੀ ਮੈਂ ਬੜਾ ਸਮਾਜ ਸੇਵੀ ਹਾਂ, ਉਹਨਾਂ ਬੰਦਿਆਂ ਨੇ ਕਿਸੇ ਟੂਰਨਾਮੈਂਟ ਇੱਕ ਪਿੰਡ ਦੇ ਵਿੱਚ ਜਿੱਥੇ ਹੁੰਦੇ ਸੀ ਉਹ ਵੀ ਹਟਾਏ ਗਏ ਆ। ਵਿਸ਼ਵ ਕੱਪ ਤਾਂ ਇਹਨਾਂ ਨੇ ਕਰਵਾਉਣੇ ਕੀ ਸੀ? ਖੇਡਾਂ ਦੇ ਖੇਤਰ 'ਚ ਪੰਜਾਬ ਨੂੰ ਥੱਲੇ ਲਾਤਾ।
ਕੋਈ ਆ ਹੀ ਨਹੀਂ ਰਿਹਾ ਕਿ ਜਿਹਨੂੰ ਅਸੀਂ ਕਹਿ ਲਈਏ ਭਾਈ ਉਹ ਪ੍ਰਸਿੱਧ ਹੋਇਆ ਜਾਂ 올림픽 ਤੱਕ ਗਿਆ। ਖੇਡਾਂ ਵਾਲੇ ਖੇਤਰ ਦੇ ਵਿੱਚ 10 ਗੁਣਾ ਪੈਸਾ ਘੱਟ ਕਰਤਾ। ਇੱਕ ਜ਼ਿਲ੍ਹੇ ਦੇ ਵਿੱਚ 2.5 ਕਰੋੜ ਰੁਪਇਆ ਇੱਕ ਦਿਨ ਦੀ ਐਡ ਲਾਈ ਇਹਨਾਂ ਨੇ। ਹਰ ਅਖਬਾਰ ਦੇ ਫਰੰਟ ਪੇਜ ਤੇ ਐਡ ਲਾ ਕੇ ਚੰਨੀ ਸਾਹਿਬ ਦੀ ਫੋਟੋ ਲਾ ਕੇ ਸ਼ੋਅ ਕਰੀ ਜਾਣਾ। ਇਹ ਕੋਈ ਵਿਕਾਸ ਨਹੀਂ ਹੁੰਦਾ, ਇਹ ਕੰਮ ਨਹੀਂ ਹੁੰਦਾ। ਵਿਕਾਸ ਬੋਲਦਾ ਹੁੰਦਾ, ਬੰਦੇ ਖੜਿਆਂ ਦੇ ਵਿੱਚ ਵਿਕਾਸ ਬੋਲਦਾ ਹੁੰਦਾ ਕਿ ਹਾਂ ਮੇਰੀ ਮੋਟਰ ਹੈ ਜਿਹੜੀ ਉਹ ਫਲਾਨੀ ਸਰਕਾਰ ਵੇਲੇ ਲੱਗੀ ਸੀ, ਮੇਰੀ ਪੈਨਸ਼ਨ ਹੈ ਜਿਹੜੀ ਉਹ ਫਲਾਨਾ ਸੋਨੇ ਲਾਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਵੇਲੇ, ਸਾਡੀ ਜਿਹੜੀ ਗਲੀ ਬਣੀ ਆ ਉਹ ਉਸ ਵੇਲੇ ਬਣੀ ਸੀ। ਭੁੱਚੋ ਮੰਡੀ ਦਾ ਜਿਹੜਾ ਵਿਕਾਸ ਹੋਇਆ, ਜਿਹੜਾ ਸ਼ੁਰੂ ਹੋਇਆ ਕਿ ਗਲੀਆਂ ਦੇ ਵਿੱਚ ਗੰਦ ਹੁੰਦਾ ਸੀ, ਜਿਹੜਾ ਇੱਥੇ ਓਪਨ ਪਾਣੀ ਜਾਂਦਾ ਸੀ, ਉਹ ਜੇ ਸੀਵਰੇਜ ਸ਼ੁਰੂ ਕੀਤਾ, ਸੀਵਰੇਜ ਪਾਇਆ ਤਾਂ ਉਦੋਂ ਹੋਇਆ। ਚਾਹੇ ਭੁੱਚੋ ਮੰਡੀ ਦੀ ਗੱਲ ਕਰ ਲਈਏ, ਚਾਹੇ ਗੋਨਾਣੇ ਮੰਡੀ ਦੀ ਕਰ ਲਈਏ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਐਸੇ ਦਿਆਂਤਦਾਰ ਨੇ ਕਿ ਇੱਕ ਮੰਗ ਰੱਖੀ ਉੱਥੇ ਸਾਡੇ ਸੇਠਾਂ ਨੇ ਗੋਨਾਣੇ ਮੰਡੀ, ਪੂਰਾ ਮੰਦਿਰ ਬਣਾਉਣ ਵਾਸਤੇ ਜਗ੍ਹਾ ਵੀ ਕੋਲੋਂ ਲੈ ਕੇ ਉਹਨਾਂ ਨੇ ਦਿੱਤੀ ਕਿ ਹਰ ਵਰਗ ਨੂੰ ਅਸੀਂ ਸਹਾਈ ਰੱਖੀਏ, ਹਰ ਵਰਗ ਨੂੰ ਅਸੀਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਰਹੀਏ, ਹਰ ਵਰਗ ਦੀਆਂ, ਕਿਉਂਕਿ ਆਪਾਂ ਸਤਿਕਾਰ ਹਰ ਧਰਮ ਦਾ ਕਰਨਾ ਔਰ ਸਤਿਕਾਰ ਹਰ ਵਰਗ ਦਾ ਕਰਨਾ, ਹਰ ਇੱਕ ਨੂੰ ਮਾਨਤਾ ਦੇਣੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਨੇ ਸੇਵਕ ਬਣ ਕੇ ਸੇਵਾ ਕੀਤੀ ਆ ਔਰ ਕਰਦੇ ਰਵਾਂਗੇ। ਪਹਿਲੇ ਦਿਨ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਗੁਟਕਾ ਸਾਹਿਬ ਚੱਕ ਕੇ। ਲੋਕ ਵਿਸ਼ਵਾਸ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਲੋਕ ਵਿਸ਼ਵਾਸ ਕਰਦੇ ਸੀ ਕਿ ਇਹ ਸਿੱਧੂਆਂ ਦਾ ਮੁੰਡਾ ਹੈ ਕੈਪਟਨ। ਇਹਨੇ ਜਿਹੜੀ ਗੱਲ ਕਹਿਤੀ ਸ਼ਾਇਦ ਉਹ ਤੇ ਪੂਰਾ ਉਤਰੇ। ਮੈਂ ਕਹਿਣਾ ਜੇ ਮਜੀਠੀਆ ਸਾਹਿਬ ਦਾ ਕਿਸੇ ਥਾਂ ਤੇ ਨਾਮ ਹੈਗਾ ਸੀ ਤੇ ਇੰਨਾ ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ। ਚੰਨੀ ਸਾਹਿਬ ਜਿੱਦੇ ਕਹਿੰਦੇ ਸੀ 1 ਹਫ਼ਤਾ ਠਹਿਰ ਜਾਓ, ਆ ਸੁਖਜਿੰਦਰ ਰੰਧਾਵਾ ਕਹਿੰਦਾ ਸੀ ਤੁਸੀਂ 10 ਦਿਨ ਠਹਿਰ ਜਾਓ, ਉਹ ਬਣ ਵੀ ਗਿਆ ਜਿਹੜਾ ਉਹ ਮਹਿਕਮਾ ਭਾਲਦਾ ਸੀ ਗ੍ਰਹਿ ਮੰਤਰਾਲਾ। ਤੇ ਹੁਣ ਉਹਨੇ ਕੀ ਕਰ ਲਿਆ? ਤੁਸੀਂ ਇੱਕ ਵਾਰੀ ਇੱਕ ਬੇਰਵਾ ਕੋਈ ਇੱਕ ਸਬੂਤ ਦਿਖਾ ਦਿਓ, ਕੋਰਟ ਬੈਠੀ ਆ, ਇੱਕ ਅਸੀਂ ਚੈਲੰਜ ਕਰਦੇ ਹਾਂ, ਦਿਖਾ ਦਿਓ ਕਿ ਜਿੱਥੇ ਕਿਸੇ ਸਾਡੇ ਮਜੀਠੀਆ ਸਾਹਿਬ ਦਾ ਜਾਂ ਕਿਸੇ ਹੋਰ ਦਾ ਨਾਮ ਤੱਕ ਵੀ ਹੋਵੇ। ਔਰ ਜਿਹੜੀਆਂ ਗੱਲਾਂ ਕਰਦੇ ਆ ਚਾਹੇ ਮੰਗ ਕੇ ਗਿਆ, ਕੇਜਰੀਵਾਲ ਨੇ ਕੇਸ ਕੀਤਾ ਸੀ, ਮਾਂ ਹੁੰਦਾ ਮਾਫੀ ਮੰਗੀ ਇੱਕ ਮਿੰਟ। ਨਹੀਂ ਜਿਹੜਾ ਬੇਅਦਬੀ ਦਾ ਆਪ ਵਾਲਿਆਂ ਨੂੰ ਫਿਰ ਇੱਕ ਸਵਾਲ ਹੈ, ਇਹ ਕਹਿੰਦੇ ਵੀ ਅਸੀਂ ਸਾਫ ਸਭੀ ਵਾਲੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ। ਬਲਕਾਰ ਸਿੱਧੂ ਨੂੰ ਟਿਕਟ ਦਿੱਤੀ ਸੀ ਇਹਨਾਂ ਨੇ ਤਲਵੰਡੀ ਸਾਬੋ ਤੋਂ ਬਾਈ ਇਲੈਕਸ਼ਨ, ਉਹਦੇ ਤੇ ਰੋਪ ਲਾਤਾ ਵੀ ਇਹ ਕੁੜੀਆਂ ਨੂੰ ਫਰਾਡ ਕਰਦਾ ਹੈਗਾ, ਉਹਦੀ ਟਿਕਟ ਦੂਜੇ ਨੇ ਕੱਟ ਕੇ ਦਿੱਤੀ ਹੈ। ਤੇ ਹੁਣ ਕਿਹੜੇ ਦੁੱਧ ਘੋਤੇ ਚ ਲਿਆਂਦੇ ਉਹਨੂੰ ਰਾਮਪਰਾ ਫੂਡ ਤੋਂ ਟਿਕਟ ਦਿੱਤੀ ਹੈਗੀ। ਨਹੀਂ ਇੱਕ ਮਿੰਟ, ਜਿਹੜਾ ਬੇਅਦਬੀ ਦਾ ਜੀ, ਬੇਅਦਬੀ ਤੇ ਅਕਾਲੀ ਦਲ ਕਹਿ ਚੁੱਕਿਆ ਵੀ ਜਿਹਨੇ ਬੇਅਦਬੀ ਕੀਤੀ ਆ ਜਾਂ ਕਰਾਈ ਆ ਜਾਂ ਜੋ ਇਸ ਤੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਆਪਾਂ ਕੋਈ ਵੀ ਚੀਜ਼ ਦਾ ਜਿਹੜਾ ਵੀ ਆਪਾਂ ਇਨਸਾਫ ਲੈਣਾ, ਆਪਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ, ਪ੍ਰਮਾਤਮਾ ਇਹਦਾ ਇਨਸਾਫ ਕਰ। ਅਕਾਲੀ ਦਲ ਪ੍ਰਮਾਤਮਾ ਅੱਗੇ ਸੁਖਵੀਰ ਜੀ ਦਾ ਤੁਸੀਂ ਬਿਆਨ ਵੀ ਸੁਣਿਆ, ਉਹਨਾਂ ਨੇ ਕਿਹਾ ਵੀ ਜਿਹਨੇ ਬੇਅਦਬੀ ਕੀਤੀ ਹੈ ਜਾਂ ਕਰਾਈ ਹੈ ਜਾਂ ਜੋ ਇਸ ਤੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਤੇ ਜਿਹੜੇ ਫਿਰ ਸਿਆਸਤ ਕਰਦੇ ਸੀ, ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਜਾਖੜ ਹੋ ਗਿਆ, ਸਿੱਧੂ ਹੋ ਗਿਆ, ਤੁਹਾਡੇ ਸਾਹਮਣੇ ਆ। ਹਾਂਜੀ ਆਪਣਾ ਕਾਕਾ ਜੀ ਆਪ ਤੇ ਲੱਗ ਰਹੇ ਆ ਦੋਸ਼, ਇਹ ਕਹਿੰਦੇ ਵੀ ਕੈਂਡੀਡੇਟ ਜਿਹੜੇ ਪਹਿਲੇ ਕਦੇ ਕੱਢ ਦਿੰਦੇ ਆ, ਕਦੇ ਉਹਨਾਂ ਨੂੰ ਦੁਬਾਰੇ ਲੈ ਲੈਂਦੇ ਆ, ਉਹਦੇ ਬਾਰੇ ਤੁਹਾਡਾ ਵਿਚਾਰ? ਜਿਵੇਂ ਪਹਿਲਾਂ ਆਪਣੇ ਬੀਜੇਪੀ ਦੇ ਬੈਂਟਾ ਜੀ ਕਹਿ ਰਹੇ ਸੀ ਭਗਵੰਤ ਮਾਨ ਦਾ ਦਾਰੂ ਪੀਂਦਾ, ਇਹਨਾਂ ਨੂੰ ਪੁੱਛਣ ਕਹੀ ਨਹੀਂ ਜੀ, ਤੁਸੀਂ ਆਪ ਹੀ ਨਹੀਂ ਇੱਕ ਮਿੰਟ, ਦਾਰੂ ਪੀਂਦਾ ਕੌਣ ਨਹੀਂ? ਇੱਕ ਮਿੰਟ ਵੀਰ ਜੀ, ਇੱਕ ਮਿੰਟ, ਦਾਰੂ ਪੀਂਦਾ ਕੌਣ ਨਹੀਂ? ਉਹ ਕੱਲਾ ਸ਼ੇਰ ਭਗਵੰਤ ਮਾਨ ਪਾਰਲੀਮੈਂਟ ਸਾਰਿਆਂ ਨੂੰ ਪਸੀਨੇ ਆਉਣ ਲਾ ਦਿੰਦਾ, ਉਹੀ ਕੱਲਾ ਬੰਦਾ ਸਾਡਾ ਐਮਪੀ ਸ਼ੇਰ। ਉਹ ਇੱਕ ਮਿੰਟ ਮੈਂ ਬਾਈ ਇੱਕ ਐਮਪੀ ਨਾਲ ਤਾਂ ਪੰਜਾਬ ਨਹੀਂ ਚੱਲ ਸਕਦਾ ਜੀ, ਉਹ ਤਾਂ 117 ਦਾਰੂ ਪੀਂਦਾ ਕੌਣ ਨਹੀਂ? ਦਾਰੂ ਪੀਂਦੇ ਤੇ ਸਾਰੇ ਹੀ ਆ। ਹੁਣ ਆਪਾਂ ਸੀਐਮ ਦਾ ਚਿਹਰੇ ਦਾ ਕਰ ਲਗੇ, ਜਾਂ ਬੀਜੇਪੀ ਨੇ ਕਿਹਨੂੰ ਐਲਾਨਤਾ ਜਾਂ ਕਾਂਗਰਸ ਨੇ ਕਿਹਨੂੰ ਐਲਾਨਤਾ। ਅੱਛਾ ਜੇ ਕੋਈ ਜਾਣਾ ਚਾਹੁੰਦਾ ਰੂਬੀ ਸੀ, ਕਾਂਗਰਸ ਚਲੀ ਗਈ, ਉਹਨੂੰ ਪਤਾ ਸੀ ਵੀ ਮੈਨੂੰ ਟਿਕਟ ਕਿਤੋਂ ਨਹੀਂ ਮਿਲਦੀ, ਉਹ ਇਸ ਕਰਕੇ ਪਾਸੇ ਹੋ ਗਈ। ਹੁਣ ਬਲਦੇਵ ਸੀਗਾ ਜਿਹੜਾ ਜੈਤੋ ਵਾਲਾ ਮਾਸਟਰ, ਉਹਨੂੰ ਵੀ ਪਤਾ ਸੀ ਵੀ ਮੈਨੂੰ ਟਿਕਟ ਨਹੀਂ ਦਿੱਤੀ, ਉਹ ਵੀ ਪਾਸੇ ਹੋ ਗਿਆ। ਬਥੇਰੇ ਹੋਣਗੇ ਪਾਸੇ, ਬਥੇਰੇ ਆਉਣਗੇ ਵੀ, ਆਉਣ ਨੂੰ ਫਿਰਦੇ ਵੀ ਆ ਕਾਂਗਰਸ ਦੇ, ਪਰ ਅਸੀਂ ਕਚਰਾ ਲੈਣਾ ਨਹੀਂ ਚਾਹੁੰਦੇ। ਪਰ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਤੁਹਾਨੂੰ ਆਪ ਹੀ ਸੀਸਾ ਸਾਹਮਣੇ ਆ ਜੂ। ਜੇ ਕੰਮ ਕਰਾਂਗੇ ਤਾਂ ਸੀਸੇ ਵਾਂਗੂ ਤਾਂ ਮੂਹਰੇ ਗਾਹਾਂ ਨੂੰ ਆਵਾਂਗੇ, ਨਹੀਂ ਵੀ ਸ਼ੱਕ ਦੀ ਵੋਟ ਇੱਕ ਵੀ ਨਾ ਪਾਇਓ। ਬਾਈ ਜੀ ਜਿਹੜੀ ਪਾਰਟੀ ਨੂੰ, ਜਿਹੜੇ ਪਾਰਟੀ ਦੇ ਐਮਐਲਏ ਨੂੰ ਆਪਦੀ ਪਾਰਟੀ ਦੇ ਵਿਸ਼ਵਾਸ ਨਹੀਂ, ਉਹ ਇੱਕ ਵਰਕਰ ਦਾ ਵਿਸ਼ਵਾਸ ਕਿਵੇਂ ਜਿੱਤੂਗੀ? ਜਿਹੜੀ ਪਾਰਟੀ ਨੇ ਇੱਕ ਬੰਦੇ ਨੂੰ ਐਮਐਲਏ ਬਣਾਇਆ, 5 ਸਾਲ ਉਹਨੇ ਤਨਖਾਹ ਲਈ ਹੈ, ਸਾਰੀ ਉਮਰ ਉਹਦੀ ਪੈਨਸ਼ਨ ਲੱਗਣੀ ਹੈ, ਉਹ ਬੰਦੇ ਨੂੰ ਆਪਦੇ ਤੇ ਵਿਸ਼ਵਾਸ ਨਹੀਂ, ਆਪਦੀ ਪਾਰਟੀ ਦੇ ਵਿਸ਼ਵਾਸ ਨਹੀਂ, ਉਹ ਛੱਡ ਜਾਈ ਜਾਂਦੇ ਆ। ਚੰਨੀ ਇੱਕ ਐਲਾਨ ਕਰਦਾ, ਇੱਕ ਐਮਐਲਏ ਭੱਜ ਜਾਂਦਾ, ਉਹ ਇੱਕ ਐਲਾਨ ਕਰਦਾ, ਇੱਕ ਭੱਜ ਜਾਂਦਾ। ਵਰਿੰਦਰ ਜੀ ਤੁਸੀਂ ਇਹ ਦੱਸੋ, ਇਹ ਜਿਹੜੇ ਕੇਜਰੀਵਾਲ ਸਾਹਿਬ ਕਹਿ ਰਹੇ ਆ ਟੀਚਰ ਅਧਿਆਪਕਾਂ ਦੇ ਆ ਕੇ ਇੱਥੇ ਕਹਿੰਦੇ ਜਿੰਦਾਬਾਦ ਜਿੰਦਾਬਾਦ, ਉਹ ਦਿੱਲੀ ਤਾਂ ਸਮਝ ਨਹੀਂ। ਸਾਡਾ ਸਿੱਧੂ ਪੰਜਾਬ ਪ੍ਰਧਾਨ ਗਿਆ ਸੀ, ਉੱਥੇ ਨੂੰ ਇੱਕ ਜਵਾਬ ਵੀ ਨਹੀਂ ਆਇਆ। ਅਬੇ 22,000 ਸਟੂਡੈਂਟ ਦਾ ਸਾਹਮਣਾ ਇੱਥੇ, ਤੂੰ ਪੰਜਾਬ ਕਿੱਥੋਂ ਸਾਂਭ ਲੇਗਾ? ਦਿੱਲੀ ਦੇ ਲੋਕ ਤਾਂ ਮਗਰ ਫਿਰਦੇ ਆ।
ਹਾਂਜੀ ਵਰਿੰਦਰ ਜੀ, ਆਪਣਾ ਭੁੱਚੋ ਮੰਡੀ ਹਲਕੇ ਵਾਸਤੇ ਹੁਣ ਤੱਕ ਤਾਂ ਤੁਸੀਂ ਕਿੰਨੀ ਗ੍ਰਾਂਟ ਲਿਆਂਦੀ ਜਾਂ ਕਿੰਨਾ ਵਿਕਾਸ ਹੋਇਆ ਭੁੱਚੋ ਮੰਡੀ ਹਲਕੇ? ਭੁੱਚੋ ਮੰਡੀ ਹਲਕੇ ਦੇ ਵਿੱਚ ਲਗਭਗ 200 ਕਰੋੜ ਰੁਪਈਆ ਭੁੱਚੋ ਮੰਡੀ ਹਲਕੇ ਦੇ ਵਿੱਚ ਮਾਨਯੋਗ ਸਾਡੇ ਐਮਐਲਏ ਪ੍ਰੀਤਮ ਸਿੰਘ ਕੋਟ ਭਾਈ ਜੀ ਦੇ ਯਤਨਾਂ ਸਦਕਾ ਭੁੱਚੋ ਹਲਕੇ ਦੇ ਵਿੱਚ ਲੱਗ ਚੁੱਕਿਆ ਤੇ ਲਗਭਗ ਭੁੱਚੋ ਮੰਡੀ ਦੇ ਵਿੱਚ 10-12 ਕਰੋੜ ਦੇ ਵਿੱਚ ਲੱਗ ਚੁੱਕਿਆ ਤੇ 5-7 ਕਰੋੜ ਦੇ ਪ੍ਰੋਜੈਕਟ ਜੋ ਹੈ ਜੋ ਚੱਲੀ ਜਾ ਰਹੇ ਨੇ, ਰਨਿੰਗ ਨੇ ਜੋ। ਸਾਡੇ ਪਿੰਡ ਲਹਿਰੇ ਮੁਹੱਬਤ ਗਰੀਬ ਲੋਕਾਂ ਨੂੰ ਲਾਲ ਸਿੰਘ ਬਸਤੀ ਦੇ ਵਿੱਚ 65 ਚੱਕ ਵੰਡੇ ਗਏ ਆ ਜੀ, ਜਿਹਦੇ 1.5 ਲੱਖ ਰੁਪਏ ਦਾ ਚੱਕ ਆਉਂਦਾਗਾ, 1 ਕਰੋੜ ਰੁਪਏ ਵੰਡਿਆ ਗਿਆ ਜੀ ਗਰੀਬ ਲੋਕਾਂ ਨੂੰ। ਭੁੱਚੋ ਮੰਡੀ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਬਹੁਤ ਸਾਰਾ ਪੈਸਾ ਲਿਆ ਕੇ ਲਾਇਆ ਗ੍ਰਾਂਟਾਂ, ਤੁਹਾਨੂੰ ਕਿਤੇ ਲੱਗਿਆ ਦੱਸਦਾ ਜੀ? ਸਭ ਤੋਂ ਪਹਿਲਾਂ ਅਜੀਤ ਅਖਬਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ, ਜਿਨ੍ਹਾਂ ਨੇ ਚਾਰੇ ਪਾਰਟੀਆਂ, ਚਾਹੇ ਅਕਾਲੀ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਬੀਜੇਪੀ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਸਾਰੇ ਜਿੰਨੇ ਵੀ ਉਰੇ ਆਪਣੇ ਭੁੱਚੋ ਮੰਡੀ ਦੇ ਸਰੋਤੇ ਖੜੇ ਆ, ਸਾਰਿਆਂ ਦਾ ਹੱਥ ਜੋੜ ਕੇ ਹਾਰਦਿਕ ਸਵਾਗਤ ਕਰਦੇ ਆ, ਜਿਹੜੇ ਭਾਈਚਾਰਕ ਸਾਂਝ ਦੇ ਵਿੱਚ ਇਕੱਠੇ ਹੋਏ ਆ। ਔਰ ਬਹੁਤ ਬਹੁਤ ਅਜੀਤ ਅਖਬਾਰ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਦੀਆਂ ਸੁਣਨ ਵਾਸਤੇ ਇੱਥੇ ਇਸ ਇਕੱਠ ਨੂੰ ਇਕੱਠਾ ਕੀਤਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ, ਪਾਰਟੀ ਕੋਈ ਵੀ ਆਵੇ, ਚਾਹੇ ਬੀਜੇਪੀ ਆਵੇ, ਚਾਹੇ ਕਾਂਗਰਸ ਆਵੇ, ਚਾਹੇ ਆਮ ਆਦਮੀ ਪਾਰਟੀ ਆਵੇ, ਚਾਹੇ ਅਕਾਲੀ ਦਲ ਪਾਰਟੀ ਆਵੇ, ਚਾਹੇ ਕੋਈ ਹੋਰ ਇਹ ਉੱਭਰ ਕੇ ਕੋਈ ਹੋਰ ਪਾਰਟੀ ਆਉਂਦੀ ਹੈ ਉਹ ਆਵੇ, ਉਹਨੂੰ ਵਾਹਿਗੁਰੂ ਉਹਨਾਂ ਦੇ ਦਿਲ ਦੇ ਵਿੱਚ ਐਸੀ ਉਮੀਦ ਪੈਦਾ ਕਰੇ ਕਿ ਉਹ ਲੋਕਾਂ ਦੇ ਕੰਮ ਕਰਨ, ਤਾਂ ਜੋ ਜਿਹੜਾ ਹੋਣਾ ਕੰਮ 1 ਸਾਲ ਪਹਿਲਾਂ ਕਿਸਾਨਾਂ ਨੇ ਬਹੁਤ ਤਕਲੀਫਾਂ ਝੱਲ ਕੇ ਧਰਨੇ ਦਿੱਤੇ ਆ, ਇਸ ਤਰ੍ਹਾਂ ਦੇ ਧਰਨੇ ਦੇਣ ਦੀ ਕਿਸੇ ਨੂੰ ਲੋੜ ਨਾ ਪਵੇ। ਸੋ ਸਾਰੇ ਵੀ ਜਿੰਨੇ ਵੀ ਆਵਾਮ ਉਰੇ ਆਪਣੇ ਪੰਜਾਬ ਦੀ ਭੁੱਚੋ ਮੰਡੀ ਦੀ ਉਰੇ ਇਕੱਠੀ ਹੋਈ ਹੈ, ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਅਜੀਤ ਅਖਬਾਰ ਨੇ ਸਾਰਿਆਂ ਦੇ ਮਨ ਦੇ ਵਿਚਾਰਾਂ ਨੂੰ ਜਾਣਨ ਲਈ ਇੱਥੇ ਇਹ ਇਕੱਠਾ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਐਸੀ ਸਰਕਾਰ ਆਵੇ ਜਿਸ ਦੇ ਵਿੱਚ ਹਰ ਇੱਕ ਇਸਤਰੀ, ਹਰ ਇੱਕ ਬੱਚਾ, ਹਰ ਇੱਕ ਕਿਸਾਨ ਭਰਾ, ਕੋਈ ਵੀ ਮਜ਼ਦੂਰ ਹੈ, ਕੋਈ ਵੀ ਵਪਾਰੀ ਹੈ, ਸਾਰੇ ਸੁਖੀ ਰਹਿਣ, ਤੰਦਰੁਸਤ ਰਹਿਣ ਔਰ ਸਾਰੇ ਸੂਬੇ ਤੋਂ ਪੰਜਾਬ ਸੂਬਾ ਬਹੁਤ ਹੀ ਵੱਧ ਚੜ ਕੇ ਅੱਗੇ ਆਵੇ। ਬਸ ਇਹੀ ਕਹਿੰਦਾ ਹੋਇਆ ਇੱਕ ਵਾਰੀ ਵਾਹਿਗੁਰੂ ਜੀ ਦਾ ਅਰਦਾਸ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਕਿਹੜਾ ਪਿੰਡ ਹੈ ਜੀ? ਆਪਣਾ ਜੀ ਭੁੱਚੋ ਕਲਾਂ ਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਦਿਆਲ ਸਿੰਘ ਹੈ ਜੀ। ਹਾਂਜੀ ਬੋਲੋ। ਅਸੀਂ ਤਾਂ ਧੰਨਵਾਦ ਕਰਦੇ ਹਾਂ ਜੀ, ਵਿਕਾਸ ਆਪਣੀ ਮੰਡੀ ਦਾ ਹੋਈ ਜਾਂਦਾ ਜੀ, ਬਿਲਕੁਲ ਹੋਈ ਜਾਂਦਾ, ਸਾਰਿਆਂ ਨੂੰ ਪਤਾ ਜੀ। ਕਿੰਨਾ ਹੋਇਆ ਵਿਕਾਸ? ਪੂਰਾ ਹੀ ਹੋਇਆ ਜੀ ਜਿੰਨਾ ਕਹਿ ਦਈਏ, ਪਰ ਜ਼ਿਮੀਂਦਾਰਾਂ ਵਾਸਤੇ ਲੈਟਰਾਂ ਸੀਗੀਆਂ ਜੀ ਇੱਥੇ। ਹਾਂਜੀ, ਵੇਖੀਆਂ ਹੋਣੀਆਂ ਤੁਸੀਂ, ਹਰੇਕ ਨੇ ਵੇਖੀਆਂ ਹੋਣੀਆਂ ਜੀ। ਚੱਕ ਹੀ ਪਤਾ ਨਹੀਂ ਕਿੱਥੇ ਮਰ ਗਏ ਇਹਨਾਂ ਨੇ, ਕੋਈ ਵੀ ਪਾਰਟੀ ਕਿਸੇ ਨੇ ਚੱਕੀਆਂ ਹੁਣ। ਅਸੀਂ ਰਾਤ ਨੂੰ ਇੱਥੇ ਨਰਮੇ ਕੋਲੇ ਪੈਂਦੇ ਜੀ, 70 ਸਾਲ ਦੀ ਮੇਰੀ ਉਮਰ, ਦੱਸੋ ਮੈਂ ਢੇਰੀ ਛੱਡ ਕੇ ਜਾਣਾ ਤਾਂ ਵੀ ਮਰਦਾ। ਤੇ ਹੁਣ ਤੁਹਾਨੂੰ ਪਤਾ ਲੈਟਰ ਦਾ ਪਹਿਲਾ ਕੰਮ ਹੁੰਦਾ ਜੀ। ਅੱਛਾ, ਇੱਥੋਂ ਚੱਲ ਕੇ ਅਸੀਂ ਅੱਡੇ ਜਾਂਦੇ ਜੀ, 10 ਰੁਪਏ ਲੈਂਦੇ ਆ ਸਾਥੋਂ, ਕਈ ਵਾਰੀ ਸਾਡੀ ਜੇਬ 'ਚ ਨਹੀਂ ਵੀ ਹੁੰਦੇ 10 ਰੁਪਏ। ਦੱਸੋ ਅਸੀਂ ਕਿੱਧਰ ਨੂੰ ਜਾਈਏ? ਸਾਡਾ ਕੋਈ ਹੱਲ ਹੈ ਜੀ? ਨਾ ਕੋਈ ਪਾਣੀ ਦਾ। ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਆਪਣੇ ਕੋਲ ਹੈਗੇ, ਆਪਾਂ ਤੁਹਾਡੀ ਉਹਨਾਂ ਨੂੰ ਨੋਟ ਕਰਾ ਜੀ, ਨੋਟ ਕਰਾ। ਹਾਂਜੀ ਵਰਿੰਦਰ ਜੀ, ਇਹ ਜੋ ਮੈਂ ਤੁਹਾਨੂੰ ਇਹ ਦੱਸਦਾ, ਜੋ ਟਾਇਲਟਾਂ ਚੱਕੀਆਂ ਨੇ ਅਕਾਲੀ ਸਰਕਾਰ ਵੇਲੇ ਚੱਕੀਆਂ ਗਈਆਂ ਨੇ। ਅਸੀਂ ਤਾਂ ਨਵੀਂ ਆ, ਇੱਕ ਉਧਰਲੇ ਪਾਸੇ ਨਵੀਂ ਬਣਾਈ ਆ ਹੁਣ ਆਪਣੇ ਧਰਮਸ਼ਾਲਾ ਵਾਲੇ ਪਲਾਟ 'ਚ। ਇਹ ਜੋ ਟਾਇਲਟ ਚੱਕੀਆਂ ਅਕਾਲੀ ਸਰਕਾਰ ਵੇਲੇ ਚੱਲੀਆਂ, ਇੱਕ ਇੱਧਰ ਬਣਾਈਆਂ। ਭਾਜੀ ਕਾਲੀ ਸਰਕਾਰ ਗਈ ਨੂੰ 5 ਸਾਲ ਹੋ ਗਏ ਜੀ, ਤੁਹਾਡੀ ਸਰਕਾਰ ਆਈ ਨੂੰ ਵੀ 5 ਸਾਲ ਹੋ ਗਏ। ਕਿਸਾਨ ਅੱਜ ਦੀ ਗੱਲ ਕਰ ਰਿਹਾ ਵੀ ਅੱਜ ਇੱਥੇ ਹੈ ਨਹੀਂ, ਇਹਨਾਂ ਨੂੰ ਤਕਲੀਫ ਅੱਜ ਦੀ ਹੈ ਜੀ। ਇੱਕ ਦੋ ਅਸੀਂ ਟਾਇਲਟਾਂ ਬਣਾਤੀਆਂ, ਸਾਨੂੰ ਨੇ ਦਿੱਕਤ ਪਤਾ ਨਹੀਂ, ਨਵੀਂ ਬਣਵਾ ਦਿਆਂਗੇ ਹੁਣ। ਟਾਇਲਟ ਦੀ ਗੱਲ ਕਰੋਗੇ ਨਾ ਤਾਂ ਦੇਸ਼ ਦੇ ਵਿੱਚ ਤੁਸੀਂ ਐਂ ਦੇਖੋ ਵੀ ਜਿਹੜੀਆਂ ਮੋਦੀ ਸਾਹਿਬ ਨੇ ਟਾਇਲਟ ਬਣੀਆਂ ਉਹ ਦੇਖੋ ਕਹੇ ਜੀ ਬਣੀਆਂ, ਘਰ ਘਰ ਮਿਲੀਆਂ ਕਿ ਨਹੀਂ? ਬਾਜ਼ਾਰਾਂ ਦੇ ਵਿੱਚ, ਬਠਿੰਡੇ ਦੇ ਵਿੱਚ ਆਮ ਮਿਲੀਆਂ, ਪੂਰੀ ਸਫਾਈ ਸਹਿਤ। ਇੱਥੇ ਜਿਹੜੀਆਂ ਬਾਬਾ ਜੀ ਨੇ ਗੱਲ ਕੀਤੀ ਵੀ ਢਾਤੀਆਂ, ਉੱਥੇ ਵੜਦਾ ਤਾਂ ਕੋਈ ਹੈ ਨਹੀਂ ਸੀ, ਜਦੋਂ ਸਫਾਈ ਉਹਦੀ ਹੁੰਦੀ ਨਹੀਂ ਸੀ। ਨਸ਼ੇ ਵਾਲੇ ਲੋਕ ਲਿਆ ਕੇ ਸੀਸੀਪੀ ਕੇ ਉੱਥੇ ਸਿੱਟ ਦਿੰਦੇ ਸੀ, ਜਦੋਂ ਬਦਬੂ ਤੇ ਬਿਮਾਰੀ ਦਾ ਕਾਰਨ ਬਣ ਗਿਆ ਉਹ ਤਾਂ ਚੱਕਣੀਆਂ ਪਈਆਂ। ਨਹੀਂ ਆਪਣਾ ਬੈਂਟਾ ਜੀ, ਫਿਰ ਉਹ ਸਫਾਈ ਕਿਹਨੇ ਕਰਵਾਉਣੀ ਸੀ? ਕਿਸਾਨਾਂ ਨੇ ਕਰਵਾਉਣੀ ਸੀ ਜਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਨੇ ਕਰਵਾਉਣੀ ਸੀ? ਸਫਾਈ ਨਾਲੋਂ ਗੰਦ ਪਾਉਣ ਵਾਲੇ ਲੋਕ ਜ਼ਿਆਦਾ ਸੀ। ਕਿਵੇਂ ਕਰੋਗੇ ਤੁਸੀਂ? ਇਹ ਲੋਕਾਂ ਦੇ ਵਿੱਚ ਵੀ ਥੋੜੀ ਜਿਹੀ ਚਾਹੀਦੀ ਹੈ ਵੀ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ, ਆਪਣਾ ਆਲਾ ਦੁਆਲਾ ਸਾਫ਼ ਰੱਖਦੇ ਹਾਂ, ਤਾਂ ਸਾਂਝੀ ਚੀਜ਼ ਨੂੰ ਵੀ ਸਾਫ਼ ਰੱਖੀਏ। ਹੁਣ ਹਰ ਵੇਲੇ ਤਾਂ ਸਰਕਾਰ ਉੱਤੇ ਖੜ ਨਹੀਂ ਸਕਦੀ। ਤੇ ਹੁਣ ਮੋਦੀ ਸਾਹਿਬ ਦੀ ਜਿੰਨੇ ਵੀ ਟਾਇਲਟ ਬਣੀਆਂ ਤੁਸੀਂ ਜਾ ਕੇ ਦੇਖੋ, ਮੈਨੂੰ ਲੱਗਦਾ ਆਪਣੇ ਘਰਾਂ 'ਚ ਵੀ ਨਹੀਂ ਇੰਨੀ ਸਫਾਈ ਹੋਣੀ ਜਿੰਨੀ ਉੱਥੇ ਹੈ। ਠੀਕ ਵੀ ਭਾਈ, ਮੈਂ ਨੌਕਰੀ ਬਾਰੇ ਬੋਲਦਾ ਵੀਰੇ। ਮੈਂ 5 ਸਾਲ ਇੱਥੇ ਅਕਾਲੀ ਕਹਿੰਦੇ ਸਰਕਾਰ ਦੇ ਵਿੱਚ ਕੰਮ ਕੀਤਾ। ਪਹਿਲਾਂ ਗੁਲਾਬ ਜੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਜੀ, ਜਗਸੀਰ ਕਲਿਆਣ ਨੂੰ ਚੰਗੀ ਤਰ੍ਹਾਂ ਜਾਣਦਾ ਜੀ। ਤੇ ਮੈਨੂੰ ਇਹਨਾਂ ਦੀ ਪਾਰਟੀ 10 ਸਾਲ ਸੇਵਾ ਕਰਕੇ ਮੈਂ ਕਾਂਗਰਸ ਦਾ ਮਨਪ੍ਰੀਤ ਦੇ ਨਾਲ ਰਹਿੰਦਾ ਰਿਹਾ, ਕੋਟ ਭਾਈ ਦੇ ਨਾਲ ਰਹਿੰਦਾ। ਮੇਰੀਆਂ 2 ਬੇਟੀਆਂ ਜੀ, ਮੈਂ ਇੰਨੀ ਭੱਜ ਨੱਠ ਕੀਤੀ, ਨੌਕਰੀ ਦਾ ਲਾਰਾ ਲਾਈ ਰੱਖਿਆ
ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜੀ। ਆਪਾਂ ਸੱਚੀ ਗੱਲ ਕਰ ਕਰੀਏ ਆਪਾਂ ਉਹ ਸਾਰਾ ਕੁਝ ਸਾਹਮਣੇ ਆਈ ਚੁੱਕਾ। ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗੱਲ ਸਹੀ ਕਰੋ। ਹਾਂਜੀ, ਮੰਡੀ ਦੇ ਵਿੱਚੋਂ ਕੋਈ ਪੁੱਛੋ ਮੰਡੀ 'ਚ ਤੁਹਾਨੂੰ ਕਿਸੇ ਨੂੰ ਲੱਗ ਰਿਹਾ ਵੀ ਵਿਕਾਸ ਹੋਇਆ ਜਾਂ ਨਹੀਂ ਹੋਇਆ? ਵਿਕਾਸ ਦੇ ਅਜੀਤ ਦੇ ਵੈਬ ਟੀਵੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਈ ਸੰਗਤਾਂ ਨੂੰ ਸਾਰਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਕਾਸ ਬਾਈ ਜੀ ਜਦੋਂ ਵੀ ਹੁੰਦਾ ਸ਼ੁਰੂ ਹੁੰਦਾ ਆਪਦੇ ਘਰ ਤੋਂ ਹੁੰਦਾ, ਠੀਕ ਹੈ ਜੀ। ਪ੍ਰਧਾਨ ਜੀ ਦੀ ਆਪ ਦੀ ਗਲੀ ਦਾ ਤਾਂ ਹਲੇ ਬਹੁਤ ਬੁਰਾ ਹਾਲ ਹੈ, ਸਾਰੀ ਮੰਡੀ ਦਾ ਕੀ ਕਰ ਲੈਣਗੇ ਤੁਸੀਂ ਦੇਖੋ ਜਾ ਕੇ, ਤੁਹਾਨੂੰ ਪਤਾ ਲੱਗੂਗਾ ਕਿ ਵਿਕਾਸ ਹੋ ਰਿਹਾ ਜਾਂ ਨਹੀਂ ਹੋ ਰਿਹਾ। ਨਹੀਂ ਦੇਖੋ ਜੀ, ਉਹ ਤਾਂ ਜਿਹੜਾ ਮੇਨ ਬੰਦਾ ਹੁੰਦਾ ਤਾਂ ਇਹਦਾ ਹੁੰਦਾ ਵੀ ਪਹਿਲਾਂ ਪਬਲਿਕ ਦਾ ਕਰ ਲਗੇ, ਆਪ ਦਾ ਤਾਂ ਬਾਅਦ ਚ ਵੀ ਹੋ ਜੂ, ਤਾਂ ਵੀ ਕੋਈ ਗੱਲ ਨਹੀਂ। ਤੁਸੀਂ ਮੰਡੀ ਦਾ ਦੱਸੋ। ਨਹੀਂ, ਮੰਡੀ ਦਾ ਵਿਕਾਸ ਬਾਈ ਜੀ ਉਹੀ ਪੁਰਾਣੀਆਂ ਸੜਕਾਂ, ਠੀਕ ਹੈ ਜੀ। ਜੇ ਉਹਦੇ ਤੇ ਆਪਾਂ ਨਵੀਆਂ ਟਾਈਲਾਂ ਲਵਾ ਵੀ ਦਿੱਤੀਆਂ, ਠੀਕ ਹੈ, ਤਾਂ ਕੱਲੇ ਰੋਡ ਨਹੀਂ ਨਾ ਹੁੰਦੇ, ਸੀਵਰੇਜ ਵੀ ਹੁੰਦਾ ਹੈ, ਸਕੂਲ ਵੀ ਹੁੰਦੇ ਆ, ਠੀਕ ਹੈ, ਸਫਾਈ ਦਾ ਵੀ ਧਿਆਨ ਹੁੰਦਾ ਹੈਗਾ, ਟਾਇਲਟ ਦਾ ਵੀ ਹੁੰਦਾ ਹੈਗਾ, ਬੱਸ ਸਟੈਂਡ ਦਾ ਵੀ ਹੁੰਦਾ ਜੀ, ਤੁਸੀਂ ਜਾ ਕੇ ਦੇਖ ਲਓ। ਨਹੀਂ, ਤੁਸੀਂ ਸਕੂਲਾਂ ਦੀ ਗੱਲ ਕਰੀ ਆ, ਤੁਹਾਡੀ ਮੰਡੀ ਦੇ ਸਕੂਲ ਕਿਹੋ ਜਿਹਾ, ਵਧੀਆ ਜਾਂ ਨਹੀਂ ਵਧੀਆ? ਕੱਲਾ ਪੋਚਾ ਫੇਰਿਆ ਹੋਇਆ ਜੀ, ਕੱਲਾ ਪੋਚਾ ਫੇਰਿਆ, ਹਾਂ, ਰੰਗ ਕੀਤਾ ਹੋਇਆ ਜੀ ਬਸ। ਟੀਚਰ ਹੈਗੇ ਪੂਰੇ? ਟੀਚਰ ਬਸ ਅੱਧ ਪਚੱਦੇ ਜੇ ਹੈਗੇ ਜੀ, ਅੱਧ ਪਚੱਦੇ ਡਾਂਗਾ ਖਾਈ ਜਾਂਦੇ ਆ। ਤੁਹਾਡੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ? ਟੀਚਰ ਦਾ ਹਾਂ, ਮੇਰਾ ਬੇਟਾ ਕਨਵੈਂਟ ਚੋਂ ਕਰਕੇ ਗਿਆ ਜੀ +2, ਹੁਣ ਆਈਲੈਟਸ ਕਰੀ ਜਾਂਦਾ। ਨੂੰ ਕੀ ਪਤਾ ਹੋਊਗਾ ਜੀ? ਹਾਂਜੀ, ਸਰਕਾਰੀ ਸਕੂਲਾਂ ਬਾਰੇ ਇੱਕ ਮਿੰਟ ਬੜਾ ਪਿੱਛੇ ਨੇ। ਸਰਕਾਰੀ ਸਕੂਲ ਪੰਜਾਬ ਦੇ ਜੋ ਸਥਿਤੀ ਹੈਗੀ ਆ, ਵੈਸੇ ਤੁਹਾਡੀ ਜਿਹੜੀ ਪਾਰਟੀ ਦਾ ਕਹਿੰਦੀ ਸਾਡੀ ਸਰਕਾਰ ਆਊਗੀ ਅਸੀਂ ਬਹੁਤ ਹੀ ਵਧੀਆ ਬਣਾ ਦਾਂਗੇ, ਹੁਣ ਵਾਲੇ ਸਕੂਲਾਂ 'ਚ ਕੀ ਕਮੀ ਲੱਗਦੀ ਹੈ ਤੁਹਾਨੂੰ? ਦੇਖੋ ਜੀ, ਅਰਵਿੰਦ ਕੇਜਰੀਵਾਲ ਨੇ ਤੇ ਮਨੀਸ਼ ਸਿਸੋਦੀਆ ਜੀ ਆਏ ਸਾਡੇ ਸਿੱਖਿਆ ਮੰਤਰੀ, ਉਹਨਾਂ ਨੇ 250 ਸਕੂਲਾਂ ਦੀ ਲਿਸਟ ਮਤਲਬ ਕਿ ਰੱਖਤੀ, ਉਹਨਾਂ ਨੇ ਲਿਆਓ ਵੀ ਤੁਹਾਡੀ ਵੀ ਲਿਸਟ। ਫਿਰ 3 ਲੱਖ ਬਿੱਲ ਅਰਵਿੰਦ ਕੇਜਰੀਵਾਲ ਜੀ ਲੈ ਕੇ ਵੀ ਦਿਖਾਓ ਆਹ ਜ਼ੀਰੋ ਬਿੱਲ ਆ 3 ਲੱਖ ਲੋਕਾਂ ਦਾ, ਤੁਸੀਂ ਵੀ ਦਿਖਾਓ, 1000 ਬਿੱਲ ਹੀ ਕੱਢ ਦੇਣ। ਇਹ ਸ਼ੋਸ਼ੇ ਹੈ ਜੀ। 70 ਸਾਲਾਂ ਦੇ ਵਿੱਚ ਦੋਨੇ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਇਹ ਆਉਣ ਵਾਲੇ 2022 ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ। ਮੀਡੀਆ ਜੇ ਸਹੀ ਦਾ ਸਹੀ ਉਵੇਂ ਜੇਕਰ ਖਬਰ ਦਿਓ, ਜਿਵੇਂ ਵੀ ਲੋਕ ਕਹਿੰਦੇ ਆ, ਇਹ ਤੁਹਾਨੂੰ 2022 ਦੇ ਵਿੱਚ ਪਤਾ ਲੱਗ ਜੂ। ਜਿਵੇਂ ਜੋਨੀ ਬਾਂਸਲ ਜੀ ਕਹਿੰਦੇ ਸੀ, ਇੱਕ ਮਿੰਟ ਵੀਰ ਜੀ, ਇੱਕ ਮਿੰਟ, ਜਿਵੇਂ ਜੌਨੀ ਜੀ ਕਹਿੰਦੇ ਸੀ ਤੁਹਾਡਾ ਮੈਂ ਫੋਨ ਤੇ ਆਹ ਕੰਮ ਕਰਾਇਆ, ਕੀ ਆਪਾਂ ਇਹੋ ਜਿਹੇ ਫੋਨਾਂ ਤੇ ਐਡੇ ਕੇ ਕੰਮਾਂ ਤੇ ਸੀਮਿਤ ਰਹਿ ਗਏ? ਕੀ ਆਪਾਂ ਸ਼ੌਚਾਲਿਆਂ ਦੀ ਸੀਮਿਤ ਰਹਿ ਗਏ? 70 ਸਾਲਾਂ ਦੇ ਆਪਾਂ ਨੂੰ ਸ਼ੌਚਾਲੇ ਹੀ ਲੋੜ ਆਈਆਂ। ਆਪਾਂ ਦੁਨੀਆ ਦੇਖੋ ਜੀ, ਅੱਜ ਤੋਂ 70 ਸਾਲ 'ਚ ਕਿੱਥੇ ਕਿੱਥੇ ਪਹੁੰਚਣੀ ਸੀ। ਇਹ ਥੋੜਾ ਜਿਹਾ ਇੱਕ ਮਿੰਟ ਵਿਕਾਸ ਦੀ ਗੱਲ ਕੀਤੀ ਤੁਸੀਂ ਵੀ ਜਿਹੜਾ ਵਿਕਾਸ ਹੁਣ 5 ਸਾਲਾਂ ਦਾ ਅੱਜ ਜਿਵੇਂ ਸਰਕਾਰ ਜਾ ਰਹੀ ਆ, ਹੁਣ ਵਿਕਾਸ ਯਾਦ ਆਇਆ ਇਹਨਾਂ ਨੂੰ? 4.5 ਸਾਲ ਪਹਿਲਾਂ ਕਿੱਥੇ ਸੀ? ਇੱਕ ਮਿੰਟ ਜੀ, ਇੱਕ ਮਿੰਟ ਮੇਰੀ ਗੱਲ ਸੁਣੋ। ਜਦੋਂ ਵਿਕਾਸ, ਇੱਕ ਮਿੰਟ, ਵਿਕਾਸ ਹੁੰਦਾ ਇਹ ਵਿਕਾਸ ਹੈ ਜੀ, ਮੇਰੀ ਗੱਲ ਸੁਣੋ। ਇਹ ਵਿਕਾਸ ਕੀ ਉਹ ਕੌਣ ਕਰਾਇਆ? ਇਹ ਪਬਲਿਕ ਹੀ ਕਰਾ ਰਹੀ ਆ। ਪਬਲਿਕ ਦੀ ਜੇਬ ਚੋਂ ਪੈਸਾ ਇਕੱਠਾ ਹੋ ਕੇ ਜਾਂਦਾ, ਤੇ 4.5 ਸਾਲ ਦਾ ਉਹ ਪੈਸਾ ਕਿੱਥੇ ਸੀ? ਕਿਉਂ ਨਹੀਂ ਲੈ? ਕਿਉਂ ਲੋਕਾਂ ਨੇ ਇੰਨੀਆਂ ਦੁੱਖ ਤਕਲੀਫਾਂ ਝੱਲੀਆਂ? ਅੱਛਾ, ਬੇਰੁਜ਼ਗਾਰ ਆ, ਬੇਰੁਜ਼ਗਾਰੀ ਦੇ ਆ, ਟੀਚਰ ਧਰਨੇ ਦੇ ਬੈਠੇ ਆ। ਤੁਸੀਂ ਸਾਰੇ ਮੀਡੀਆ ਨੂੰ ਪਤਾ, ਕੋਈ ਟੈਂਕੀਆਂ ਚੜਿਆ ਫਿਰਦਾ, ਕੋਈ ਕਿਤੇ ਧਰਨੇ ਲਾਈ ਬੈਠਾ। ਪਬਲਿਕ ਵੀ ਹੈਰਾਨ ਆ ਧਰਨੇ ਜਦੋਂ ਸੜਕਾਂ ਰੋਕੇ ਜਾਂਦੀਆਂ, ਆਮ ਪਬਲਿਕ ਹੈਰਾਨ ਹੁੰਦੀ ਆ ਵੀ ਉਹ ਕਿਉਂ ਹੁੰਦੀ ਆ। ਚੰਨੀ ਹੁਣ ਵਾਅਦੇ ਤੇ ਵਾਅਦਾ ਕਰੀ ਜਾਂਦਾ ਵੀ 5 ਸਾਲਾਂ ਦੇ ਪਹਿਲਾਂ ਕਿਉਂ ਨਹੀਂ ਕਰੇ? ਕੈਪਟਨ ਸਾਡਾ ਗੁੜਕਾ ਚੱਕ ਕੇ ਸਹੁੰ ਖਾ ਲਈ ਵੀ ਜਦੋਂ ਪਹਿਲਾਂ ਕਿਹੜਾ ਪਤਾ ਨਹੀਂ ਸੀ ਵੀ ਕੰਮ ਨਹੀਂ ਹੋ ਰਿਹਾ। ਉਹਦੀ ਪਾਸੇ ਕਰਨਾ ਸੀ। ਤੁਸੀਂ ਧਰਨੇ ਮੁਜ਼ਾਹਰੇ ਕਰਦੇ, ਤੁਸੀਂ ਪਾਸੇ ਕਰਨਾ ਸੀ। ਤੁਸੀਂ ਪਾਸੇ ਕਰਨਾ ਸੀ, ਮੁਜ਼ਾਹਰੇ ਕਰਦੇ ਹੋ। ਹੁਣ ਕਿਉਂ ਕੀਤਾ? 5 ਸਾਲ ਹੁਣ ਕਿਉਂ ਕੀਤਾ? ਬੈਂਟਾ ਜੀ, ਤੁਸੀਂ ਟੈਂਕੀਆਂ ਤੇ ਚੜੇ ਅਧਿਆਪਕਾਂ ਦੀ ਗੱਲ ਕਰੀ ਆ, ਉਹ ਤੁਹਾਡੀ ਜ਼ਿਮੀਦਾਰ ਆ ਸਾਰਾ ਪੰਜਾਬ। ਇਹ ਟੈਂਕੀਆਂ ਵਾਲੇ ਅਧਿਆਪਕ ਕਹੀ ਜਾਂਦੇ ਆ, ਇਹ ਟੈਂਕੀਆਂ ਵਾਲੇ ਅਧਿਆਪਕ ਤਾਂ ਯਾਦ ਨੇ ਇਹਨਾਂ ਦੇ। ਇਹਦਾ 730 ਬੰਦਾ ਉੱਥੇ ਜ਼ਿਮੀਦਾਰ ਮਰ ਗਿਆ, ਉਹ ਇਹਨਾਂ ਦੇ ਯਾਦ ਨਹੀਂ। ਸਾਨੂੰ ਫਾਹੇ ਦਿੱਤਾ ਰਿਹਾ ਇਹਨਾਂ ਨੇ ਸਾਲ ਭਰ। ਇਹ ਤਾਂ ਹਜੇ ਵੀ ਕਹਿੰਦੇ ਆ ਵੀ 378 ਦਿਨ ਜ਼ਿਮੀਦਾਰ ਬੈਠੇ ਰਹੇ ਆ, ਤੇ ਅਚਾਨਕ ਇਹਨਾਂ ਦੇ ਦਿਲ 'ਚ ਉਹ ਆ ਗਈ ਤੇ ਪਹਿਲੇ ਦਿਨ ਹੀ ਕਹਿੰਦੇ ਵੀ ਮਾਫ ਨੇ ਬਿੱਲ। ਨਹੀਂ, ਫਿਰ ਇਹ ਤਾਂ ਹਜੇ ਵੀ ਕਹਿੰਦੇ ਆ ਵੀ ਭਾਜਪਾ ਦੀ ਸਰਕਾਰ ਬਣੂਗੀ। ਭਾਜਪਾ ਦੀ ਇਹਨਾਂ ਨੂੰ ਖੜਨ ਨਹੀਂ ਦੇਣਾ ਕਿਸੇ ਨੇ ਜੀ। ਤੁਸੀਂ ਸਰਕਾਰ ਦੀ ਗੱਲ ਕਰਦੇ ਹੋ, ਇਹਨਾਂ ਨੂੰ ਖੜਨ ਨਹੀਂ ਦੇਣਾ ਕਿਸੇ ਨੇ। ਇਹ ਦੁਖੀ ਕਰ ਮਾਰਿਆ ਜ਼ਿਮੀਦਾਰ। ਉੱਥੇ 338 ਬੰਦਾ ਮਰ ਗਿਆ ਉੱਥੇ, ਕਿ 378 ਦਿਨ ਜ਼ਿਮੀਦਾਰ ਉੱਥੇ ਬੈਠਾ ਰਿਹਾ। ਉਦੋਂ ਨਾ ਇਹਨਾਂ ਦੇ ਯਾਦ ਆਇਆ ਜੀ ਕੁਛ, ਉਦੋਂ ਨਾ ਸਰਕਾਰ ਇਹਨਾਂ ਨੂੰ ਪਤਾ ਸੀ ਪੰਜਾਬ 'ਚ ਸਰਕਾਰ ਬਣਾਉਣੀ ਆ, ਪਹਿਲੇ ਦਿਨ ਹੀ ਮਾਫ ਕਰ ਦਿੰਦੇ ਬਿੱਲ। ਇਹ ਕਾਂਗਰਸ ਦੀ ਸਰਕਾਰ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ? ਕਾਂਗਰਸ ਤੋਂ ਸੰਤੁਸ਼ਟ ਨਾ ਸੰਤੁਸ਼ਟ, ਪਹਿਲਾਂ ਤਾਂ ਇਹਨਾਂ ਨੇ ਸਾਨੂੰ ਦੁਖੀ ਕਰ ਮਾਰਿਆ। ਕਾਂਗਰਸ ਨੇ ਜਿਹੜਾ ਕਰਿਆ ਨਾ ਕਰਿਆ ਹੋਇਆ ਉਹਨੂੰ ਹਰ ਜਾਣਗੇ। ਮੈਂ ਗੁਰਚਰਨ ਸਿੰਘ, ਪੁੱਚੋ ਮੰਡੀ, ਵਾਰਡ ਨੰਬਰ 12, ਟਰੱਕ। ਹਾਂਜੀ। ਗੁਰਚਰਨ ਸਿੰਘ, ਪੁੱਚੋ ਮੰਡੀ ਦਾ
ਵਰਕਰ ਬੋਲਦਾ ਮੈਂ। ਹਾਂਜੀ ਹਾਂਜੀ। ਸਾਡਾ ਕੀ ਗੁਨਾਹ ਹੋ ਗਿਆ ਵੀ ਜਿਹੜਾ ਟਰੱਕ ਯੂਨੀਅਨਾਂ ਸਾਰੀਆਂ ਫੇਲ ਕਰਤੀਆਂ ਕਾਂਗਰਸ ਨੇ ਆ ਕੇ, ਅਸੀਂ ਟਰੱਕ ਹੀ ਵੇਚਦੇ, ਬੇਰੁਜ਼ਗਾਰ ਕਰਤੇ, ਟਰੱਕ ਯੂਨੀਅਨ ਨੂੰ ਜਿੰਦਰੇ ਲਾਤੇ। ਹਾਂਜੀ ਬੇਟਾ ਜੀ, ਤੁਹਾਡੇ ਤੇ ਤੁਹਾਡੀ ਪਾਰਟੀ ਤੇ ਕੇਂਦਰ ਸਰਕਾਰ ਤੇ ਦੋਸ਼ ਲਾ ਰਹੇ ਆ ਵੀ ਸਾਡੇ ਉੱਥੇ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ, ਵੀ ਅਸੀਂ ਇਹਨਾਂ ਨੂੰ ਵੋਟ ਕਿਵੇਂ ਪਾ ਦਾਂਗੇ? ਦੇਖੋ, ਜਿਹੜੇ ਉੱਥੇ ਕਿਸਾਨ ਬੈਠੇ ਸੀ, ਬਾਰ-ਬਾਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਤੋਮਰ ਸਾਹਿਬ ਕਹਿੰਦੇ ਰਹੇ ਆ ਵੀ ਜਿਹੜੇ ਇੱਥੇ ਬਜ਼ੁਰਗ ਆ, ਮਾਤਾਵਾਂ ਭੈਣਾਂ, ਇਹਨਾਂ ਨੂੰ ਨਾ ਬਿਠਾਇਆ ਜਾਵੇ। ਸਾਡੇ ਨਾਲ ਤੁਸੀਂ ਗੱਲਬਾਤ ਜਾਰੀ ਕਰੋ, ਜੇ ਕੋਈ ਬਿੱਲਾਂ ਦੇ ਵਿੱਚ ਗੱਲਬਾਤ ਹੈਗੀ ਆਪਾਂ ਬੈਠ ਕੇ ਇਹਨੂੰ ਮੀਟਿੰਗ ਸਟਾਰਟ ਆਊਟ ਕਰ ਲੈਂਦੇ। ਇਹ ਕਿਸਾਨ ਨੇਤਾ ਦੀਆਂ ਇੱਕ ਨਹੀਂ 10 12 20 ਬੈਠਕਾਂ ਹੋਈਆਂ, ਆਖੀਰ ਨੂੰ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੀ ਗੱਲ ਹੀ ਮੰਨੀ ਹੈ ਨਾ। ਜੇ ਕਿਸੇ ਸਰਕਾਰ ਦੀ ਲਾਠੀ ਨਾਲ, ਸਰਕਾਰ ਦੀ ਗੋਲੀ ਨਾਲ ਕੋਈ ਜ਼ਿਮੀਂਦਾਰ ਮਰਿਆ ਤਾਂ ਅਸੀਂ ਦੀਨ ਦੇ ਰੱਬ ਬੀਜੇਪੀ ਉਹਦੇ ਲਈ ਦੋਸ਼ੀ ਹੈ। ਉਹ ਉੱਤੇ ਟਰੈਕ ਚੜਾਇਆ ਗਿਆ ਜੀ, ਗੱਡੀ ਚੜਾਈ ਆ, ਉਹ ਐਕਸੀਡੈਂਟ ਹੈ। ਨਹੀਂ ਐਕਸੀਡੈਂਟ ਕੋ ਤਾਂ ਉਦੋਂ ਬਾਅਦ ਬੰਦੇ ਵੀ ਮਰੇ ਆ ਭਾਈ, ਜਦ ਨਾ ਜਾਂਦਾ ਗੱਲ ਸਹੀ ਜਦ ਤੂੰ ਫਿਰ ਸਹੀ ਗੱਲ ਮੈਂ ਸਹੀ ਕਰਦਾ, ਜੀਪ ਚੜਾਈ ਉੱਤੇ, ਜੀਪ ਚੜਾਈ, ਤੂੰ ਪਰਖ ਨਹੀਂ ਕਰਨਾ ਨਾ ਕਰ। ਨਹੀਂ ਪਰਖ ਦੀ ਗੱਲ ਨਹੀਂ, ਜੀਪ ਚੜਾਈ, ਗੱਲ ਕਰ ਰਹੇ, ਗੱਲ ਸਹੀ ਗੱਲ ਕਰ ਰਹੇ। ਇੱਕ ਮਿੰਟ, ਸਾਡੀ 15 ਰਾਜਾਂ ਦੇ ਵਿੱਚ ਸਰਕਾਰ ਹੈ, ਆਪਣਾ ਇੱਕ ਕਿਸੇ ਨੂੰ ਇੰਨੀ ਲੋੜ ਦੀ ਹੋਣ ਦਿੱਤੀ। ਉਹ ਤਾਂ ਐਮਐਲਏ ਖੜ ਜਾ, ਇੱਕ ਮਿੰਟ ਗੱਲ ਕਰ ਸੁਣ। ਇੱਕ ਐਮਐਲਏ ਨਾਲ ਭੱਦਾ ਮਜ਼ਾਕ ਹੋਇਆ, ਅਸੀਂ ਸਹਿਣਸ਼ੀਲਤਾ ਸਾਡੇ 'ਚ, ਅਸੀਂ ਕੁਝ ਨਹੀਂ ਕਿਹਾ। ਸਮਾਜ ਦੇ ਵਿੱਚ ਇੱਕ ਐਮਐਲਏ, ਇੱਕ ਕੰਸਟੀਚੂਐਂਸੀ ਨੂੰ ਨੰਗਾ ਕੀਤਾ ਗਿਆ, ਕੁਝ ਨਹੀਂ ਕਿਹਾ। ਬਿਲਕੁਲ ਦੇਖੋ, ਇਹ ਮੋਦੀ ਸਾਹਿਬ ਦੀ ਧੈਰੇ ਨੂੰ ਮੰਨਣ ਨਾ ਮੰਨਣ, ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਦੀ ਲਾਠੀ ਨਾਲ, ਉਹਨਾਂ ਦੀ ਗੋਲੀ ਨਾਲ ਜੇ ਕੋਈ ਸ਼ਹੀਦ ਹੋਇਆ ਅਸੀਂ ਦੇਂਦਾ। ਜਿਹੜੇ ਸ਼ਹੀਦ ਹੋਇਆ ਉਹ ਦੇਖੋ, ਬਜ਼ੁਰਗ ਉੱਥੇ ਕੋਈ ਬਿਮਾਰ ਹੋਇਆ ਤਾਂ ਹੋਇਆ, ਜਾਂ ਉੱਥੇ ਕੋਈ ਲੜਕੇ ਨਹੀਂ ਹੋਇਆ, ਕੋਈ ਬਸ਼ਾਰਾ ਨਾਲ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਸਰਕਾਰਾਂ ਨੇ ਜਦੋਂ ਕਦੇ ਲਾਈਨ ਆਰਡਰ ਨੂੰ ਰੋਕਣਾ ਹੀ ਹੁੰਦਾ ਵੀ ਕਿਸੇ ਸਥਿਤੀ ਭਟਕ ਨਾ ਜਾਵੇ, ਹਮੇਸ਼ਾ ਜਿੰਨਾ ਸਬੂਤ ਮੋਦੀ ਸਾਹਿਬ ਨੇ ਦਿੱਤਾ, ਕੋਰੀਡੋਰ ਦਾ ਰਸਤਾ ਖੋਲਿਆ, ਉਹ ਕਿੰਨਾ ਲਈ ਕੀਤਾ? 400 ਕਰੋੜ ਰੁਪਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ, ਕਿਸਾਨਾਂ ਦਾ ਕੀ ਨਹੀਂ ਕੀਤਾ? ਕਿਹੜਾ ਇਹੋ ਜਿਹਾ ਕੰਮ ਹੈ ਵੀ ਜਿਹੜਾ ਕਾਂਗਰਸ ਨੇ ਸਰਕਾਰ ਨੇ ਕੀਤਾ ਕਿਸਾਨਾਂ ਦਾ? ਹਮੇਸ਼ਾ ਮੋਦੀ ਸਾਹਿਬ ਨੇ ਕਿਸਾਨਾਂ ਦੇ ਹਤੈਸ਼ੀ ਰਹੀ ਹੈ। ਵਿਰੋਧੀ ਪਾਰਟੀਆਂ ਦੇ ਮਗਰ ਲੱਗ ਕੇ ਸਾਡੇ ਕਿਸਾਨ ਭਰਾ ਗੁੰਮਰਾਹ ਹੋਏ ਨੇ। ਚਲੋ ਆਪਾਂ ਕਿਸਾਨਾਂ ਤੋਂ ਉਸਦਾ ਜਵਾਬ ਲੈ ਲੈਣੇ ਜੀ। ਹਾਂ ਬਾਈ, ਦਰੜੇ ਗਏ ਸੀਗੇ ਜੀ ਲਖਮੀਰਪੁਰ, ਉਹ ਕਿਹਨੇ ਮਾਰਿਆ ਜੀ? ਜਿਹੜੇ ਲਖਮੀਰਪੁਰ ਦਰੜੇ ਸੀਗੇ ਉਹ ਕਿਹਦੇ ਉਹ ਸੀਗੇ ਜੀ? ਗੱਡੀ ਨੇ ਜਿਹੜੇ ਵਿਧਾਇਕ ਦੇ ਉਹ ਸੀਗੇ। ਇਹ ਕਹਿੰਦੇ ਜੀ ਵਿਧਾਇਕ ਦੇ ਬੇਟੇ ਦੀ ਗੱਡੀ ਨੇ ਕਿਸਾਨ ਲਤੜੇ। ਕਾਨੂੰਨ ਆਪਦਾ ਕੰਮ ਕਰੀ ਜਾਂਦਾ, ਉਹ ਅੰਦਰ ਹੈ। ਜਣੀ ਜੇ ਕੋਈ ਐਕਸੀਡੈਂਟ ਹੋ ਜਾਏ, ਇੱਕ ਮਿੰਟ ਮੇਰੀ ਗੱਲ ਸੁਣੋ, ਕੋਈ ਐਕਸੀਡੈਂਟ ਹੋ ਜਾਏ, ਐਕਸੀਡੈਂਟ ਨਹੀਂ ਮਿੰਟਾਂ ਐਸਆਈਟੀ ਦੀ ਰਿਪੋਰਟ ਆ ਗਈ, ਬਕਾਇਦਾ ਪੇਪਰਾਂ 'ਚ ਆ ਗਿਆ ਕਿ ਉਹ ਸੋਚੀ ਸਮਝੀ ਸਾਜ਼ਿਸ਼ ਸੀ। ਜਿਹੜੀਆਂ ਉਹਨਾਂ ਤੇ ਧਾਰਾਵਾਂ ਲੱਗੀਆਂ ਸੀ, ਉਹ ਧਾਰਾਵਾਂ ਦੇ ਵਿੱਚ ਹੋਰ ਵਾਧਾ ਹੋਊਗਾ। ਔਰ ਉਹਨਾਂ ਐਸਆਈਟੀ ਵਾਲਿਆਂ ਨੂੰ, ਜਿਨ੍ਹਾਂ ਨੇ ਉਹ ਜਾਂਚ ਕੀਤੀ ਆ, ਉਹਨਾਂ ਨੂੰ ਐਸੀਆਂ ਧਮਕੀਆਂ ਦਿੱਤੀਆਂ। ਇਹ ਕਹਿੰਦੇ ਨਾ 15 ਰਾਜਾਂ 'ਚ ਸਾਡੀ ਸਰਕਾਰ ਚੱਲਦੀ ਆ, 15 ਦੇ 15 ਰਾਜਾਂ 'ਚ ਗੁੰਡਾ ਚੱਲਦਾ। ਸਾਰੇ ਕਿਤੇ, ਖਾਸ ਕਰਕੇ ਜਿੱਥੇ ਘੱਟ ਗਿਣਤੀਆਂ ਦੇ ਲੋਕ ਰਹਿੰਦੇ ਆ, ਉਹਨਾਂ ਨਾਲ ਧੱਕੇ ਹੋ ਰਹੇ ਆ, ਖਾਸ ਕਰਕੇ ਕਿਸਾਨਾਂ ਨਾਲ ਤੇ ਸਿੱਖਾਂ ਨਾਲ, ਸਾਰੇ ਕਿਤੇ ਧੱਕੇ ਕੀਤੇ ਆ। ਇਹ ਕਹਿੰਦੇ ਆ ਹਿੰਦੂ ਤੇ ਸਿੱਖ ਭਾਈਚਾਰਕ ਦੀ ਸਾਂਝ। ਮੈਂ ਕਹਿਣਾ ਸਭ ਤੋਂ ਵੱਡਾ ਫਿੱਟ ਪਾਉਣ ਵਾਲਾ ਹੈ ਹੀ ਮੋਦੀ। ਹਿੰਦੂ ਤੇ ਸਿੱਖਾਂ ਦਾ 9 ਮਾਸ ਦਾ ਰਿਸ਼ਤਾ, ਪਿੰਡਾਂ ਦੇ ਵਿੱਚੋਂ ਉੱਠ ਕੇ ਸ਼ਹਿਰਾਂ ਦੇ ਵਿੱਚ ਆ ਕੇ ਰਹਿਣ ਵਾਲੇ ਸਾਡੇ, ਜਿਨ੍ਹਾਂ ਨੂੰ ਅਸੀਂ ਹਿੰਦੂਆਂ ਨੂੰ, ਸਾਡੇ ਆੜਤੀਆਂ ਨੂੰ ਕੋਈ ਚਾਚਾ ਕਹਿੰਦੇ ਆ, ਕੋਈ ਤਾਇਆ ਕਹਿੰਦੇ ਆ, ਉਹਨਾਂ ਦੇ ਵਿੱਚ ਫਰਕ ਪਾਉਣ ਵਾਲੀ ਇਹ ਜਿਹੜਾ ਜਾਣ ਬੁੱਝ ਕੇ ਕਰਦੇ ਹਿੰਦੂਤਵ ਵਾਲੀ ਗੱਲ, ਉਹ ਇਹ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਨਹੀਂ ਸੋਚਿਆ ਸੀ ਕਿ ਆਹ ਹਿੰਦੂ ਆ ਅਸੀਂ ਇਹਨੂੰ ਪਿੱਛੇ ਰੱਖਣਾ, ਆਹ ਮੁਸਲਮਾਨ ਇਹਨੂੰ ਪਾਸੇ ਕਰਨਾ, ਆਹ ਕੋਈ ਸਿੱਖ ਹੈ ਇਹਨੂੰ ਅਸੀਂ ਧੁਰਕਾਰਨਾ। ਐਸੀ ਕੋਈ ਗੱਲ ਨਹੀਂ। ਉਧਰ ਦਵੈਤ ਭਾਵ ਹੈਗਾ, ਸਾਰੇ ਰਾਜਾਂ ਦੇ ਵਿੱਚ ਘੱਟ ਗਿਣਤੀਆਂ ਤੇ ਅਤਿਆਚਾਰ ਹੋ ਰਿਹਾ, ਔਰ ਬੀਜੇਪੀ ਦੀ ਸਰਕਾਰ 'ਚ ਹੋ ਰਿਹਾ। ਸਾਰੇ ਕਿਤੇ ਕੀਤਾ ਇਹਨਾਂ ਨੇ। ਜੰਮੂ ਕਸ਼ਮੀਰ ਦੇ ਵਿੱਚ ਕੀ ਹੋਇਆ? ਜੇ ਧਾਰਾ 370 ਨਾ ਖਤਮ ਹੁੰਦੀ, ਉੱਥੇ ਲੋਕਾਂ ਦਾ ਹੋ ਜਾਂਦਾ ਪਤਾ? ਕਿਸ ਤਰ੍ਹਾਂ ਡਰੇ ਪੈਂਦੇ ਸਾਨੂੰ ਉੱਥੇ? ਕਿੱਥੇ ਅੱਜ, ਕਿੱਥੇ ਸਰਕਾਰ ਕਿਹੜੀ ਫੈਸਲਾ ਲੈ ਸਕਦੀ ਸੀ? ਇਹ 370 ਧਾਰਾ ਹਟਾਈ ਹੈ, ਫੈਸਲਾ ਲਿਆ। ਫੈਸਲਾ ਲੈਣ ਦੀ ਸ਼ਮਤਾ ਹੋਣੀ ਚਾਹੀਦੀ ਹੈ। ਆ ਕੇਜਰੀਵਾਲ ਅੱਜ ਸਕੂਲਾਂ ਦੀ ਗੱਲ ਕਰਦਾ, ਦਿੱਲੀ ਦੀ ਕਿੰਨੇ ਸਕੂਲ ਖਾਣਾ ਜਿੱਥੇ ਪ੍ਰਿੰਸੀਪਲ ਦੀਆਂ ਪੋਸਟਾਂ ਹੀ ਖਾਲੀ ਪਈਆਂ, ਕਿੰਨੇ ਹਸਪਤਾਲ ਕਹਿੰਦਾ ਮੈਂ ਗਲੀ ਗਲੀ ਬਣਾ ਤੇ, ਕੋਈ ਦਵਾਈ ਦੀ ਗੋਲੀ ਨਹੀਂ ਉੱਥੇ। ਕਰੋਨਾ, ਇੱਕ ਮਿੰਟ ਖੜ ਜਾਓ, ਕਰੋਨਾ ਦੀ ਮਹਾਮਾਰੀ ਚਲੀ, ਕੀ ਕੇਜਰੀਵਾਲ ਨੇ ਲੋਕਾਂ ਦੀ ਉੱਥੇ ਸੇਵਾ ਕੀਤੀ? ਦੇ ਪੰਜਾਬ ਦੀ ਆਬਾਦੀ 3 ਕਰੋੜ ਹੈ, 1 ਕਰੋੜ 82 ਲੱਖ ਲੋਕਾਂ ਨੂੰ ਮੋਦੀ ਸਾਹਿਬ ਨੇ ਅਨਾਜ ਭੇਜਿਆ। ਇਹ ਹੁੰਦੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ, ਗੱਲਾਂ ਕਰਨ ਨਾਲ ਨਹੀਂ ਹੁੰਦਾ ਕੁਛ। ਇੱਥੇ ਹਾਂਜੀ, ਤੁਹਾਡੀ ਪਾਰਟੀ ਤੇ ਸਵਾਲ ਉੱਠ ਰਿਹਾ ਜੀ। ਇਹ ਜਾ ਕੇ ਤੁਸੀਂ ਜੀ ਦੇਖੋ ਜੀ, ਇਹ ਪਾਰਟੀਆਂ ਇੱਕ ਮਿੰਟ, ਜਿਹੜੀਆਂ ਪਾਰਟੀਆਂ ਹੁੰਦੀਆਂ ਇਹਦਾ ਇੱਕ ਦੂਜੇ ਤੇ ਆਹੋ ਕਰਦੇ ਆ। ਇਹ ਜਾ ਕੇ ਤੁਸੀਂ ਦਿੱਲੀ ਦੇ ਪਬਲਿਕ ਕੋਲੇ ਜਾ ਸਕਦੇ ਹੋ, ਘਰ ਘਰ ਜਾ ਸਕਦੇ ਹੋ, ਉੱਥੇ ਜਾ ਕੇ ਲੋਕਾਂ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ। ਆਖਰ ਜੇ ਉਹਦੇ 'ਚ ਕੋਈ ਗਲਤ ਨਿਕਲੇ, ਅਸੀਂ ਦੇਣਦਾਰ ਆ। ਉਹਨੇ ਮੀਡੀਆ ਨੂੰ ਉਹ ਕਹਿੰਦੇ ਸੀ ਵੀ ਇੰਨਾ ਰਾਸ਼ਨ ਕੇਜਰੀਵਾਲ ਜੀ ਤੁਸੀਂ ਕਿੱਥੋਂ ਲੈ ਕੇ ਆਉਣੇ ਹੋ, ਕਿੱਥੇ ਬਣਦਾ ਤੁਹਾਡਾ? ਉਹ ਫਿਰ ਮੀਡੀਆ ਨਾਲ ਉਹਨਾਂ ਨੇ ਗੱਲ ਕਰੀ ਵੀ ਤੁਸੀਂ ਜੇ ਸਹੀ ਖਬਰ ਦਿਖਾਓਗੇ ਤਾਂ ਤੁਹਾਨੂੰ ਉੱਥੇ ਲੈ ਚੱਲਦੇ ਆ।
ਉਹ ਕਹਿੰਦੇ ਜੀ ਸਹੀ ਖਬਰ ਦਿਖਾਵਾਂਗੇ, ਕਹਿੰਦੇ ਆ ਜਾਓ। ਉਹਨਾਂ ਨੇ ਦਿਖਾਇਆ ਫਿਰ ਜਾ ਕੇ ਵੀ ਜਿਹੜੇ ਆ ਦੇਖੋ ਜੀ, ਉਹ ਵੀ ਹੈਰਾਨ ਰਹਿ ਗਏ ਵੀ ਆਹ ਦੇਖੋ ਇੰਨਾ ਰਾਸ਼ਨ ਬਣੀ ਜਾਂਦਾ ਇੱਥੇ। ਮੀਡੀਆ ਤੇ ਤੁਸੀਂ ਵੀ ਸੁਣਿਆ ਦੇਖਿਆ ਹੋਊਗਾ, ਮੀਡੀਆ ਹੈਰਾਨ ਰਹਿ ਗਿਆ ਇਹ ਚੀਜ਼ ਦੇਖ ਕੇ। ਬਹੁਤ ਵੱਡਾ ਇਹ ਦਿੱਤਾ ਸੋ। ਜੰਮੂ ਕਸ਼ਮੀਰ ਦੇ ਮੁੱਦੇ ਤੇ ਕੁਝ ਬੋਲਣਾ ਚਾਹੁੰਦੇ ਸੀ? ਜੰਮੂ ਕਸ਼ਮੀਰ ਦੇ ਕਿਸੇ ਵਾਸੀ ਤੋਂ ਕਹਾ ਦਿਓ ਕਿ ਹੁਣ ਚੰਗਾ ਹੋਇਆ। ਸਾਡੇ ਪਿੰਡਾਂ ਤੋਂ ਇੱਥੋਂ ਕੋਈ ਕਰੇਨ ਦਾ, ਕੋਈ ਕਾਸੇ ਦਾ, ਕੋਈ ਡਰਾਈਵਰ ਜਾਂਦਾ ਸੀ, ਜਾਣੋਂ ਹਟ ਕੇ ਡਰਦੇ ਆ। ਮਿਲਟਰੀ ਦਾ ਰਾਜ ਆ, ਜੋ ਕੁਝ ਮਿਲਟਰੀ ਨੂੰ ਕਹਿਤਾ ਮਿਲਟਰੀ ਦੇ ਵਿੱਚ ਜਾਣਬੁੱਝ ਕੇ ਆਪਦੇ ਪੰਥ ਵਾਲੇ ਬਾੜ ਕੇ, RSS ਵਾਲੇ ਬਾੜ ਕੇ, ਨੀਕਰਾਂ ਹੋਰ ਪਾ ਕੇ, ਹਾਲਾਂਕਿ ਉਹ ਮਿਲਟਰੀ ਵਾਲੇ ਹੈ ਨਹੀਂ ਹੈਗੇ, ਆਮ ਲੋਕ। ਉਹ ਲੋਕਾਂ ਨਾਲ ਧੱਕੇ ਕਰਦੇ ਆ, ਉੱਥੇ ਜ਼ਬਰਦਸਤੀ ਕਰਦੇ ਆ ਲੜਕੀਆਂ ਨਾਲ। ਜੋ ਸਾਡੇ ਗੁਰੂ ਸਾਹਿਬਾਂ ਵੇਲੇ ਹੁੰਦਾ ਸੀ ਨਾ, ਤੁਰਕ ਕਰਦੇ ਹੁੰਦੇ ਸੀ, ਉਹ ਹਾਲਾਤ ਜੰਮੂ ਕਸ਼ਮੀਰ ਦੇ ਹੋਇਆ। ਅਸੀਂ ਉਹਦੇ ਨਾਲ ਬਿਲਕੁਲ ਖੁਸ਼ ਨਹੀਂ, ਸਹਿਮਤ ਨਹੀਂ। ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਮਜਬੂਰੀ ਬਸ ਇਸ ਗੱਲੋਂ ਚੁੱਪ ਕਰ ਗਿਆ, ਉਹ ਸਾਡੀ ਗਲਤੀ ਸੀ। ਇੱਥੇ ਖੜ ਕੇ ਨਹੀਂ ਗੱਲ ਹੋ ਸਕਦੀ ਵੀ ਜੰਮੂ ਕਸ਼ਮੀਰ ਦੇ ਵਿੱਚ ਸਹੂਲਤ ਨਹੀਂ ਜਾਣ ਵੜ ਗਏ। ਜੰਮੂ ਕਸ਼ਮੀਰ ਦੇ ਵਿੱਚ ਪ੍ਰਤੀਬੰਧ ਸੀ, ਉੱਥੇ ਆਪਾਂ ਜਾ ਨਹੀਂ ਸਕਦੇ ਸੀ। ਹੁਣ ਦੱਸੋ ਕਦੀ ਮਨਾਹੀ ਹੈ? ਕਿਉਂ ਬੰਦ ਸੀ ਇੰਨੇ ਚਿਰ ਦਾ? ਕਿਉਂ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਸੀ? ਦੇਸ਼ ਦੇ ਵਿੱਚ 2 ਵਿਧਾਨ 2 ਨਿਸ਼ਾਨ ਕਿਉਂ ਚੱਲਦੇ ਸੀ? ਕਿਸ ਤਰ੍ਹਾਂ ਉੱਥੋਂ ਦੀ ਜਨਤਾ ਆਪਦੇ ਕਾਨੂੰਨ ਆਪ ਪਾਸ ਕਰਦੀ ਸੀ? ਸਾਨੂੰ ਉੱਥੇ ਬੀਜੇਪੀ ਨੇ ਲੜਾਈ ਲੜੀ ਹੈ 40 ਸਾਲ ਤੋਂ। ਇੱਕ ਮਿੰਟ ਮੈਂ ਗੱਲ ਕਰਦਾ, ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸਦਾ। ਜੰਮੂ ਕਸ਼ਮੀਰ ਦੀ ਗੱਲ ਕਰਦਾ ਮੈਂ। ਪੰਜਾਬ, ਚਲੋ ਪੰਜਾਬ ਸਰਕਾਰ ਬਾਦਲ ਦੇ ਪੰਜਾਬ ਦੇ ਵਿੱਚ ਰਹੀ ਹੈ। ਜੰਮੂ ਕਸ਼ਮੀਰ ਦੇ ਬਾਰੇ ਜੇ ਗੱਲ ਕੀਤੀ ਜਾਵੇ ਤੇ ਜੇ ਹੁਣ ਸਾਹ ਸੌਖਾ ਹੈ ਤਾਂ ਉੱਥੇ ਹੋਣਾ ਹੈ। ਚਲੋ ਆਪਾਂ ਪੰਜਾਬ, ਵਰਿੰਦਰ ਜੀ ਆ ਵੀਰ ਟਰੱਕ ਸੀਗਾ, ਇਹ ਕਹਿੰਦੇ ਸੀ ਵੀ ਸਾਡੇ ਟਰੱਕ ਵਿਕ ਗਏ, ਐਡੀ ਬੁਰੀ ਹਾਲਤ ਕਰਤੀ। ਨਹੀਂ, ਜੇ ਟਰੱਕ ਯੂਨੀਅਨ ਆ ਨਾ, ਇਹ ਤਾਂ ਇਹਨਾਂ ਬਾਦਲਾਂ ਦੇ ਬਿਠਾਏ ਹੋਏ ਯੂਨੀਅਨ ਦੇ ਪ੍ਰਧਾਨ ਬੈਠੇ ਸੀ ਉੱਥੇ, ਉਹ ਹਟਾਏ ਆ। ਅਸੀਂ ਯੂਨੀਅਨ ਕਦੋਂ ਖਤਮ ਕਰਤੀ? ਜੇਕਰ ਹੁਣ ਬਣਾ ਲੈਣ ਪਏ ਆ ਜਾਨੇ ਇਕੱਠੇ ਹੋ ਕੇ ਯੂਨੀਅਨ। ਇਹ ਤਾਂ ਇਹਨਾਂ ਦੇ ਗੁੰਡੇ ਬੈਠੇ ਸੀ ਉੱਥੇ, ਗੁੰਡਿਆਂ ਨੂੰ ਹਟਾਇਆ ਉੱਥੇ। ਅੱਜ ਕਹਿੰਦਾ ਹੁਣ 100 ਟਰੱਕ ਇਕੱਠਾ ਕਰ ਦੇਣ, ਅਸੀਂ ਕਦੋਂ ਕਹਿਣੇ ਆ? ਦੱਸੋ ਕਿਹਨੂੰ ਕੀ ਰੇਤਾ ਬਈ ਦੀ ਕੋਈ ਮਹਿੰਗਾ ਹੋਇਆ ਸਸਤਾ, ਦੱਸੋ ਕੀ ਹੋਇਆ? ਹਾਂਜੀ, ਸਾਡਾ ਕਾਂਗਰਸ ਨੇ ਆ ਕੇ ਪੱਠਾ ਬਾਤਾ ਜੀ ਸਾਰੀ ਪੰਜਾਬ ਯੂਨੀਅਨ ਚ। ਕਾਂਗਰਸ ਨੇ ਆ ਕੇ ਸਾਡੀਆਂ ਯੂਨੀਅਨ ਖਾ ਕੇ ਲੁੱਟ ਕੇ ਬਰਬਾਦੀ ਕਰਤੀ ਯੂਨੀਅਨਾਂ ਦੀ। ਤੇਲ ਮਹਿੰਗੇ ਕਰਤੇ, ਟੂਲ ਟੈਕਸ ਲਾਤੇ, ਕਿਸ਼ਤਾਂ ਗੱਡੀਆਂ ਲਈਆਂ, ਫਾਈਨੈਂਸ ਵਾਲੇ ਫੜ ਕੇ ਲੈ ਗਏ ਜਦੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ। ਡਰਾਈਵਰ ਕੰਡਕਟਰ ਮਾਲਕ ਹੀ ਭੁੱਖੇ ਮਰਦੇ ਆ। ਤੁਹਾਨੂੰ ਕੀ ਲੱਗਦਾ ਤੇਲ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ? ਨਹੀਂ, ਹੁਣ ਤਾਂ ਕੁਝ ਘਟੀਆਂ ਜੀ, ਹੁਣ ਤਾਂ ਕੁਝ ਬਹੁਤ ਗਿਆ ਜੀ। ਬਾਕੀ ਜਿਵੇਂ ਹੁਣ ਚੰਨੀ ਸਾਹਿਬ ਕੁਝ ਚੰਗਾ ਕਰ ਰਹੇ ਆ, ਵਧੀਆ ਕਰ ਰਹੇ ਆ, ਠੀਕ ਹੈ। ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ, ਕੋਈ ਭਰਾ ਕੋ ਮਾਲਕ 40 ਰੁਪਏ ਵਧਾ ਕੇ 40 ਰੁਪਏ ਵਧਾ ਕੇ 10 ਰੁਪਏ ਸਸਤਾ ਕਰਨ। ਸਸਤੇ ਤੋਂ ਸਸਤਾ ਨਹੀਂ ਹੈਗਾ ਜੀ ਉਹ, ਪਹਿਲਾਂ ਵਧਾ ਦੋ ਫਿਰ ਉਹ ਸਸਤਾ ਨਹੀਂ ਹੋਇਆ ਜੀ। ਸਾਡੀਆਂ ਟਰਾਂਸਪੋਰਟ, ਮੈਂ ਕਹਿੰਦਾ ਟਰੱਕ ਵਪਾਰੀ ਲੋਕਾਂ ਨੂੰ ਜਾ ਕੇ ਪੁੱਛੋ, ਇਹ ਗੁੰਡਾਗਰਦੀ ਟਰੱਕ ਜਿਹਨੂੰ ਕਰਦੀ ਸੀ ਲੋਕਾਂ ਨੂੰ ਜਾ ਕੇ 70 ਰੁਪਏ ਭਾੜਾ, ਹੁਣ 25 ਰੁਪਏ ਭਾੜਾ। ਜਿਹੜੇ ਆਮ ਲੋਕਾਂ ਨੂੰ ਪੁੱਛੋ, ਆਮ ਜਾ ਕੇ ਜਨਤਾ ਨੂੰ ਪੁੱਛੋ ਨਾ ਵੀ 25 ਭਾੜਾ ਜਾ ਕੇ 70 ਇਹ ਤਾਂ ਗੁੰਡਾਗਰਦੀ ਗੱਲ ਤੇ ਤਾਉ ਲੱਗ ਕਹਿੰਦੇ ਸੀ 70 ਨਾ ਕਰਾਇਆ, 70 ਕਿੱਥੋਂ ਦੇਣਾ? ਤਾਂ ਕੀਤਾ ਸਰਕਾਰ ਕਾਂਗਰਸ ਨੇ ਵੀ ਲੋਕਾਂ ਦੀ ਜਨਤਾ ਨੇ ਤੰਗ ਕਰਦੇ ਜਾ ਕੇ ਵੀ ਇਹ ਤਾਂ ਕਿਰਾਇਆ 120 ਲਵਾਂਗੇ ਜੀ। ਕੋਈ ਵਪਾਰ ਸਾਰਾ ਫੇਲ ਕੀਤਾ ਕਰਦੇ, ਡਿਕਟੇਟਰਸ਼ਿਪ ਕਰਦੇ ਸੀ ਜੋ ਸ਼ਹਿਰ ਦੇ ਵਿੱਚ ਵੀ ਸਾਡਾ 70 ਹੈ। ਰਾਮਪੁਰੇ ਮੰਡੀ ਦੇ ਵਿੱਚ ਤਾਂ 30 ਰੁਪਏ ਭਾੜਾ ਬਠਿੰਡੇ ਦਾ, ਭੁੱਚੋ ਤੋਂ 70 ਰੁਪਏ ਭਾੜਾ ਬਠਿੰਡੇ ਦਾ। ਸਹਿਮਤ ਹੈ। ਜਿਹੜੀ ਕਿਸਾਨ ਯੂਨੀਅਨ ਆ ਉਹ ਗੁੰਡਾਗਰਦੀ ਸੀ, ਨਹੀਂ ਹੋਣੀ ਚਾਹੀਦੀ। ਮਤਲਬ ਕਿ ਟਰੱਕ ਯੂਨੀਅਨ, ਟਰੱਕ ਯੂਨੀਅਨ ਦੇ ਜਿਹੜੇ ਫੇਲ ਹੋ ਗਏ ਭੁੱਚੋ ਮੰਡੀ ਦੇ ਭਾੜੇ ਕਰਕੇ ਵਪਾਰ। ਇੱਕ ਮਿੰਟ, ਜਿਹੜੇ ਨਹੀਂ ਇੰਨਾ ਵੀ ਕਰਦੇ ਯਾਰ, ਜਿਹੜੀ ਟਰੱਕ ਯੂਨੀਅਨ ਸੀਗੀ ਇਹ ਹਮੇਸ਼ਾ ਕਿਸੇ ਕੋਈ ਬੰਦਾ ਲੈ ਕੇ ਗਿਆ ਬਾਹਰੋਂ ਗੱਡੀ, ਮਾਲਕ ਮੈਂ ਆ, ਉਹਨੂੰ ਫੜ ਲੈਂਦੇ ਸੀ। ਇਹ ਤਾਂ ਅਸੀਂ ਕੈਪਟਨ ਸਾਹਿਬ ਦਾ ਵਧੀਆ ਫੈਸਲਾ ਸੀ, ਇਹਦਾ ਸਵਾਗਤ ਕਰਦੇ ਹਾਂ। ਅਰੇ ਵਪਾਰੀ ਹੈ, ਜਿੱਦਣਾ ਹੈ ਸਾਰਾ ਕੁਝ ਕਰਨਾ ਹੈ। ਬਾਪ ਗੁਰਲਾਬ ਜੀ ਇਹ ਕਹਿੰਦੇ ਵੀ ਆਂਦੀ ਸਰਕਾਰ ਨੇ 2 ਮਿੰਟ ਗੁੰਡਾ ਕਰਦੀ ਸੀ ਉਹਦੇ ਬਾਰੇ। ਮੈਂ ਕਿਹਾ ਜੀ ਉਹ ਸੀ ਕਿਸੇ ਵੀ ਟਰੱਕ ਆਪਰੇਟਰ ਤੋਂ ਪੁੱਛ ਲਓ। ਟਰੱਕ ਯੂਨੀਅਨ ਆ ਜਿਹੜੀ, ਉਹ ਇੱਕ ਸਾਰੇ ਟਰੱਕ ਆਪਰੇਟਰਾਂ ਦੀ ਬਣਾਈ ਹੋਈ ਯੂਨੀਅਨ ਹੁੰਦੀ ਆ। ਉਹਦਾ ਜਿਹੜਾ ਗੱਲਾ ਬਣਦਾ ਉਹ ਆਪਸ ਵਿੱਚ ਵੰਡਿਆ ਜਾਂਦਾ, ਉਹਦਾ ਜਿਹੜਾ ਲਾਹਾ ਮਿਲਦਾ ਸਾਰਿਆਂ ਨੂੰ ਵੰਡ ਕੇ ਮਿਲਦਾ। ਉਹ ਸਾਰਾ ਕੁਝ ਹੀ ਖਤਮ ਕਰਤਾ। ਇੱਕ ਬੰਦੇ ਨੂੰ ਕੁੱਲ ਕੁਝ ਮਿਲੀ ਜਾਂਦਾ, ਉਸੇ ਬੰਦੇ ਨੇ ਕੰਟਰੈਕਟ ਕਰ ਲਿਆ। ਜਿਹੜਾ ਰੇਟ ਕਿਸੇ ਥਾਂ ਤੇ ਪਹਿਲਾਂ 3.5 ਸੀ, ਉਹ ਬੰਦੇ ਨੇ 2.5 ਪਾਤਾ। ਜਿੱਥੇ 1.25 ਸੀ ਉੱਥੇ ਜਾਣ ਕੇ 3.25 ਪਾਤਾ। ਐਸਾ ਸਿਸਟਮ ਭੈੜਾ ਕੀਤਾ। ਤੁਸੀਂ ਇੱਕ ਵੀ ਟਰੱਕ ਆਪਰੇਟਰ ਨੂੰ ਇੱਥੇ ਖੜੇ ਨੂੰ ਪੁੱਛ ਲਓ, ਇੱਕ ਟਰੱਕ ਆਪਰੇਟਰ, ਇੱਕ ਵੀ ਟਰੱਕ ਦਾ ਮਾਲਕ, ਟਰੱਕ ਵਾਲਿਆਂ ਨੇ ਟਰੱਕ ਵੇਚਦੇ ਜੀ, ਉਹਨਾਂ ਦਾ ਰੁਜ਼ਗਾਰ ਆ ਜਿਹੜਾ ਉਹ ਖਤਮ ਹੋ ਗਿਆ, ਮਾਰਤਾ ਰੁਜ਼ਗਾਰ ਸਾਰਾ। ਸਭ ਤੋਂ ਵੱਡੀ ਢਾਹ ਲੱਗੀ ਹੈ ਟਰੱਕ ਆਪਰੇਟਰਾਂ ਨੂੰ, ਔਰ ਸਾਰਿਆਂ ਨੂੰ ਹੀ ਲੱਗੀ ਆ। ਆਹੀ ਬੰਦੇ ਜਿਹੜੇ ਇੱਥੇ ਬੋਲੀ ਜਾਂਦੇ ਆ, ਇਹ ਸ਼੍ਰੋਮਣੀ ਅਕਾਲੀ ਦਲ ਵੇਲੇ ਲਾਹਾ ਲੈਂਦੇ ਸੀ, ਉਦੋਂ ਸਾਡੇ ਵਾਲੇ ਪਾਸੇ ਮੂਹਰੇ ਸੀ। ਆ ਸਾਰੇ ਪ੍ਰਧਾਨ ਆ ਜਿਹੜੇ ਖੜੇ ਆ ਨਾ, ਜੇ ਆਪਾਂ ਸੱਚੀ ਗੱਲ ਕਰੀਏ, ਇਹ ਉਦੋਂ ਸਾਰੇ ਮੂਹਰੇ ਸੀ, ਉਦੋਂ ਸਾਡੇ ਵਾਲੇ ਪਾਸਿਓਂ ਲਾਹਾ ਲਈ ਗਏ। ਹੁਣ ਜਦੋਂ ਪਤਾ ਲੱਗ ਗਿਆ ਸਰਕਾਰ ਦੂਜੀ ਆ ਗਈ, ਮਾਰੀ ਟਪੂਸੀ ਉਧਰ ਆ, ਤੇ ਜਦੋਂ ਬਦਲ ਗਈ ਸਰਕਾਰ ਮਿਹਨਤਾਂ ਕਰਦੇ ਦਿਖਾਉ। ਇਹ ਗੱਲਾਂ ਨਹੀਂ ਹੁੰਦੀਆਂ। ਉਦੋਂ ਇਧਰਲੇ ਪਾਸਿਓਂ ਵੀ ਮੂਹਰੇ ਰਹੇ ਆ।
ਇਹ ਸਾਰੇ ਟਪੂਸੀ ਮਾਰ ਆ, ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਇਸ ਲੋਟ ਵਿਕਾਸ ਨਹੀਂ ਕੀਤੇ ਜਾਂਦੇ ਹੁੰਦੇ। ਤੁਸੀਂ ਟਰੱਕ ਪਟੋ ਜੀ ਭਾਈ ਮੈਂ ਮਜ਼ਦੂਰ ਹਾਂ। ਮੋਦੀ ਕਹਿੰਦਾ ਵੀ 6 ਦਿਨ ਆਣਗੇ। ਸੁਣ ਲਓ ਗੱਲ ਇਹਨੂੰ ਯਾਰ ਸੁਣ ਅੱਜ ਪੰਜਾਬ ਦਾ ਮੁਲਕ ਦਾ ਪੱਠਾ ਬਿਠਾਦਾ ਇਹ ਬੰਦੇ ਨੂੰ। ਪੰਜਾਬ ਦਾ ਪੱਠਾ ਬੈਠਣਾ ਸੀ ਕਿਉਂ ਜ਼ਿਮੀਂਦਾਰ ਮਰੇ ਉੱਥੇ। ਸਾਡਾ ਮੈਂ ਮਜ਼ਦੂਰ ਆ, ਮਜ਼ਦੂਰਾਂ ਦਾ ਆੜ੍ਹਤੀਆਂ ਦਾ ਪੱਠਾ ਬਿਠਾਉਂਦਾ ਸੀ ਇਹ ਜਿੰਨਾ ਮਾੜਾ ਪ੍ਰਧਾਨ ਮੰਤਰੀ ਕੋਈ ਵੀ ਨਹੀਂ। ਇਹ ਸੁਣ ਲਾ ਗੱਲ ਫੇਰ ਜਿਹੜੀ ਬਹੁਤ ਕੌਣ ਅਸੀਂ ਚੰਗੇ ਆ ਅਸੀਂ ਇੱਕ ਮਿੰਟ ਪਹਿਲਾਂ ਪਲਾਨ ਨਹੀਂ ਲੇਬਰ ਕਰਦਾ ਮੈਂ ਲੇਬਰ ਕਰਦਾ ਇੱਕ ਮਿੰਟ ਗੱਲ ਕਰਾਓ ਸਮਝ ਗਿਆ ਮਜ਼ਦੂਰ ਨੂੰ ਜਿੰਨਾ ਕਿਤੇ ਯੋਜਨਾਵਾਂ ਦਿੱਤੀਆਂ ਇਹਨੂੰ ਪਤਾ ਕਿਸੇ ਦਾ ਨਾ ਸਾਨੂੰ ਨਹੀਂ ਪਤਾ। ਗੱਲ ਸੁਣ ਇੱਕ ਮਿੰਟ ਭਾਈ ਜੀ ਗੱਲ ਸੁਣ ਮੇਰੋ ਆ ਪੁੱਛੋ ਮੰਡੀ ਦੇ ਗੱਲ ਸੁਣ। ਕੇਂਦਰ ਸਰਕਾਰ ਦੀਆਂ ਪ੍ਰਧਾਨ ਜੀ ਕਹਿੰਦੇ ਆ ਵੀ ਮਜ਼ਦੂਰਾਂ ਨੂੰ ਬਹੁਤ ਕੁਝ ਦਿੱਤਾ। ਸਾਨੂੰ ਦਿੱਤਾ ਕੀ ਆ? ਇੱਕ ਗੱਲ ਸੁਣੋ ਮੇਰੀ ਸੁਣੋ ਇੱਕ ਮਿੰਟ ਸੁਣੋ ਭਾਈ ਜੀ ਗੱਲ ਸੁਣੋ। ਜਿਹੜੀ 70 ਰੁਪਈਆਂ ਦੀ ਬੋਤਲ ਸੀ ਤੇਲ ਦੀ ਸਰੋਂ ਦੀ ਅੱਜ ਇਹਦੇ ਰਾਜ ਦੇ 200 ਰੁਪਈਆਂ ਦੀ ਬੋਤਲ ਹੈ। 200 ਰੁਪਈਆਂ ਦੀ 950 ਰੁਪਏ ਸਿਲੰਡਰ ਹੈ ਭਾਈ ਜੀ ਅੱਜ ਇਹਦੇ ਰਾਜ ਦੇ ਵਿੱਚ। ਸੁਣ ਲਓ ਗੱਲ ਸਿਲੰਡਰ ਲੈਣਾ ਚਲਾ ਕੇ ਲੈਂਦਾ ਹੁਣ ਕਿਵੇਂ ਲੈਣਾ ਕੌਣ ਉਦੋਂ ਵੀ ਖੁੱਲੇ ਸਿਲੰਡਰ ਮਿਲਦੇ ਸੀਗੇ। ਮੇਰਾ ਨਾਮ ਪ੍ਰੇਮ ਕੁਮਾਰ ਹੈ ਜੀ। ਇੱਕ ਮਿੰਟ ਜੀ ਮੇਰਾ ਨਾਮ ਪ੍ਰੇਮ ਕੁਮਾਰ ਹੈ। ਮੈਂ ਇੱਥੇ ਦਾਣਾ ਮੰਡੀ 'ਚ ਕੰਮ ਕਰਦਾ ਜੀ। ਅਸੀਂ ਗਰੀਬ ਬੰਦੇ ਆ ਦੇਖੋ। ਅਸੀਂ ਇਸ ਟਾਈਮ ਮਹਿੰਗਾਈ ਕੰਨਿਓ ਬਹੁਤ ਦੁਖੀ ਆ। ਤੁਸੀਂ ਦੇਖ ਲਓ ਛੋਟੀ ਜੀ ਗੱਲ ਲਾਓ ਇੱਕ ਗਰੀਬ ਬੰਦੇ ਨੂੰ ਮੇਨ ਮਕਾਨ ਰੋਟੀ ਕੱਪੜਾ ਚਾਹੀਦਾ ਹੈ। ਅੱਜ ਤੁਸੀਂ ਦੇਖ ਲਓ ਮਹਿੰਗਾਈ ਕਿੱਥੇ ਆ। ਕੋਈ ਵੀ ਚੀਜ਼ ਦੇਖ ਲਓ 50 ਰੁਪਏ ਕਿਲੋ ਤੋਂ ਘੱਟ ਹੈ ਨਹੀਂ। ਜਿਹੜੀ ਤੇਲ ਦੀ ਬੋਤਲ ਪਿਛਲੇ ਸਾਲ 80-90 ਦੀ ਆਂਦੀ ਹੈ ਇਸ ਟਾਈਮ 200 ਰੁਪਏ ਦੀ ਹੈ। 950 ਰੁਪਏ ਦਾ ਗੈਸ ਦਾ ਸਿਲੰਡਰ ਹੈ। ਡੀਜ਼ਲ ਪੈਟਰੋਲ ਦਾ ਰੇਟ ਦੇਖ ਲਓ ਕਿੱਥੇ ਜਾਂਦਾ। ਉਹ ਵੀ ਗਰੀਬ ਦੇ ਟੈਕਸਾਂ ਤੇ ਪੈਂਦਾ, ਜਨਤਾ ਤੇ ਪੈਂਦਾ। ਅਸੀਂ ਕਹਿੰਦੇ ਸਾਨੂੰ ਮੋਦੀ ਸਰਕਾਰ ਨੇ ਕੀ ਦਿੱਤਾ? ਮੋਦੀ ਕਹਿੰਦੇ 15 ਲੱਖ ਰੁਪਇਆ ਦਊਂਗਾ ਤੁਹਾਨੂੰ ਖਾਤੇ 'ਚ ਪਾਊਂਗਾ। ਕਿੱਥੇ ਗਿਆ ਉਹ 15 ਲੱਖ ਰੁਪਇਆ? ਦੇਖੋ ਜੀ ਸਾਰੇ ਰਾਜਨੀਤਿਕ ਆਗੂਆਂ ਨੂੰ ਮੇਰੀ ਇੱਕ ਰਿਕੁਐਸਟ ਆ ਵੀ ਜੇ ਕੋਈ ਗਰੀਬ ਬੰਦਾ ਆਪਦਾ ਦੁੱਖ ਦੱਸਦਾ ਉਹਨੂੰ ਵੀ ਦੱਸਣ ਦਿਓ। ਤੁਸੀਂ ਆਪਦੀਆਂ ਨੀਤੀਆਂ ਦੱਸ ਰਹੇ ਹੋ ਉਹਨਾਂ ਨੂੰ ਵੀ ਹੱਕ ਆ ਬੋਲਣ ਦਾ। ਇਹ ਮੇਰੀ ਰਿਕੁਐਸਟ ਆ। ਕਿਸੇ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ। ਇੱਕ ਥੋੜਾ ਘੇਰਾ ਖੋਲੋ। ਛੋਟੀ ਜਿਹੀ ਗੱਲ ਹਾਂਜੀ ਕਹੋ ਬਾਊ ਜੀ ਪੁੱਛੋ ਮੰਡੀ ਦੇ ਬੰਦੇ ਨਹੀਂ ਰਹਿੰਦੇ। ਆ ਪੁੱਛੋ ਮੰਡੀ ਬੰਦੇ ਨਹੀਂ ਰਹਿੰਦੇ। ਵੱਡੇ ਲੋਕਾਂ ਕੋਲ ਕਰ ਹੈਗੀਆਂ। ਇੱਥੇ ਸਟੇਸ਼ਨ ਦੇ ਉੱਤੇ ਬੀਜੇਪੀ ਦਾ ਰਾਜ ਹੈਗਾ। ਇੱਕ ਗੱਡੀ ਵੀ ਨਹੀਂ ਖੜਦੀ ਇੱਥੇ। ਅਸੀਂ ਜਿਹੜਾ ਗਰੀਬ ਬੰਦੇ ਜਾਂਦੇ ਹੈਗੇ ਇਹ ਸੁਣ ਲਓ ਗੱਲ। ਹਾਂ ਇੱਕ ਗੱਡੀ ਵੀ ਨਹੀਂ ਰੁਕਦੀ। ਵੱਡੇ ਲੋਕਾਂ ਕੋਲ ਕਾਰਾਂ ਆ ਗਿਆ, ਕਾਰਾਂ ਤੇ ਜਾਣਗੇ। ਗਰੀਬ ਬੰਦੇ ਨੂੰ 10 ਰੁਪਏ ਟਿਕਟ ਵਾਸਤੇ ਜਾਣਾ ਹੁੰਦਾ। ਬੈਂਟਾ ਜੀ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ। ਤੁਸੀਂ ਆਪਦੀ ਸਰਕਾਰ ਤੱਕ ਇਹ ਗਰੀਬਾਂ ਦੀਆਂ ਜਿਹੜੀਆਂ ਮੰਗਾਂ ਨੇ ਪਹੁੰਚਦੀਆਂ ਕਰੋ। ਮੈਂ ਜੀ ਇਹ ਟ੍ਰੇਨਾਂ ਵਾਸਤੇ ਮੈਂ ਇੱਥੇ ਸਹੁੰ ਖਾ ਕੇ ਗੱਲ ਕਰ ਸਕਦਾ ਵੀ 2 ਵਾਰੀ ਮੈਂ ਦਿੱਲੀ ਜਾ ਕੇ ਆਇਆ। ਉਹ ਕਰੋਨਾ ਕਾਲ ਦੇ ਕਰਕੇ ਇਹ ਸਟਾਪੇਜ ਸਾਰੇ ਕਿਤੇ ਬੰਦ ਹੋ ਚੁੱਕੇ ਸੀਗੇ। ਉਸ ਕਰਕੇ ਉਸ ਬਿਮਾਰੀ ਨੂੰ ਲੜਾਈ ਲੜਨ ਵਾਸਤੇ ਵੀ ਇਹ ਟ੍ਰੇਨਾਂ ਉਦੋਂ ਦੀਆਂ ਬੰਦ। ਪਹਿਲਾਂ ਤਾਂ ਖੜਦੀ ਸੀ, ਹਰਿਦੁਆਰ ਵਾਲੀ ਵੀ ਖੜਦੀ ਸੀ, ਦਿੱਲੀ ਵਾਲੀ ਵੀ ਖੜਦੀ ਸੀ, ਜਿਹੜੀਆਂ ਪੈਸੇਂਜਰਾਂ ਉਹ ਵੀ ਖੜਦੀਆਂ ਸੀ। ਰਾਤ ਨੂੰ ਕਾਲਕਾ ਦਾ ਇੱਕ 1 ਟਾਈਮ ਦਾ ਸਟਾਪੇਜ ਸੀਗਾ। ਅਸੀਂ ਇਹ ਮੰਤਰੀ ਸਾਹਿਬ ਨੂੰ ਸਾਰੀ ਜਾਣਕਾਰੀ ਦੇ ਕੇ ਆਏ ਹਾਂ। ਆਪਦੇ ਬਿਹਾਰ ਤੇ ਵੀ ਦੇ ਕੇ ਆਏ, ਲੋਕਾਂ ਦੇ ਸਾਈਨ ਕਰਾ ਕੇ ਵੀ ਦੇ ਕੇ ਆਏ ਵੀ ਲੋਕਾਂ ਕਾਲ ਆਪਣੇ ਇਕੱਲੇ ਪੁੱਛੋ ਮੰਡੀ 'ਚ ਹੀ ਹੈ। ਹੋਰ ਕਿਤੇ ਕਰੋਨਾ ਹੀ ਹੈ ਨਹੀਂ। ਉਹ ਸਾਰੇ ਬੰਦਾ ਸਟੇਸ਼ਨ ਤੇ ਪੁੱਛੋ ਮੰਡੀ ਕਿਉਂ ਹੈ? ਕਰੋਨਾ ਹੈ ਨਹੀਂ। ਬਠਿੰਡੇ ਸਾਰੀਆਂ ਖੜਦੀਆਂ ਆਪਣੇ ਇੱਕ ਵੀ ਟ੍ਰੇਨ ਨਹੀਂ ਖੜਦੀ। ਇੱਥੋਂ ਜੇ ਸੰਗਤ ਨੇ ਜਾਣਾ ਹੁੰਦਾ, ਸਵਾਰੀ ਨੇ ਜਾਣਾ ਤਾਂ ਰਾਮਪੁਰੇ ਜਾ ਕੇ ਚੜ੍ਹਦੀ ਹੈ। ਇਹ ਇਕੱਲੇ ਕਰੋਨਾ ਪੁੱਛੋ ਜੀ ਹੈ। ਇਹਦਾ ਪਾਏ ਕਰੋ ਜੀ। ਅਕਾਲੀ ਸਰਕਾਰ ਆਉਣ ਤੋਂ ਪਹਿਲਾਂ ਹੋ ਜੇ ਇਹਦਾ ਪਾਏ ਜੀ। ਬਸ ਇਹੀ ਚਾਹੁੰਦੇ ਜੀ ਸਾਡੀ ਸਰਕਾਰ। ਕਹਤਾ ਜੀ ਇਹ ਹੋ ਸਕਦਾ ਹੈ। ਸੋ ਮੇਰੇ ਸਹਿਯੋਗੀ ਰਮਨ ਸਿੰਗਲਾ ਜੀ, ਮੈਂ ਬਿੱਕਰ ਸਿੰਘ ਸਿੱਧੂ ਤੇ ਮੇਰਾ ਅਦਾਰਾ ਅਜੀਤ, ਸਾਡਾ ਸਾਰਿਆਂ ਦਾ ਅਦਾਰਾ ਅਜੀਤ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਗੱਲਬਾਤ ਵਿੱਚ ਹਿੱਸਾ ਲੈਣ ਤੇ ਬਹੁਤ ਬਹੁਤ ਧੰਨਵਾਦ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬਸ ਕਰੋ, ਪੜ ਵੀ ਲਾਓ ਹੁਣ। ਚੀਟਰ ਝੂਠਾ ਕਿਸ ਥਾ ਦਾ ਐਵੇਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ। ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ। ਉਹ ਕੱਪੂ ਤੂੰ ਐਵੇਂ ਇੰਨੀਆਂ ਝੂਠੀਆਂ ਸੌਂ ਕਿਉਂ ਖਾਈ ਜਾਣਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋ ਗਈ। ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ,
ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ ਹੈ, ਨਾਲੇ ਨਸ਼ੇ ਕਰਦਾ ਹੈ। ਨਸ਼ਾ ਖਤਮ ਕਰਨ ਦੀ ਵੀ ਤਾਂ ਸਹੁੰ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸਹੁੰ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?